ਪਿੱਛੇ ਹਟਦਾ, ਤੂੰ ਉਸ ਪਾਸ ਛੱਡ, ਗੁਰੂ ਪਾਸ ਪੈ ਜਾ, ਤੂੰ ਗੁਰੂ ਦੀ ਬਾਣੀ ਨਾਲ ਜੁੜਦਾ, ਤੂੰ ਉਹਦੇ ਨੇੜੇ ਵੀ ਨਾ ਜਾ। ਗੁਰੂ ਤਾਂ ਕਿੰਨਾ ਟਿਕਲੀ ਮਨਾ ਕਰਦੇ। ਗੁਰੂ ਸਾਹਿਬ ਕਹਿੰਦੇ ਪੱਤ ਪਰਵਾਨਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ। ਤੇਰੀ ਪੱਤ ਪਰਵਾਨ ਜਿਹੜੀ ਤਦ ਪ੍ਰਵਾਨ ਹੋਏਗੀ ਜਦ ਤੇਰੇ ਨਾਨਕ ਆਪਣੇ ਤੇਰੇ ਪੱਤ ਦੇ ਵੱਟੇ ਨਾਲ ਤੋਲੇਗਾ। ਤੇ ਗੁਰੂ ਸਾਹਿਬ ਤੇਰੇ ਪੱਤ ਦੇ ਵੱਟੇ ਨਾਲ ਤੋਲਣਗੇ। ਤੇ ਵੈਸੇ ਤੇ ਕਹਿੰਦੇ ਹਮਰੀ ਮੁਦਰ ਨਾ ਮਰ ਸਵਾਮੀ ਰਿਤੰਤਰ ਤੁਸਤ ਸਤਾਰੀ। ਕਹਿੰਦਾ ਸਾਡੇ ਦੇ ਅੰਦਰ ਲੋਕਾਂ ਨੇ ਕਹਿਤਾ ਜੀ ਬੜਾ ਗੁਰਮੁਖ ਹੈ, 4 ਬੰਦਿਆਂ ਨੇ ਕਹਿਤਾ ਅਸੀਂ ਗੁਰਮੁਖ ਹੋ ਗਏ। ਕਹਿੰਦਾ ਕਬ ਚੰਦਨ ਕਾਵਾ ਕਟਾਲ ਕਾ ਬੁਝ ਪ੍ਰੀਤ। ਹੁਣੇ ਗੁਰਦੁਆਰੇ ਜਾਂਦਾ ਤੇ ਬੜਾ ਗੁਰਮੁਖ ਹੋ ਜਾਂਦਾ, ਬਾਹਰ ਧੰਦੇ ਜਾਂਦਾ ਤੇ ਉਸ ਤੋਂ ਬਾਅਦ ਉਹੀ ਠੱਗ ਹੋ ਜਾਂਦਾ। ਕਬ ਚੰਦਨ ਕਾਵਾ ਉੱਚ ਡਾਲ ਕਾ ਬੁਝ ਪ੍ਰੀਤ। ਗੁਰੂ ਸਾਹਿਬ ਨੇ ਬਾਣੀ ਹਰ ਗੱਲ ਤੇ ਚੋਟ ਮਾਰੀ, ਹਰ ਗੱਲ ਕੋਈ ਲੈਣ ਵਾਲਾ ਹੋਣਾ ਚਾਹੀਦਾ। ਅਗਰ ਗੁਰੂ ਦੀ ਬਾਣੀ ਨੂੰ ਮਨ ਸਮਝਾਉਣ ਕਾਰਨ ਕਛੁਆ ਕੇ ਪੜਿਆ ਗਿਆਨ ਕਰੋ ਤੇ ਤਦ ਦੀ ਬਾਣੀ ਅੰਦਰ ਡਿੜਦੀ ਏ। ਫਿਰ ਕਹਿੰਦੇ ਜਦ ਤਨ ਬਾਣੀ ਸਮਝ ਆ ਜਾਏ ਫਿਰ ਕਹਿੰਦੇ ਗਿਆਨੇ ਕਾਰਨ ਕਰਮ ਅਭਿਆਸ। ਉਹ ਗਿਆਨ ਨੂੰ ਨਾ ਕਰਮਾਂ ਦੇ ਅਭਿਆਸ ਕਰਨਾ ਹੈ। ਸਾਡਾ ਗਿਆਨ ਜ਼ਬਾਨ ਤੱਕ ਹੀ ਰਹਿੰਦਾ, ਕਰਮਾਂ ਤੱਕ ਪਹੁੰਚਦਾ ਜੀ, ਉਹ ਬੜਾ ਮੁਸ਼ਕਲ ਹੈ। ਮਾਫੀ ਚਾਹਾਂਗਾ ਕਿਸੇ ਨੂੰ ਚੋਟ ਲੱਗੀ ਹੋਵੇ ਤੇ। ਨਹੀਂ ਨਹੀਂ ਤੁਸੀਂ ਬੋਲੀ ਜਾਓ, ਅਸੀਂ ਸੁਣ ਰਹੇ ਹਾਂ प्लीज। हाँ जी परमजीत अंकल प्लीज कैरी ऑन प्लीज। जितनी देर सेहत अलाउ कर दिए प्लीज ਤੁਸੀਂ प्लीज नहीं 8:17 हो गया ना, पाठ का टाइम हो गया। ठीक नहीं नहीं रिक्वेस्ट है प्लीज। चलो फिर कभी कल परसों फिर देखेंगे जी। जी सदबीबी जी रिकॉर्डिंग ऑन है, आप जी पाठ आराम कर लो जी। रल मिल के बैठ के गुरु ग्रंथ साहब जी के दर्शन कर रही साध संगत जी। वाहिगुरु जी का खालसा वाहिगुरु जी की फतेह। गुरु ग्रंथ साहब जी की चल रही लीवार विचारां विच अज अंक नंबर 1068 तो अगे पाठ करना है। मारू राग ਦੀ ਤੀਜੀ ਪਾਤਸ਼ਾਹੀ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਸੋਲਹਿਆਂ ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ 24ਵੇਂ ਸੋਲਹੇ ਦੇ 4 ਪਦਿਆਂ ਤੱਕ ਦੇ ਪਾਠ ਪਹਿਲਾਂ ਹੋ ਚੁੱਕੇ ਹਨ ਤੇ ਅੱਜ ਅੱਗੋਂ ਪਾਠ ਕਰਨਾ ਹੈ। ਆਵਣ ਜਾਣਾ ਸ਼ਬਦ ਨਿਵਾਰੇ, सच नाम रखे उर तारे। गुर कै शब्द मरै मन मारे, हूँ में जाए समाया। आवन जाना शब्द निवारे, सच नाम रखे उर तारे। गुर कै शब्द मरै मन मारे, हूँ में जाए समाया। आवन जाना शब्द निवारे। आवन जाना आवागमन, आवागमन तो की पावे। हुणे सूरत गई, सच वाले पासे टुर गए। अचानक एक झूठ दी बिजली जी चमकी, झूठ वाले पासे टुर पे। किधरे ना किधरे असी भटकते रहते हैं। संसार विच कई किस्म के रंग, कई किस्म के रूप हैं। अखां जिहड़ा रंग रूप तकदी है प्रभावित हो जाती है, सूरत उत्थे टिकन लग पैंदी है। कान जिहो जे बोल सुनते हैं, सूरत उत्थे टिक जाती है। ते गुरु साहब कह रहे हैं जिथे जिथे सूरत टिकदी है उत्थे उत्थे आवागमन तेरा बनिया रहिंदा है। कदी एक थां ते कदी दूजी थां ते, कदी सच वाले पासे, कदी झूठ वाले पासे। झूठ दे बहुत सारे रंग हैं, माया दे बहुत रंग हैं। वख-वख रंगां दे आधार ते साडे मन ते प्रभाव पाई जाती है। असी उस रंगां तो उन रूपां तो प्रभावित होंदे रहंदे आ ते साडा आवागमन भाव वख-वख जूनां दे विच जन्म जिहड़ा है साडा हुंदा रहिंदा है। पर जदों सुरत गुरु दे शब्द दे राहीं सच विच टिक जाए, आवन जाना शब्द निवारे। शब्द दे राही दुद्धे नूं सिहारी, शब्द दे राही निवारे ना पावे दूर कर लवे। सच एक है, माया दे कई रंग हैं। एक रंग दे नाल असी एक रंग माणदे आ, दूजा रंग होर ज्यादा मोहित करन लग पैंदा। पर सच एक है, जदों मन सच ते टिक जांदा है ते मन सच विच लीन होण लग पैंदा है, आनंदित होण लग पैंदा है। जदों मन सच नाल जुड़दा है
ਤੇ ਝੂਠ ਦਾ ਰੰਗ ਜਿਹੜੇ ਹਨ ਉਸਦੇ ਪ੍ਰਭਾਵ ਨਹੀਂ ਪਾ ਸਕਦੇ। ਜਿਹੜੇ ਝੂਠ ਨੇ ਪ੍ਰਭਾਵ ਪਾ ਕੇ ਆਵਾਗਮਨ ਦਾ ਗੇੜ ਪਾਇਆ ਹੋਇਆ ਸੀ, ਉਹ ਉਸ ਨੂੰ ਸ਼ਬਦ ਦੇ ਰਾਹੀਂ ਦੂਰ ਕਰ ਲਵੇ। ਪਾਓ ਗੁਰੂ ਐਸੀ ਬਖਸ਼ਿਸ਼ ਕਰਦੇ ਹਨ ਕਿ ਸ਼ਬਦ ਦੇ ਰਾਹੀਂ ਆਵਾਗਮਨ ਮਿਟਾ ਦਿੰਦੇ ਹਨ। ਆਵਣ ਜਾਣਾ ਸ਼ਬਦ ਨਿਵਾਰੇ, ਸਚ ਨਾਮ ਰੱਖੈ ਉਰ ਧਾਰੇ। ਸਚ ਨਾਮ ਨੂੰ ਉਰ ਵਿੱਚ, ਹਿਰਦੇ ਵਿੱਚ ਟਿਕਾ ਕੇ, ਉਰ ਧਾਰੇ, ਧਾਰੇ ਮਤਲਬ ਧਾਰ ਲੈਣਾ, ਵਸਾ ਲੈਣਾ। ਸੱਚ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾ ਕੇ, ਸੱਚ ਦੇ ਚਾਨਣ ਵਿੱਚ ਸੁਚੇਤ ਹੋ ਕੇ ਜੀਵਨਾ। ਸੁਚੇਤ ਹੋ ਕੇ ਜੀਵਨ ਤੋਂ ਕੀ ਪਾਵੇ ਕਿ ਆਪਣੇ ਸੱਚ ਦੀ ਰਾਖੀ ਕਰਨੀ। ਹਮਲਾ ਬੋਲਦੇ ਆ, ਝੂਠ ਚੋਰ ਬਣ ਕੇ ਆਉਂਦੇ ਹਨ, ਸਾਡੇ ਸ਼ੁਭ ਗੁਣਾਂ ਨੂੰ ਚੋਰਨ ਲਈ ਆਉਂਦੇ ਹਨ। ਅਸੀਂ ਸੁਚੇਤ ਨਹੀਂ ਹੁੰਦੇ, ਸਾਡੇ ਮਨ ਦੇ ਉੱਤੇ ਪ੍ਰਭਾਵ ਪਾ ਕੇ ਸੱਚ ਨੂੰ, ਸਾਡੇ ਸ਼ੁਭ ਗੁਣਾਂ ਨੂੰ ਚੋਰੀ ਕਰਕੇ ਲੈ ਜਾਂਦੇ ਹਨ। ਤੇ ਗੁਰੂ ਸਾਹਿਬ ਇੱਥੇ ਕਹਿ ਰਹੇ ਹਨ, ਸੱਚ ਨਾਮ ਰੱਖੇ ਉਰ ਧਾਰੇ, ਦਿਲ ਵਿੱਚ ਵਸਾ ਕੇ ਰੱਖੇ। ਸਾਡੇ ਦਿਲ ਵਿੱਚ ਸੰਸਾਰ ਵਸਿਆ ਰਹਿੰਦਾ ਹੈ, ਸਾਡੇ ਦਿਲ ਵਿੱਚ ਮਾਇਆ ਦਾ ਪ੍ਰਭਾਵ ਪਿਆ ਰਹਿੰਦਾ ਹੈ, ਰੰਗ ਰੂਪ ਸਾਡੇ ਦਿਲ ਦੇ ਉੱਤੇ ਪ੍ਰਭਾਵ ਪਾਈ ਰੱਖ, ਤੇ ਸਾਰਾ ਦਿਨ ਅਸੀਂ ਉਸੀ ਬਾਬਤ ਸੋਚਦੇ ਰਹਿੰਦੇ ਹਾਂ। ਧੀਆ ਪੁੱਤਰਾਂ ਨੇ ਪ੍ਰਭਾਵ ਪਾ ਦਿੱਤਾ, ਮੋਹ ਗਏ। ਪ੍ਰੋਪਰਟੀ ਨੇ ਪ੍ਰਭਾਵ ਪਾ ਦਿੱਤਾ, ਲਾਲਚ ਵਿੱਚ ਫਸ ਗਏ। ਕਿਧਰੇ ਵਿਵਚਾਰ ਵਾਲੇ ਪਾਸੇ ਟੁਰ ਪਿਆ, ਨਗਨਤਾ ਨੇ ਪ੍ਰਭਾਵ ਪਾ ਦਿੱਤਾ। ਕੋਈ ਨਾ ਕੋਈ ਪ੍ਰਭਾਵ ਮਨ ਦੇ ਵਿੱਚ ਪਿਆ ਰਹਿੰਦਾ ਹੈ। ਨੂੰ ਜਦੋਂ ਅਸੀਂ ਮਨ ਦੇ ਵਿੱਚ ਦੇਖੋ, ਜਿੱਥੇ ਦੀਪਕ ਬਲ ਪਵੇ ਨਾ, ਅੰਧੇਰਾ ਉੱਥੇ ਨਹੀਂ ਆਉਂਦਾ। ਦੀਪਕ ਨੂੰ ਬਾਲ ਕੇ ਉਰ ਧਾਰੇ ਤੋਂ ਕੀ ਪਾਵੇ, ਦੀਪਕ ਨੂੰ ਬਾਲ ਲੈਣਾ। ਸਚ ਨਾਮ ਰੱਖੇ ਉਰ ਧਾਰੇ, ਗੁਰ ਕੈ ਸ਼ਬਦ ਮਰੇ ਮਨ ਮਾਰੇ। ਗੁਰ ਕੈ ਸ਼ਬਦ ਮਰੇ, ਗੁਰੂ ਦੇ ਸ਼ਬਦ ਰਾਹੀਂ ਮਰੇ। ਭਾਵ ਆਪਾ ਭਾਵ ਤੋਂ ਮਰ ਜਾਏ, ਵਿਕਾਰਾਂ ਤੋਂ ਮਰ ਜਾਏ। ਕਬੀਰਾ ਮਰਤਾ ਮਰਤਾ ਜਗ ਮੁਆ, ਮਰ ਵੀ ਨਾ ਜਾਣੇ ਕੋਈ। ਐਸੀ ਮਰਨੀ ਜੋ ਮਰੇ ਨਾ ਹੋਏ। ਕਿਹੜੀ ਮਰਨੀ ਦਾ ਕਬੀਰ ਸਾਹਿਬ ਵੀ ਜ਼ਿਕਰ ਕਰ ਰਹੇ ਨੇ ਤੇ ਗੁਰੂ ਸਾਹਿਬ ਵੀ ਸਮਝਾਣਾ ਕਰ ਰਹੇ ਨੇ। ਗੁਰ ਕੇ ਸ਼ਬਦ ਮਰੇ, ਸ਼ਬਦ ਦੀ ਚੋਟ ਨਾਲ ਆਪਾ ਭਾਵ ਤੋਂ ਮਰ ਜਾਵੇ। ਮੈਂ ਮੇਰੀ ਭਾਵਨਾ ਤੋਂ ਉਪਰਾਮ ਉੱਡ ਜਾਏ, ਮਾਇਆ ਦੇ ਮੋਹ ਵੱਲੋਂ ਮਰ ਜਾਏ। ਗੁਰ ਕੇ ਸ਼ਬਦ ਮਰੇ, ਮਨ ਮਾਰੇ। ਮਨ ਮਾਰੇ ਤੋਂ ਪਾਵੇ ਮਨ ਦੇ ਵਿੱਚੋਂ ਵਿਕਾਰਾਂ ਨੂੰ ਮਾਰ ਦੇਣਾ, ਵਿਕਾਰਾਂ ਨੂੰ ਨਸ਼ ਕਰ ਦੇਣਾ। ਹਉਮੈ ਜਾਏ, ਕਹਿੰਦੇ ਨੂੰ ਫਿਰ ਉਹਦੀ ਹਉਮੈ ਚਲੀ ਜਾਂਦੀ ਹੈ। ਔਰ ਹਉਮੈ ਜਦੋਂ ਮਨ ਵਿੱਚ ਜਾਂਦੀ ਹੈ ਤੇ ਸਮਾਇਆ, ਸਮਾਇਆ ਤੋਂ ਪਾਵੇ ਪਰਮਾਤਮਾ ਦੇ ਚਰਨਾਂ ਵਿੱਚ ਲੀਨਤਾ ਬਣ ਜਾਣੀ, ਇੱਕ ਮਿਕ ਹੋ ਜਾਣਾ, ਕੋਈ ਭੇਦ ਨਹੀਂ ਰਹਿ ਗਿਆ। ਹੁਣ ਜਿਹੜਾ ਹੈ ਇਹ ਸਮਝੀਏ, ਗੁਰੂ ਦਾ ਸ਼ਬਦ ਜਿਹੜਾ ਹੈ ਹਿਰਦੇ ਵਿੱਚੋਂ ਪ੍ਰਗਟ ਹੋ ਜਾਣਾ, ਲੀਨਤਾ ਬਣ ਗਈ। ਹੁਣ ਜਿਹੜਾ ਹੈ, ਹੁਣ ਮਨੁੱਖ ਨਹੀਂ ਬੋਲ ਰਿਹਾ, ਹੁਣ ਗੁਰੂ ਦਾ ਸ਼ਬਦ ਬੋਲ ਰਿਹਾ। ਹੁਣ ਮਨੁੱਖ ਕਾਰ ਵਿਹਾਰ ਨਹੀਂ ਕਰ ਰਿਹਾ, ਗੁਰੂ ਦਾ ਸ਼ਬਦ ਕਾਰ ਵਿਹਾਰ ਕਰਾ ਰਿਹਾ। ਜਦੋਂ ਮਾਇਆ ਪ੍ਰਭਾਵ ਪਾਉਂਦੀ ਹੈ, ਕਾਰ ਵਿਹਾਰ ਕਰ ਰਹੀ ਹੁੰਦੀ ਹੈ, ਕਦੀ ਕਾਮ ਬਣ ਕੇ, ਕਦੀ ਕ੍ਰੋਧ ਬਣ ਕੇ, ਕਦੀ ਲੋਭ ਮੋਹ ਅਹੰਕਾਰ ਬਣ ਕੇ। ਜਦੋਂ ਸੱਚ ਹਿਰਦੇ ਵਿੱਚ ਵਸਦਾ ਹੈ, ਹਉਮੈ ਮਾਰ, ਹਉਮੈ ਨੂੰ ਨਾਸ਼ ਕਰਕੇ ਹਉਮੈ ਜਾਏ, ਹਉਮੈ ਚਲੀ ਜਾਂਦੀ ਹੈ, ਸਮਾਇਆ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। ਜੀ ਬਾਲਵੀਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਣ ਜਾਣਾ ਸ਼ਬਦ ਨਿਵਾਰੇ। ਆਵਣ ਜਾਣਾ, ਜੰਮਣਾ ਮਰਨਾ, ਤ੍ਰਿਸ਼ਨਾ ਦੇ ਵਿੱਚ ਨਿਤਾ ਪ੍ਰਤੀ ਪਲ ਪਲ ਆਪਣੀ ਤ੍ਰਿਸ਼ਨਾ ਨੂੰ ਉਪਜਾਉਣਾ, ਕਾਮੀ ਕ੍ਰੋਧੀ ਲੋਭੀ ਹੰਕਾਰੀ ਬਣਨਾ, ਸ਼ਬਦ ਨਿਵਾਰੇ। ਇਹ ਜਿਹੜੀ ਬਿਰਤੀ ਹੈ, ਆਵਣ ਜਾਣਾ ਅਵਸਥਾ ਬਣੀ ਹੋਈ ਹੈ ਮਨ ਦੀ, ਸ਼ਬਦ ਨਿਵਾਰੇ। ਗੁਰੂ ਦਾ ਸ਼ਬਦ ਜਿਹੜਾ ਹੈ ਦੂਰ ਕਰਦਾ ਹੈ, ਕਿਉਂਕਿ ਇਹ ਮਨ ਨੂੰ ਕੁੱਟ ਕਸਵੱਟੀ ਲਾਈ। ਜਦੋਂ ਸ਼ਬਦ ਨਿਵਾਰਨ ਕਰਦਾ ਹੈ, ਸੱਚ ਨਾਮ ਰੱਖੇ ਔਰ ਧਾਰੇ, ਉਦੋਂ ਫਿਰ ਸੱਚ ਨਾਮ ਸਦਾ ਥਿਰ ਨਾਮ ਰੱਖੇ ਰੱਖਦਾ ਹੈ ਔਰ ਧਾਰੇ ਹਿਰਦੇ ਵਿੱਚ। ਜਦੋਂ ਜੀਵ ਦਾ ਜਿਹੜਾ ਜੰਮਣਾ ਮਰਨਾ ਹੈ, ਜੋ ਤ੍ਰਿਸ਼ਨਾਵਾਂ ਉਪਜਦੀਆਂ ਹਨ,
ਉਹ ਤ੍ਰਿਸ਼ਨਾਵਾਂ ਸ਼ਬਦ ਦੇ ਦੁਆਰਾ ਨਿਵਾਰਨ ਹੋ ਜਾਂਦੀਆਂ ਹਨ, ਦੂਰ ਹੋ ਜਾਂਦੀਆਂ ਹਨ। ਫਿਰ ਉਸ ਦੇ ਹਿਰਦੇ ਦੇ ਅੰਦਰ ਵਰਤਾਰਾ ਹੈ, ਸੱਚ ਨਾਮ ਜਿਹੜਾ ਉਹ ਟਿਕ ਜਾਂਦਾ ਹੈ। ਗੁਰ ਕੈ ਸ਼ਬਦ ਮਰੈ, ਜਦੋਂ ਜੀਵ ਦੇ ਅੰਦਰ ਸੱਚ ਨਾਮ ਟਿਕ ਜਾਂਦਾ ਹੈ, ਉਸਨੂੰ ਗੁਣਾਂ ਦੀ ਸੋਝੀ ਹੋ ਕੇ ਗੁਣਾਂ ਦੇ ਵਿੱਚ ਲੀਨ ਹੋ ਜਾਂਦਾ ਹੈ। ਆਪਣੇ ਮਨ ਅੰਦਰ ਗੁਣ ਟੁਕ ਉਪਦੇਸ਼ ਸਿੱਖਿਆ ਟਿਕਾ ਲੈਂਦਾ ਹੈ, ਭਾਵ ਸਦਾ ਯਾਦ ਰੱਖਦਾ ਹੈ। ਗੁਰ ਕੇ ਸ਼ਬਦ ਮਰੇ, ਉਹ ਫਿਰ ਜਿਹੜਾ ਆਪਾ ਭਾਵ ਗੁਰੂ ਦੇ ਸ਼ਬਦ ਦੇ ਰਾਹੀਂ ਆਪਣਾ ਜਿਹੜਾ ਮੈਂ ਮੇਰੀ ਕਰਦਾ ਆ, ਉਹ ਵੀ ਖਤਮ ਕਰ ਲੈਂਦਾ ਹੈ। ਜਦੋਂ ਜੀਵ ਦੀ ਮੈਂ ਮੇਰੀ ਖਤਮ ਹੋ ਜਾਂਦੀ ਹੈ, ਮਨ ਮਾਰੇ, ਤੇ ਉਹ ਆਪਣੇ ਮਨ ਨੂੰ ਵੀ ਸਮਝਾ ਲੈਂਦਾ ਹੈ, ਟਿਕਾ ਲੈਂਦਾ ਹੈ, ਸਹਿਜ ਅਵਸਥਾ 'ਚ ਆ ਜਾਂਦਾ ਹੈ। ਜਿਹੜਾ ਆਪਣੀ ਮੈਂ ਮਾਰ ਕੇ ਆਪਣੇ ਮਨ ਨੂੰ ਸਮਝਾ ਲੈਂਦਾ ਹੈ, ਹਉਮੈ ਜਾਏ, ਉਸ ਜੀਵ ਦੀ ਫਿਰ ਹਉਮੈ ਚਲੀ ਜਾਂਦੀ ਹੈ, ਕਿਉਂਕਿ ਹਉਮੈ ਦੀਰਘ ਰੋਗ ਹੈ। ਮਨ ਨੂੰ ਤਾਂ ਅਸੀਂ ਹੁਣ ਵੀ ਸਮਝਾਉਂਦੇ ਹਾਂ, ਸ਼ਬਦ ਸੁਣਦੇ ਹਾਂ, ਬਿਲਕੁਲ ਨੇਤਾ ਪ੍ਰਤੀ ਸੁਣਦੇ ਹਾਂ, ਮਨ ਨੂੰ ਸਮਝਾਉਂਦੇ ਹਾਂ, ਪਰ ਹਉਮੈ ਨਹੀਂ ਜਾਂਦੀ। ਜਦੋਂ ਇਸ ਮਨ ਨੂੰ ਕੁੱਟ ਕਸਵੱਟੀ ਲਾਵਾਂਗੇ, ਸਿੱਧਾ ਕਰਾਂਗੇ, ਇਹਦੇ ਬਲ ਛਲ ਕੱਢ ਦਿਆਂਗੇ, ਫਿਰ ਇਹ ਹਉਮੈ ਜਾਣੀ ਹੈ ਜੀ। ਗੁਰੂ ਦੀ ਸ਼ਰਨ ਪਿਆ ਹੀ, ਗੁਰੂ ਦੀ ਸ਼ਰਨ ਰਹਿਆ ਹੀ ਮਨ ਜਿਹੜਾ ਹੈਗਾ ਉਹ ਹਉਮੈ ਹੰਕਾਰ ਤੋਂ ਬਚਦਾ ਹੈਗਾ। ਕਿਉਂਕਿ ਮਨ ਵਿੱਚ ਹਉਮੈ ਆਈ ਜਾਂਦੀ ਹੈ ਕਿ ਅਸੀਂ ਸ਼ਬਦ ਦੀ ਵਿਚਾਰ ਕਰਦੇ ਹਾਂ, ਅਸੀਂ ਡੇਲੀ ਕਲਾਸ ਲਾਉਂਦੇ ਹਾਂ, ਅਸੀਂ ਗੁਰਮੁਖ ਹਾਂ। ਫਿਰ ਜਦੋਂ ਇਹ ਗੁਰੂ ਕੇ ਸ਼ਬਦ ਨਾਲ ਆਪਣੇ ਆਪ ਨੂੰ ਦੂਰ ਕਰ ਲੈਂਦਾ, ਆਪਾ ਭਾਵ ਮਿਟਾ ਕੇ ਮਨ ਨੂੰ ਸਮਝਾ ਲੈਂਦਾ ਹੈ, ਤੇ ਫਿਰ ਜੀਵ ਦੀ ਹਉਮੈ ਜਾਂਦੀ ਹੈ। ਜਦੋਂ ਜੀਵ ਦੀ ਹਉਮੈ ਸ਼ਬਦ ਦੇ ਰਾਹੀਂ, ਇਹ ਕਰਮ ਸਾਰਾ ਜਿਹੜਾ ਹੈਗਾ, ਕਾਰਜ ਸਾਰਾ, ਜਿਹੜੀ ਜੁਗਤ ਜਿਹੜੀ ਹੈ, ਸਾਰੀ ਸ਼ਬਦ ਦੇ ਦੁਆਰਾ ਹੀ ਹੁੰਦੀ ਹੈ। ਜਾਏ, ਹਉਮੈ ਚਲੇ ਜਾਂਦੀ ਹੈ ਸਮਾਇਆ। ਜਿਸ ਜੀਵ ਦੇ ਅੰਦਰ ਹਉਮੈ ਚਲੇ ਜਾਂਦੀ, ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ। ਜਦੋਂ ਜੀਵ ਦੇ ਅੰਦਰ ਹਉਮੈ ਚਲੀ ਜਾਂਦੀ ਹੈ, ਨਾਮ ਉਰਤਾਰੇ, ਨਾਮ ਟਿਕ ਜਾਂਦਾ ਹੈ, ਤੇ ਸਦਾ ਹੀ ਸਮਾਇਆ ਰਹਿੰਦਾ ਹੈ, ਸਦਾ ਹੀ ਲੀਨ ਰਹਿੰਦਾ ਹੈ, ਸਦਾ ਹੀ ਗੁਣਾਂ ਦੇ ਨਾਲ ਮਨ ਬਚ ਕਰਮਾਂ ਕਰਕੇ ਆਪਣਾ ਜੀਵਨ ਬਤੀਤ ਕਰਦਾ ਜੀ। ਜੀ ਵੀਰ ਜੀ, ਹਉਮੈ ਦੀਰਘ ਰੋਗ ਹੈ, दारू ਵੀ ਇਸਮਾਏ। ਹਉਮੈ ਵਾਕਈ, ਹਉਮੈ ਅੰਦਰ ਜਿਹੜੀ ਹੈ, ਅਸੀਂ ਬੜੀ ਲਾਈਟਲੀ ਲੈ ਲੈਂਦੇ ਹਾਂ ਹਉਮੈ ਨੂੰ ਵੀ। ਹਉਮੈ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ। ਹਾਂ, ਆਮ ਤੌਰ ਤੇ ਅਸੀਂ ਤੱਕੀਏ, ਮਨੁੱਖ ਜਿਹੜਾ ਸੰਸਾਰੀ ਰਸ ਮਾਣਦਾ ਰਹਿੰਦਾ ਹੈ, ਔਰ ਕਹਿੰਦਾ ਹੈ ਗੁਰੂ ਦੇ ਸ਼ਬਦ ਨਾਲ ਮੈਂ ਗੁਰਦੁਆਰੇ ਤੇ ਜਾ ਹੀ ਰਿਹਾ, ਕਦੀ ਵੀ ਹਉਮੈ ਨੂੰ ਨਾਸ਼ ਕਰ ਲਵਾਂਗਾ। ਪਰ ਜ਼ਿੰਦਗੀ ਦਾ ਸਫ਼ਰ ਇਸੇ ਤਰੀਕੇ ਨਾਲ ਬਤੀਤ ਹੁੰਦਾ ਰਹਿੰਦਾ, ਕਦੋਂ ਜ਼ਿੰਦਗੀ ਮੁੱਕ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ। ਅਸੀਂ ਸੋਚਦੇ ਹਾਂ ਅਸੀਂ ਰਸ ਮਾਣਦੇ ਰਹੀਏ, ਜਿਹੜੇ ਵਿਕਾਰ ਹਨ ਉਹਨਾਂ ਦੀ ਅਧੀਨਗੀ ਵਿੱਚ ਅਸੀਂ ਬੇਈਮਾਨੀ ਠੱਗੀਆਂ ਵੀ ਕਰੀ ਜਾਈਏ। ਮੈਂ ਤੇ ਗੁਰਦੁਆਰੇ ਅਜੇ ਤੇ ਬੜਾ ਸਮਾਂ ਪਿਆ, ਹਾਂ, ਸਾਰਿਆਂ ਦੇ ਮਨ ਦੇ ਵਿੱਚ ਇਹੋ ਧਾਰਨਾ ਬਣੀ ਰਹਿੰਦੀ ਹੈ। ਅਸੀਂ ਇਹ ਨਹੀਂ ਸੋਚਦੇ ਕਿ ਇਹੋ ਸਮਾਂ ਹੈ ਸਾਡੇ ਕੋਲ, ਇਹ ਨਹੀਂ ਪਤਾ ਕਿ ਅਗਲਾ ਪਲ ਵੀ ਹੈ ਜਾਂ ਨਹੀਂ ਹੈ, ਇਹ ਨਹੀਂ ਪਤਾ ਅਗਲਾ ਪਲ ਵੀ ਆਏਗਾ ਜਾਂ ਨਹੀਂ ਆਏਗਾ। ਜਦੋਂ ਇਹ ਵਿਚਾਰ ਮਨ ਵਿੱਚ ਟਿਕ ਜਾਏ, ਵਸ ਜਾਏ, ਤਾਂਹੀਓ ਅਸੀਂ ਸੱਚ ਵਾਲੇ ਪਾਸੇ ਸਫ਼ਰ ਆਰੰਭ ਕਰ ਸਕਦੇ ਹਾਂ। ਨਹੀਂ ਤੇ ਕਿਧਰੇ ਪੜਦੇ ਸਮਝਦੇ ਬੁੱਝਦੇ ਹੀ ਨਾ ਰਹਿ ਜਾਈਏ, ਅੱਗੇ ਦਾ ਸਫ਼ਰ ਤੈਅ ਕਰਨ ਤੋਂ ਵਾਂਝੇ ਨਾ ਰਹਿ ਜਾਈਏ। ਧੰਨਵਾਦ ਵੀਰ ਜੀ। ਜੀ ਹਰਵਿੰਦਰ ਵੀਰ ਜੀ। ਗੁਰੂ ਸਾਹਿਬ ਨਾਲ ਆਵਣ ਜਾਣਾ ਹੈ ਨਾ, ਉਹ ਵੱਖ-ਵੱਖ ਥਾਵਾਂ ਤੇ ਕਈ ਵਾਰ ਡਿਫਾਈਨ ਵੀ ਕਰਦੇ ਪਏ ਨੇ। ਇੱਕੋ ਸ਼ਬਦ ਆਂਦਾ, ਕਹਿੰਦਾ ਪਰ ਧਨ, ਪਰ ਤਨ, ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾ ਗੌਣ ਹੋਤ ਹੈ ਪੁਨ ਪੁਨ, ਇਹ ਪ੍ਰਸੰਗ ਨਾ ਟੂਟੈ। ਆਵਾ ਗੌਣ ਦਾ ਪ੍ਰਸੰਗ ਕਿਉਂ ਚੱਲੀ ਜਾਂਦਾ ਪਿਆ? ਕਹਿੰਦਾ ਪਰ ਧਨ, ਪਰਾਏ ਧਨ ਦੀ ਲਾਲਸਾ, ਪਰ ਤਨ, ਪਰਾਏ ਤਨ ਦੀ ਲਾਲਸਾ, ਪਰ ਅਪਵਾਦ ਨਾ ਛੂਟੈ। ਤੇ ਇੱਥੇ ਕਹਿੰਦੇ ਇਹ ਤਰ੍ਹਾਂ ਇੱਕ ਹੋਰ ਸ਼ਬਦ ਕਹਿੰਦੇ ਨੇ, ਮਨ ਤਨ ਥਾਪ ਕੀਆ ਸਭੇ ਆਪਣਾ, ਇਹੋ ਆਵਣ ਜਾਣਨਾ।
ਵੀ ਜੋ ਹਾਂ ਮੈਂ ਹਾਂ ਮਨ ਦੇ ਬੁੱਧਣਾ ਵੀ ਜੋ ਮੈਂ ਕਰਾਂਗਾ ਮੈਨੂੰ ਪਤਾ ਹੈ ਸਾਰਿਆਂ ਨੇ ਮਨ ਤਨ ਥਾਪ ਕੀਆ ਸਭ ਆਪਣਾ। ਕਹਿੰਦੇ ਇਹ ਤੇਰੇ ਆਵਾ ਗਾਉਣ ਦਾ ਕਾਰਨ ਬੰਦਾ ਪਿਆ। ਗੱਲ ਚੱਲਦੀ ਵੀ ਆਵਾ ਜਾਣਾ ਆਵਣ ਜਾਣਾ ਸ਼ਬਦ ਨਿਵਾਰੇ, ਤੇ ਆਵਣ ਜਾਣਾ ਹੈ ਕੀ? ਇੱਕ ਅਸੀਂ ਹੋਰ ਸ਼ਬਦ ਬੜਾ ਕਾਮਨਲੀ ਅਸੀਂ ਡਿਸਕਸ ਕਰਨੇ ਆ, ਕਹਿੰਦੇ ਨੇ ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੇ ਜੇ ਮਰੇ ਨੇ ਸੂਕਰ ਜੋਨ ਵੱਲ ਵੱਲ ਉਤਰੇ। ਉਹਨੂੰ ਫਿਰ ਉਹ ਜਿਉਂਦਿਆਂ ਜੀ ਸੂਰਾਂ ਵਾਲੇ ਕੰਮ ਕਰਨੇ ਸ਼ੁਰੂ ਕਰਤੇ ਨੇ। अंत काल जो स्त्री सिमरै, अंत काल जो मंदिर सिमरै, ऐसी चिंता में जे मरे। प्रेत जोन, उन प्रेत कोई जून तो होंदी नहीं, कोई ऐसी ऐसे कहने कुत्ते दी जून, सूअर दी जून। प्रेत ते ਅਸੀਂ ਉਹਨੂੰ ਕਹਿੰਦੇ ਜਿਸਨੂੰ ਸ਼ਰੀਰ ਨਾ ਮਿਲਿਆ ਹੈ ਜਾਂ ਨਹੀਂ, ਉਹ ਗੱਲ ਇੱਕ ਸੈਪਰੇਟ ਵਿਸ਼ਾ ਹੈ। ਲੇਕਿਨ ਪ੍ਰੇਤ ਤੇ ਕਹਿੰਦੇ ਉਹਨੂੰ ਆ, ਤੇ ਕਹਿੰਦੇ ਵੀ ਉਹ ਸੂਰਾਂ ਹਰ ਉਹ ਜੀਣਾ ਸ਼ੁਰੂ ਕਰ ਦੇ। ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ में ਜੇ ਮਰੇ, ਕਹਿੰਦੇ ਸੂਕਰ ਜੋਨ, ਉਹਦਾ ਉਹਨੂੰ ਸੂਰਾਂ ਵਾਲੇ ਪਾਸੇ ਜਿਹੜਾ ਉਹਦਾ ਉਹ ਸ਼ੁਰੂ ਹੋ ਗਿਆ। ਤੇ ਉਹ ਕਹਿੰਦੇ ਆਵਣ ਜਾਣਾ ਰਹਿ ਕਿਵੇਂ ਸਕਦਾ? ਕਿ ਆਵਣ ਜਾਣਾ ਰਹਿ ਗਿਆ ਆਪ ਹੋਵਾ ਮਿਹਰਬਾਨ। ਇਹ ਗੁਰੂ ਦੀ ਕਿਰਪਾ ਸਦਕਾ ਨਾ, ਗੁਰੂ ਦੇ ਸ਼ਬਦ ਦੀ ਕਿਰਪਾ ਸਦਕਾ। ਵੀ ਜਦੋਂ ਤੇਰੇ ਜੀਵਨ ਦੇ ਕੋਈ ਸਮਾਂ ਆਵੇ, ਜੋ ਤੇਰੇ ਫੈਸਲੇ ਦੇ ਸਮੇਂ ਨੇ, ਜੇ ਤੂੰ ਗੁਰੂ ਦੀ ਸ਼ਬਦ ਦੀ ਅਗਵਾਈ ਵਿੱਚ ਕੰਮ ਕੀਤਾ ਨਾ, ਫਿਰ ਤੂੰ ਆਤਮਕ ਮੌਤ ਨਹੀਂ ਮਰੇਗਾ। ਆਵਣ ਜਾਣਾ ਸ਼ਬਦ ਨਿਵਾਰੇ, ਗੁਰੂ ਦੇ ਸ਼ਬਦ ਦੇ ਰਾਹੀਂ ਉਹ ਉਸ ਤੋਂ ਕੱਟਿਆ ਜਾ ਸਕਦਾ ਹੈ। ਕਹਿੰਦਾ ਸੱਚ ਨਾਮ ਰੱਖੈ ਉਰ ਧਾਰੈ। ਫਿਰ ਉਹ ਪਰਮਾਤਮਾ ਸੱਚਾ ਨਾਮ ਜਿਹਨਾਂ ਦਾ ਇੱਕੋ ਨਾਮ ਹੁਕਮ ਹੈ, ਉਹ ਹਰ ਕਿਰਿਆ ਵਾਸਤੇ ਨਾ ਗੁਰੂ ਦੇ ਹੁਕਮ ਦੀ ਅਗਵਾਈ ਪੁੱਛੇਗਾ ਕਿ ਇਹ ਕੰਮ ਕਰਾਂ ਜਾਂ ਨਾ ਕਰਾਂ। ਤੇਰੇ ਮਨ ਵਿੱਚ ਗੁੱਸਾ ਆ ਰਿਹਾ, ਤੈਨੂੰ ਕੋਈ ਕਹਿ ਰਿਹਾ ਝੂਠ ਬੋਲ ਦੇ, ਕਿਸੇ ਵੀ ਕਈ ਵਾਰ ਨਾ ਅੱਛੇ ਕੰਮਾਂ ਵਾਸਤੇ ਵੀ ਵੀ ਰਿਮੈਂਬਰ ਕੋਈ ਪ੍ਰਚਾਰਕ ਆਏ ਸਨ, ਉਹਨਾਂ ਦੀ ਟਿਕਟ ਕਰਵਾਉਣੀ ਸੀ, ਤੇ ਜਿਹੜੇ ਪ੍ਰਬੰਧਕ ਸਨ ਦੇ ਵਰ ਨਾਟ ਇੰਟਰਸਟਿਡ ਇਨ ਸੈਂਡਿੰਗ ਹਿਮ। ਉਹਨਾਂ ਨੇ ਕੋਈ ਚੇਂਜ ਕਰਵਾਉਣੀ ਸੀ ਟਿਕਟ, ਉਹਨਾਂ ਦੀ ਕੋਈ ਫਲਾਣੀ ਡੇਟ ਦੀ ਟਿਕਟ ਸੀ, ਹੀ ਵਾਂਟਡ ਇਟ ਅੱਗੇ ਜਾਂ ਪਿੱਛੇ ਦੀ ਕੋਈ ਉਹਨਾਂ ਨੇ ਕਰਵਾਉਣੀ ਸੀ, ਅਗਲੀ ਟਿਕਟ ਮਹਿੰਗੀ ਹੁੰਦੀ ਪਈ ਸੀ। ਤੇ ਵੀ ਵਰ ਟੋਲਡ ਕਿ ਇਹਨਾਂ ਦੀ ਉਹਨਾਂ ਨੇ ਸਾਨੂੰ ਕਿਹਾ ਸੀ ਅੱਗੇ ਗੱਲ ਕੀਤੀ ਸੀ, ਪਰ ਉਹ ਜਿਹੜੇ ਪ੍ਰਬੰਧਕ ਨੇ ਕਹਿੰਦੇ ਉਹਨਾਂ ਨੂੰ ਕਹਿ ਦਿਓ ਕਿ ਟਿਕਟ ਹੋ ਹੀ ਨਹੀਂ ਰਹੀ। ਬਹੁਤ ਝੂਠ ਬੋਲ ਦੋ ਕਿ ਵੀ ਉਹ ਨਹੀਂ ਹੋ ਰਹੀ। ਕਹਿੰਦਾ ਚੰਗੇ ਕੰਮ ਅਸੀਂ ਝੂਠ ਬੋਲਣਾ ਮਾੜਾ ਨਹੀਂ, ਬੰਦਾ ਗੁਰੂ ਨੂੰ ਪੁੱਛ ਲਵੇ ਰਾਦਰ ਦੈਨ ਡਿਪੈਂਡਿੰਗ ਅਪਨ ਸਮਵਨ ਕਿ ਬਈ ਇਹ ਕਹਿੰਦੇ ਪਏ ਨੇ, ਨਹੀਂ, ਇਟ ਇਜ਼ ਬੈਟਰ ਤੂੰ ਗੁਰੂ ਨੂੰ ਪੁੱਛ ਲੈ। ਤੁਸੀਂ ਸਿੱਧੀ ਗੱਲ ਕਰ ਲਓ, ਅਗਲੀ ਟਿਕਟ ਮਹਿੰਗੀ ਹੈ, ਆਪ ਜੀ ਦੀ ਪਹਿਲੀ ਟਿਕਟ ਕਰਵਾਈ ਹੋਈ, ਵੀ ਕੈਨੋਟ ਅਫੋਰਡ। ਲੇਕਿਨ ਬੰਦਾ ਉਹ ਕਹਿੰਦਾ ਜਿਸਨੇ ਸੱਚਾ ਨਾਮ ਪਾਓ, ਜਿਹਨੇ ਸੱਚੇ ਹੁਕਮ ਜਿਹੜੇ ਨੇ ਨਾ, ਫਰੀਦਾ ਬੁਰੇ ਦਾ ਭਲਾ ਕਰ, ਪਰਤਰਿਆ ਰੂਪ ਨਾ ਪੇਖੇ ਨੇਤਰ, ਜਿਸ ਅੰਤਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਈ ਭਲਾ। ਇਹ ਸੱਚੇ ਨਾਮ ਨੂੰ ਉਹਨੇ ਆਪਣੇ ਹਿਰਦੇ ਵਿੱਚ ਟਿਕਾਇਆ ਹੋਇਆ ਹੈ। ਇਸ ਵਾਸਤੇ ਉਹਦਾ ਆਵਣ ਜਾਣਾ ਹੈ ਨਾ, ਉਹ ਹੁਣ ਨਹੀਂ ਹੁੰਦਾ। ਉਹਨੂੰ ਉਹ ਥਿਰ ਕਰ ਵੀ ਜਿਹੜਾ ਨਾ ਉਹ ਟਿਕਿਆ ਰਹਿੰਦਾ ਹੈ। ਕਹਿੰਦੇ ਗੁਰ ਕੈ ਸ਼ਬਦ ਮਰੈ ਮਨ ਮਾਰੇ। ਉਹ ਗੁਰੂ ਦੇ ਸ਼ਬਦਾਂ ਦੇ ਰਾਹੀਂ ਆਪਣੇ, ਠੀਕ ਹੈ, ਹੁਣੇ ਜਿਹੜਾ ਪਹਿਲਾਂ ਡਿਸਕਸ਼ਨ ਚੱਲਦੀ, ਕਹਿੰਦੇ ਚੋਟ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਜਿਸਨੇ ਗੁਰੂ ਦੇ ਸ਼ਬਦ ਦੀ ਚੋਟ ਨੂੰ ਸਹਾਰਨਾ ਸਿੱਖ ਲਿੱਤਾ ਨਾ, ਉਹ ਜਿਹਦੇ ਜੀਵਨ ਵਿੱਚ ਪਰਿਵਰਤਨ ਆ ਕੇ, ਕਹਿੰਦੇ ਨਾਨਕ ਜੀਵਤਿਆਂ ਮਰ ਰਹੀਏ ਐਸਾ ਜੋਗ ਕਮਾਈਏ। ਬੇਟਾ ਨਾ ਵੀ ਉਹ ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਮਨ ਨੂੰ ਮਨ ਜਿਹੜਾ ਹੈ ਨਾ, ਬਾਲੀਵੁੱਡ ਜੀ ਕਹਿੰਦੇ ਕੁੱਟ ਕੁੱਟ ਮਨ ਕਸਵੱਟੀ ਲਾਏ, ਸੋ ਕੂਟਨ ਮੁਕਤ ਬੋ ਪਾਏ। ਕੂਟਨ ਸੋਏ ਜੋ ਮਨ ਕੋ ਕੂਟੇ, ਮਨ ਕੂਟੇ ਤੋ ਜਮ ਤੇ ਛੂਟੇ। ਮਨ ਜਿਹੜਾ ਹੈ ਨਾ, ਤੂੰ ਕਹਿੰਦੇ ਤੂੰ ਮਹਾ ਉਦਮਾਦਾ, ਮਨ ਕੁਠਰ ਤੇਰਾ ਨਹੀਂ ਵਿਸ਼ਵਾਸਾ, ਤੂੰ ਮਹਾ ਉਦਮਾਦਾ। ਖੁੱਠਾ ਤਾਂ ਬਹੁਤ ਖੋਤੇ ਦੀ ਨੇ, ਤੂੰ ਪੁੱਠੇ ਵਾਲੇ, ਅਸੀਂ ਬੰਦੇ ਤੂੰ ਤੇ ਪੁੱਠੇ ਪਾਸੇ ਚੱਲਣਾ ਹੀ ਚੱਲਣਾ। ਉਹਦਾ ਤੇ ਉਸ ਮਨ ਸੁਭਾਅ ਉਹਨੇ। ਲੇਕਿਨ ਜਿਹੜਾ ਜਿਸ ਬੰਦੇ ਨੇ ਗੁਰੂ ਦੇ ਸ਼ਬਦ ਦੇ ਰਾਹੀਂ ਮਨ ਨੂੰ ਮਾਰਨ ਦਾ, ਮਨ ਕੋਈ ਫਿਜ਼ੀਕਲ ਚੀਜ਼ ਨਹੀਂ ਜੋ ਮਰ ਜਾਏਗੀ, ਜੇ ਅਸੀਂ ਮਨ ਨੂੰ ਇੱਕ ਪਾਸੇ ਕਹਿ ਰਹੇ ਮਨ ਤੋਂ ਜੋਤ ਸਰੂਪ ਹੈ, ਲੇਕਿਨ ਜੋ ਸੁਭਾਅ ਗੁਰੂ ਨੇ ਮਨ ਦਾ ਬਣਾਇਆ ਹੋਇਆ ਹੈ ਨਾ, ਜੇ ਗੁਰੂ ਦੇ ਸ਼ਬਦ ਦੇ ਰਾਹੀਂ ਅਸੀਂ ਮਨ ਨੂੰ ਉਸ ਪਾਸੋਂ ਜੇ ਮੋੜ ਲਈਏ, ਕਹਿੰਦਾ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਫਿਰ ਤੇਰਾ ਆਵਾਗਾਉਣ ਨਹੀਂ ਹੋਏਗਾ, ਕਿਉਂ? ਤਾਂ ਫਿਰ ਮਰਨ ਨਾ ਹੋਈ। ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦ ਹੀ। ਤੂੰ ਸ਼ਬਦ ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੇ ਜੇ ਮਰੇ, ਵੇਸਵਾ ਜੋਨ ਵੱਲ ਵੱਲ ਉਤਰੇ। ਜੇ ਤੂੰ ਤੇਰੇ ਮਨ ਵਿੱਚ ਫੁਰਨਾ ਆਇਆ, ਤੇਰੀ ਜਨਾਨੀ ਕਹਿੰਦੀ ਸੀ ਵੀ ਮੈਂ ਤੇਰੇ ਬੁੱਢੇ ਮਾਂ ਪਿਓ ਨੂੰ ਨਹੀਂ ਸਾਂਭ ਸਕਦੀ, ਰਾਤ ਦੀ ਨਿੰਦਰ ਵੀ ਨਹੀਂ ਮਿਲਦੀ, ਉਹ ਖੰਗਦੇ ਰਹਿੰਦੇ ਨੇ, ਵਟਐਵਰ, ਮੈਂ ਕਿਉਂ ਕਰਾਂ। ਤੇਰੇ ਮਨ ਨੇ ਆਵਾਜ਼ ਦਿੱਤੀ ਯਾਰ ਵੋਟੀ ਨਾਲ ਤੇ ਨਿਭਾਣੀ ਪਏਗੀ, ਉਹਦੇ ਬੁੱਢਾ ਹੋ ਚੱਲਿਆ। ਜੇ ਤੂੰ ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਮਨ ਨੂੰ ਮਾਰ ਲਿੱਤਾ, ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੇ ਜੇ ਮਰੇ, ਜਿਹੜੇ ਦੇ ਬੰਦੇ ਆਤਮਕ ਮੌਤ ਮਰ ਗਏ, ਉਹਨਾਂ ਨੇ ਵੀ ਜਿਹੜੇ ਜਨਾਨੀ ਕੋਲੋਂ ਮਿਲਣ ਵਾਲੇ ਸੁੱਖ ਦੇ ਪ੍ਰਥਾਈ ਮਾਂ ਪਿਓ ਦੀ ਕੇਅਰ ਨਹੀਂ ਕੀਤੀ, ਉਹਨਾਂ ਨੂੰ ਓਲਡ ਏਜ ਹੋਮ ਵਿੱਚ ਚਲੇ ਗਏ ਜਾਂ ਜੋ ਮਰਜ਼ੀ ਉਹਨਾਂ ਨਾਲ ਕੀਤਾ। ਅੰਤ ਕਾਲ ਜੋ ਇਸਤਰੀ ਸਿਮਰੇ, ਉਹਨਾਂ ਨੇ ਆਪਣੀ ਵੋਟੀ ਨੂੰ ਆਪਣੇ ਸਮਰਨ ਵਿੱਚ ਰੱਖਿਆ।
ਐਸੀ ਚਿੰਤਾ ਮੇਜੇ ਮਰੇ, ਉਹ ਆਤਮਕ ਮੌਤ ਮਰ ਗਏ। ਫਿਰ ਕਹਿੰਦੇ ਐਸੇ ਬੰਦੇ ਦਾ ਆਵਾਜ਼ ਆਉਣ, ਉਹ ਹੁਣ ਕੀ ਬਣ ਗਿਆ? ਕਹਿੰਦਾ ਵੇਸ਼ਵਾ ਹਰ ਜੀਵਨ ਜਿਉਣਾ ਸ਼ੁਰੂ ਹੋ ਗਿਆ, ਜੋ ਥੋੜੇ ਜੇ ਮਾਇਕ ਸੁਖ ਵਾਸਤੇ ਆਪਣਾ ਕੈਰੈਕਟਰ ਵੇਚ ਦਿੰਦੀ। ਤੂੰ ਵੀ ਉਹੀ ਕੀਤਾ ਤੇ ਤੂੰ ਕਿਸੇ ਸੁਖ ਵਾਸਤੇ ਨਾ ਆਪਣਾ ਕੈਰੈਕਟਰ ਵੇਚ ਦਿੱਤਾ। ਕਹਿੰਦਾ ਜਿਹੜੇ ਬੰਦੇ ਗੁਰੂ ਦੇ ਸ਼ਬਦ ਦੇ ਰਾਹੀਂ ਉਹ, ਔਰ ਗੁਰੂ ਕਹਿੰਦਾ ਕਿ ਇਹ ਮਰਨਾ ਹੀ ਰੱਬ ਦੇ ਨਾਲ ਮਿਲਾਪ। ਕਹਿੰਦਾ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ। ਸੰਸਾਰ ਮਤਲਬ ਇਸ ਕਿਸਮ ਦੇ ਮਰਨੇ ਤੋਂ ਡਰਦਾ ਹੈ। ਇਹ ਕਹਿੰਦਾ ਲੇਕਿਨ ਗੁਰੂ ਕਹਿੰਦੇ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਹਿੰਦੇ ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੇ ਜੇ ਮਰੇ, ਬਦਦ ਤੇ ਲੋਚਨ ਤੇ ਨਰ ਮੁਕਤਾ, ਪਿਤਾੰਬਰ ਵਾਂਕੇ ਹਿਰਦੇ ਬਸੇ। ਜਿਨ੍ਹਾਂ ਨੇ ਆਪਣੇ ਮਨ ਨੂੰ ਮਾਰਨ ਦੀ ਜਾਚ ਸਿੱਖ ਲਿੱਤੀ ਨਾ, ਮਾਨੋ ਰੱਬ ਉਹਨਾਂ ਦੇ ਹਿਰਦੇ ਵਿੱਚ ਆ ਕੇ ਨਿਵਾਸ ਕਰਦਾ ਹੈ। ਗੁਰ ਕੈ ਸ਼ਬਦ ਮਰੈ ਮਨ ਮਾਰੇ। ਮਰੇ ਤਾਂ ਬਹੁਤ ਹੀ ਮਨ ਨੂੰ ਮਾਰਨ ਦੀ ਗੱਲ ਪੇ ਚਲਦੀ ਹੈ। ਕਹਿੰਦਾ ਹਉਮੈ ਜਾਏ ਸਮਾਇਆ, ਫਿਰ ਉਹਦੇ ਅੰਦਰੋਂ ਹਉਮੈ ਚਲੇ ਜਾਂਦੀ, ਫਿਰ ਉਹ ਮੈਂ ਠੀਕ ਹਾਂ ਮੈਨੂੰ ਪਤਾ, ਉਹ ਵਾਲਾ ਕੰਮ ਚਲੇ ਜਾਂਦਾ। ਫਿਰ ਉਹ ਹੋਰ ਗੁਰੂ ਮਨੋ ਉਹ ਰੱਬ ਦਾ ਸਰੂਪ ਹੋ ਕੇ ਜਿਹੜਾ ਨਾ ਉਹ ਹੋ ਜਾਂਦਾ ਹੈ। ਹਾਂਜੀ ਹਾਂ, ਧੰਨਵਾਦ ਵੀਰ ਜੀ, ਬੜੇ ਸੋਹਣੇ ਤਰੀਕੇ ਦੇ ਨਾਲ ਆਪ ਜੀ ਨੇ ਸਮਝਾਣਾ ਕੀਤਾ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਹਾਂਜੀ। ਆਵਣ ਜਾਣਾ ਸ਼ਬਦ ਨਿਵਾਰੇ, ਸੱਚ ਨਾਮ ਰੱਖੇ ਉਧਾਰੇ। ਅਖੀਰਲੀ ਲਾਈਨ ਵਿੱਚ ਕਹਿੰਦਾ ਹਉਮੈ ਜਾਏ ਸਮਾਇਆ। ਜਿਸ ਮਨ ਦੇ ਅੰਦਰ ਹਉਮੈ ਹੈ, ਮੈਂ ਮੇਰੀ ਹੈ, ਉੱਥੇ ਉਹ ਇੱਕ ਨਹੀਂ ਰਹਿ ਸਕਦਾ। ਮੈਂ ਤੇ ਤੂੰ ਨਾ ਹੀ, ਅਗਰ ਤੂੰ ਹੈ ਤੇ ਮੈਂ ਨਾ ਹੀ। ਅਗਰ ਮੈਂ ਹੈ, ਹਉਮੈ ਹੈ, ਵਿਕਾਰ ਹਨ, ਤੇ ਫਿਰ ਅਸੀਂ ਉਸ ਇੱਕ ਦੇ ਨਾਲ ਸਮਾ ਨਹੀਂ ਸਕਦੇ। ਪਰ ਅਗਰ ਉਸਨੇ ਇੱਕ ਨਾਲ ਸਮਾਣਾ ਹੈ ਤੇ ਫਿਰ what happened, what is the result? ਜਦੋਂ ਅਸੀਂ ਇੱਕ ਨੂੰ ਸੋਧਦੇ ਹਾਂ ਸ਼ਬਦ ਦੇ ਰਾਹੀਂ, ਉਹਦੇ ਗੁਣਾਂ ਦੇ ਰਾਹੀਂ, ਉਹਦੇ ਕਨਸੈਪਟਸ ਦੇ ਰਾਹੀਂ, ਉਸਦੇ ਹੁਕਮ ਦੇ ਰਾਹੀਂ, ਉਹਦੇ ਵਿਚਾਰਾਂ ਦੇ ਰਾਹੀਂ, ਜਦੋਂ ਮਨ ਸੋਚਦਾ ਹੈ ਉਸ ਇੱਕ ਨੂੰ, ਉਹਦੇ ਗੁਣਾਂ ਨੂੰ, ਤੇ ਉਹ ਗੁਣ ਕੀ ਕਰਦਾ? ਉਹ ਇੱਕ ਕੀ ਕਰਦਾ? ਉਹ ਸਾਨੂੰ ਆਵਾਗਮਨ ਤੋਂ ਬਚਾ ਲੈਂਦਾ। ਕਿਹੜਾ ਆਵਾਗਮਨ? ਉਹ ਜਿਹੜੇ ਜੂਨਾਂ ਦੇ ਵਿੱਚ ਅਸੀਂ ਭਟਕਦੇ ਹਾਂ, ਅਲੱਗ-ਅਲੱਗ ਜਨਮ ਲੈਂਦੇ ਹਾਂ, ਜੀਂਦਿਆਂ ਜੀ, ਕਦੀ ਇੱਕ ਬਿਰਥੀ ਤੋਂ ਦੂਸਰੀ ਬਿਰਥੀ, ਦੂਸਰੀ ਤੋਂ ਤੀਸਰੀ ਬਿਰਥੀ, ਇੱਕ ਜੰਮਦਾ ਤੇ ਦੂਸਰਾ ਮਰਦਾ ਹੈ। ਅਸੀਂ ਇਹ ਆਵਨ ਜਾਵਨ ਤੋਂ ਸਾਨੂੰ ਉਹ ਇੱਕ ਬਚਾ ਲੈਂਦਾ। ਇੱਕ ਕੌਣ ਹੈ? ਉਹ ਜਿਹੜਾ ਸ਼ਬਦ, ਉਹ ਜਿਹੜੇ ਵਿਚਾਰ, ਉਹ ਜਿਹੜੇ ਉਹਦੇ ਗੁਣ ਹਨ, ਉਹਦੇ ਕਨਸੈਪਟਸ ਹਨ, ਉਹਦੇ ਜਿਹੜੇ ਲਾਜ਼ ਹਨ। ਉਹ ਜਦੋਂ ਮਨ ਵਿੱਚ ਆ ਕੇ ਬੈਠ ਜਾਂਦਾ ਹੈ, ਮਨ ਨੂੰ ਅਸੀਂ ਸੋਧ ਲਿੱਤਾ, ਤੇ ਉਹੀ ਚੀਜ਼ ਹੈ ਜਿਹੜੇ ਸਾਨੂੰ ਮਨ ਵਿੱਚ ਟਿਕ ਕੇ ਇਹਨਾਂ ਆਵਾਗਮਨ ਤੋਂ ਬਚਾ ਲੈਂਦਾ ਹੈ। ਕਿਉਂਕਿ ਉਸਨੇ ਆਪੇ ਨੂੰ ਮਾਰ ਦਿੱਤਾ, ਉਸ ਹਉਮੈ ਨੂੰ ਮਾਰ ਦਿੱਤਾ, ਔਰ ਮਾਰ ਕੇ ਅਸੀਂ ਕਹਿੰਦੇ ਕਿ ਸਾਡਾ ਮਨ ਉਸ ਇੱਕ ਦੇ ਨਾਲ ਸਾਂਝ ਪਾ ਲਿੱਤੀ, ਇੱਕ ਦੇ ਨਾਲ ਟੋਟਲੀ ਇਨਟਿਊਨਡ ਹੋ ਗਿਆ। ਹਾਂਜੀ, ਧੰਨਵਾਦ ਭੂਆ ਜੀ। ਬਿਲਕੁਲ ਅਸੀਂ ਧਿਆਨ ਦਈਏ ਨਾ, ਬੜੇ ਸੋਹਣੇ ਵਿਚਾਰ ਆਪ ਜੀ ਨੇ ਰੱਖਣਾ ਕੀਤੇ। ਮੈਂ ਨਾਲ ਇੱਕ ਬਸ ਉਦਾਹਰਨ ਜੋੜਨ ਦੀ ਚੇਸ਼ਟਾ ਕਰ ਰਿਹਾ। ਕੋਈ ਮਨੁੱਖ ਪਾਣੀ ਵਿੱਚ ਡੁੱਬ ਰਿਹਾ ਹੋਏ ਨਾ, ਤੇ ਉਹਨੂੰ ਪਤਾ ਹੈ ਜੇ ਮੈਂ ਡੁੱਬ ਗਿਆ ਤੇ ਮੇਰੀ ਮੌਤ ਹੋ ਜਾਏਗੀ, ਤੇ ਉਹ ਬਾਹਰੋਂ ਕੋਈ ਨਾ ਕੋਈ ਸਹਾਰਾ ਲੱਭਦਾ ਹੈ। ਕੋਈ ਮੈਨੂੰ ਬਾਹਰ ਦੇ ਕੋਈ ਰੱਸੀ ਮਿਲ ਜਾਏ, ਕੋਈ ਕੰਡਾ ਮਿਲ ਜਾਏ, ਕੋਈ ਪੇੜ ਦਾ ਸਹਾਰਾ ਮਿਲ ਜਾਏ, ਕੋਈ ਵੀ ਚੀਜ਼ ਐਸੀ ਮਿਲ ਜਾਏ ਜਿਹਨੂੰ ਪਕੜ ਕੇ ਮੈਂ ਖਲੋ ਜਾਵਾਂ। ਕਦੀ ਬਹਿੰਦੇ ਨੂੰ ਪੱਥਰ ਦਾ ਸਹਾਰਾ ਮਿਲ ਜਾਂਦਾ, ਉਹਨੂੰ ਕੱਸ ਕੇ ਪਕੜ ਲੈਂਦਾ। ਉਹਨੂੰ ਪਤਾ ਹੈ ਕਿ ਮੈਂ ਇਹਨੂੰ ਛੱਡਿਆ ਨਹੀਂ ਤੇ ਪਾਣੀ ਦੇ ਵਹਿਣ ਨਾਲ ਮੈਂ ਵਹਿ ਜਾਵਾਂਗਾ ਜਾਂ ਡੁੱਬ ਜਾਵਾਂਗਾ, ਮੈਨੂੰ ਸਹਾਰੇ ਦੀ ਲੋੜ ਹੈ। ਔਰ ਕਿੰਨੀ ਅਜੀਬ ਗੱਲ ਕਵਾਂਗਾ, ਕਿੰਨੀ ਅਜੀਬ ਗੱਲ ਹੈ, ਅਸੀਂ ਵਿਕਾਰਾਂ ਵਿੱਚ ਡੁੱਬਦੇ ਹੋਏ ਗੁਰੂ ਦਾ ਸ਼ਬਦ ਉਹ ਸਹਾਰਾ ਹੈ, ਪਰ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਡੁੱਬ ਰਹੇ ਹਾਂ, ਤੇ ਅਸੀਂ ਗੁਰੂ ਦੇ ਸ਼ਬਦ ਨੂੰ ਅਕਸਰ ਛੱਡ ਦਿੰਦੇ ਹਾਂ, ਤੇ ਅਸੀਂ ਵਿਕਾਰਾਂ ਦੇ ਭਾਵ ਵਿੱਚ ਬਹਿ ਜਾਂਦੇ ਹਾਂ। ਇੰਝ ਸਮਝੀਏ ਕਿ ਅਸੀਂ ਆਪ ਹੀ ਡੁੱਬਦੇ ਰਹਿੰਦੇ ਹਾਂ, ਆਪ ਹੀ ਸਾਨੂੰ ਨਹੀਂ ਪਤਾ ਕਿ ਅਸੀਂ ਡੁੱਬ ਰਹੇ ਹਾਂ, ਤੇ ਆਪ ਹੀ ਜਿਹੜਾ ਅਸੀਂ ਬਚਣ ਦੀ ਚੇਸ਼ਟਾ ਨਹੀਂ ਕਰਦੇ। ਧੰਨਵਾਦ ਆਪ ਜੀ ਦਾ। ਆਵਣ ਜਾਣਾ ਸ਼ਬਦ ਨਿਵਾਰੇ, ਆਵਣ ਜਾਣੇ ਪਰਜ ਵਿਗੋਈ, ਬਿਨ ਸਤਗੁਰ ਥਿਰ ਕੋਏ ਨਾ ਹੋਈ, ਅੰਤਰ ਜੋਤ ਸ਼ਬਦ ਸੁਖ ਵਸਿਆ, ਜੋਤੀ ਜੋਤ ਮਿਲਾਇਆ, ਆਵਣ ਜਾਣੇ ਪਰਜ ਵਿਗੋਈ। ਆਵਣ ਜਾਣੇ, ਆਵਣ ਤੇ ਜਾਣ ਵਿੱਚ ਜਾਣੈ, ਪਹਿਲਾਂ ਪਿਛਲੀ ਪੰਕਤੀ ਵਿੱਚ ਆਇਆ ਸੀ ਆਵਣ ਜਾਣਾ ਸ਼ਬਦ ਨਿਵਾਰੇ, ਇੱਥੇ ਕਹਿ ਰਹੇ ਹਨ
ਆਵਣ ਜਾਣੇ, ਆਵਣ ਤੇ ਜਾਣ ਵਿੱਚ, ਪਰਜ ਵਿਗੋਈ, ਪਰਜ ਤੋਂ ਭਾਵੇਂ ਪਰਜਾ, ਬਹੁ ਗਿਣਤੀ ਵਿੱਚ ਜੀਵ ਕਹਿ ਲਈਏ। ਪਰਜ ਵਿਗੋਈ, ਵਿਗੋਈ ਤੋਂ ਭਾਵੇਂ ਨਾਸ਼ ਹੋ ਰਹੀ ਹੈ, ਖੁਆਰ ਹੋ ਰਹੀ ਹੈ। ਆਵਣ ਆਵਾਗਮਨ ਵਿੱਚ, ਭਾਵ ਵਿਕਾਰਾਂ ਵਿੱਚ ਫਸੀ ਹੋਈ ਬਹੁ ਗਿਣਤੀ ਵਿੱਚ ਪਰਜਾ, ਬਹੁ ਗਿਣਤੀ ਦੇ ਅੰਦਰ ਸਾਰੇ ਤੇ ਸਾਰੇ ਖੁਆਰ ਹੋ ਰਹੇ ਹਨ। ਆਵਣ ਜਾਣੇ ਪਰਜ ਵਿਗੋਈ, ਬਿਨ ਸਤਗੁਰ ਫਿਰ ਕੋਏ ਨਾ ਹੋਈ। ਕਹਿੰਦੇ ਬਿਨਾਂ ਸਤਿਗੁਰੂ ਦਾ ਓਟ ਲਿੱਤਿਆਂ, ਬਿਨਾਂ ਸ਼ਬਦ ਦੇ ਆਸਰਾ ਲਿੱਤਿਆਂ ਫਿਰ ਕੋਏ ਨਾ ਹੋਈ। ਫਿਰ ਤੋਂ ਪਾਓ ਟਿਕਾਉ ਵਾਲਾ ਜੀਵਨ, ਫਿਰ ਤੋਂ ਪਾਓ ਮਨ ਦਾ ਟਿਕ ਜਾਣਾ। ਆਵਾਗਮਨ ਕਿੱਦਾਂ ਹੋ ਰਿਹਾ? ਮਨ ਦਾ ਹੋ ਰਿਹਾ। ਮਨ ਦੀ ਵਜ੍ਹਾ ਕਰਕੇ ਤਨ ਭਟਕ ਰਿਹਾ ਤੇ ਫਿਰ ਕੋਏ ਨਾ ਹੋਈ, ਮਨ ਟਿਕ ਨਹੀਂ ਰਿਹਾ, ਮਨ ਸ਼ਾਂਤ ਨਹੀਂ ਹੋ ਰਿਹਾ, ਮਨ ਦਾ ਨਿਜ ਦੇ ਘਰ ਵਾਸਾ ਨਹੀਂ ਹੋ ਰਿਹਾ, ਮਨ ਭਟਕ ਰਿਹਾ ਤੇ ਤਨ ਨੂੰ ਭਟਕਾ ਰਿਹਾ। ਬਿਨ ਸਤਗੁਰ ਫਿਰ ਕੋਏ ਨਾ ਹੋਈ, ਅੰਤਰ ਜੋਤ ਸ਼ਬਦ ਸੁਖ ਵਸਿਆ। ਜੋਤੀ ਜੋਤ ਮਿਲਾਇਆ। ਕਹਿੰਦੇ ਨੇ ਹਿਰਦੇ ਵਿੱਚ ਜੋਤ, ਹਿਰਦੇ ਦੇ ਵਿੱਚ ਜੇਕਰ ਜੋਤ ਜਗ ਪਵੇ, ਹਿਰਦੇ ਵਿੱਚ ਜੇਕਰ ਸ਼ਬਦ ਦੀ ਜੋਤ ਟਿਕ ਜਾਵੇ, ਅੰਤਰ ਜੋਤ ਸ਼ਬਦ ਸੁਖ ਵਸਿਆ, ਸ਼ਬਦ ਦੇ ਰਾਹੀਂ ਆਤਮਕ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਖੇੜੇ ਦੀ ਪ੍ਰਾਪਤੀ ਹੋ ਜਾਂਦੀ ਹੈ। ਇੰਜ ਸਮਝੀਏ ਰੋਸ਼ਨ ਹੋ ਜਾਂਦੀ ਹੈ ਮਨ ਦੀ। ਇੰਜ ਸਮਝੀਏ ਮਨ ਜਿਹੜਾ ਹੈ ਉਹ ਸ਼ਬਦ ਦੀ ਜੋਤ ਨਾਲ ਜੁੜ ਕੇ ਮਨ ਦੇ ਅੰਦਰ ਦੀਵਾ ਬਲ ਜਾਂਦਾ ਹੈ, ਗਿਆਨ ਦਾ ਚਾਨਣ ਹੋ ਜਾਂਦਾ ਹੈ। ਅੰਤਰ ਜੋਤ ਸ਼ਬਦ ਸੁਖ ਵਸਿਆ, ਜਿਸ ਦੀ ਵਜ੍ਹਾ ਕਰਕੇ ਆਤਮਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜੋਤੀ ਜੋਤ ਮਿਲਾਇਆ, ਮਨ ਦੀ ਜੋਤ ਸੱਚ ਦੀ ਜੋਤ ਨਾਲ, ਪਰਮਾਤਮ ਜੋਤ ਦੇ ਨਾਲ ਮਿਲਾਇਆ, ਮਿਲਾ ਲੈਂਦਾ ਹੈ, ਮਿਲ ਜਾਂਦੀ ਹੈ, ਇੱਕ ਮਿਕਤਾ ਹੋ ਜਾਂਦੀ ਹੈ। ਜੀ ਇਕਬਾਲ ਵੀਰ ਜੀ। इकबाल वीर जी, शायद इकबाल वीर जी किधरे काम कर रहे हैं, क्योंकि नाल दे नाल अपनी कार भी किरत भी कर रहे होंगे। अरविंदर वीर जी, आप जी विचार रखिए जी। ਇਸ ਤੋਂ ਪਹਿਲੇ ਗੁਰੂ ਸਾਹਿਬ ਨੇ ਜਿਹੜਾ ਆਵਣ ਜਾਣਾ ਸੀ ਉਹਨੂੰ ਡਿਫਾਈਨ ਕੀਤਾ ਸੀ ਵੀ ਆਵਣ ਜਾਣਾ ਹੋ ਕਿਉਂ ਰਿਹਾ ਹੈ। ਵੀ ਉਹ ਕਿਉਂਕਿ ਅਸੀਂ ਗੁਰੂ ਦੇ ਸ਼ਬਦ ਰਾਹੀਂ ਮਨ ਨੂੰ ਨਹੀਂ ਮਾਰ ਰਹੇ, ਵੀ ਮਨ ਨੂੰ ਕੁੱਟ ਕੇ ਕਸਵੱਟੀ ਤੇ ਨਹੀਂ ਲਗਾ ਰਹੇ, ਤਾਂ ਕਰਕੇ ਸਾਡਾ ਆਵਾ ਜਿਹੜਾ ਗੁਰੂ ਸਾਹਿਬ ਸਾਨੂੰ ਅੱਗੇ ਕਹਿੰਦੇ ਇਹਦੇ ਅੰਦਰ ਦੁਨੀਆ ਖੁਆਰ ਬਹੁਤ ਹੋ ਰਹੀ ਹੈ। ਵੀ ਆਵਣ ਜਾਣਾ ਪਰਜ, ਸਤਿਗੁਰੂ ਜੀ ਨੇ ਬਿਲਕੁਲ ਠੀਕ ਪਰਜਾ ਕਹਿ ਲਓ ਜਾਂ ਵੀ ਵੱਡੀ ਗਿਣਤੀ ਵਿੱਚ ਕਹਿ ਲਓ। ਕਈ ਵਾਰ ਵੀ ਕੂੜ ਡੋਬੇ ਪੂਰ ਤੋਂ ਪਾਓ ਵੱਡੀ ਗਿਣਤੀ ਵਿੱਚ। ਇੱਥੇ ਕਹਿੰਦੇ ਵੀ ਇੱਥੇ ਪਰਜ ਉਹ ਬਹੁਤ ਗਿਣਤੀ ਵਿੱਚ ਨਾ, ਬਹੁਤ ਵੱਡੀ ਗਿਣਤੀ ਚ ਦੁਨੀਆ ਜਿਹੜੀ ਹੈ ਨਾ, ਇਹ ਘੜੀ ਆਵਾ ਉਹ ਇੱਕ ਆਪਣਾ ਇੱਕ ਸਟੇਬਲ ਮਾਈਂਡ ਪ੍ਰੋਸੈਸ ਨਹੀਂ ਬਣਾ ਪਾ ਰਹੀ। ਗੁਰੂ ਕੋਲੋਂ ਕੋਈ ਗੱਲ ਸੁਣਨੇ ਆ, ਉਹ ਫਿਰ ਉਹ ਕੁਝ ਥੋੜਾ ਜਿਹਾ ਮਨ ਬਣ ਜਾਂਦਾ ਹੈ। ਫਿਰ ਜਿਸ ਤਰ੍ਹਾਂ ਕਿਉਂਕਿ ਹੈ ਤੇ ਮਾਇਆ ਦਾ ਪ੍ਰਭਾਵ ਤੇ ਜਿਹੜਾ ਬਣਿਆ ਹੋਇਆ ਹੈ, ਵੀ ਮਾਇਆ ਜਿਹੜੀ ਕਹਿੰਦੇ ਮਾਇਆ ਐਸੀ ਨਾਗਨੀ ਜਗਤ ਰਹੀ ਲਪਟਾਏ, ਵੀ ਐਸੀ ਇਤਨੀ ਔਰ ਇਤਨੀ ਪਾਵਰਫੁਲ ਹੈ। ਵੀ ਕਹਿੰਦੇ ਕੁਛ ਸ਼ਬਦ ਆਉਂਦਾ ਕਹਿੰਦੇ ਵੀ ਉਹ ਸਰਪਨੀ ਤੇ ਉੱਪਰ ਨਹੀਂ ਛਲਿਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਸਰਪਨੀ ਤੇ ਉੱਪਰ ਨਹੀਂ ਬਲੀ ਹੈ, ਸ਼ਾਇਦ ਮੈਂ ਕਹਿੰਦਾ ਸਰਪ ਇਤਨੀ ਤਾਕਤਵਰ ਹੈ ਵੀ ਜਿੰਨੇ ਕਹਿੰਦੇ ਵੱਡੇ ਵੱਡੇ ਰਾਜਾ ਜਿਹੜਾ ਰਾਜੇ ਭੂਪਤ ਉਹਨਾਂ ਨੂੰ ਵੀ ਇਹਨੇ ਠੱਗ ਕੇ ਰੱਖਿਆ ਹੋਇਆ। ਤੇ ਵੀ ਇਹਦੇ ਅੰਦਰ ਲੇਕਿਨ ਬੰਦਾ ਖੁਆਰ ਬਹੁਤ ਹੋ ਰਿਹਾ। ਜ਼ਿੰਦਗੀ ਜਿਹੜੀ ਹੈ ਨਾ, ਉਹ ਕਹਿੰਦਾ ਆਵਣ ਜਾਣਾ ਪਰਜ ਵਿਗੋਈ। ਸਾਰੀ ਦੁਨੀਆ ਜਿਹੜੀ ਨਾ ਖੁਆਰ ਬਹੁਤ ਹੁੰਦੀ, ਵੀ ਫਰਸਟ੍ਰੇਟ ਬਹੁਤ ਹੁੰਦੀ, ਵੀ ਕਿਉਂਕਿ ਕੜੀ ਇੱਕ ਸਟੇਬਲ ਮਾਈਂਡ ਪ੍ਰੋਸੈਸ, ਇੱਕ ਸਟੇਬਲ ਮਾਈਂਡ ਥਾਟ ਨਹੀਂ ਬਣਾ ਪਾ ਰਹੀ। ਕਹਿੰਦਾ ਬਿਨ ਸਤਗੁਰ ਥਿਰ ਕੋਏ ਨਾ ਹੋਈ। ਗੁਰੂ ਨੂੰ ਮਿਲਣ ਤੋਂ ਬਿਨਾ, ਗੁਰੂ ਕੋਲ ਜਾਣ ਤੋਂ ਬਿਨਾ, ਬਾਣੀ ਪੜ੍ਹਨ ਸੁਣਨ ਵਿਚਾਰਨ ਤੋਂ ਬਿਨਾ, ਇਸ ਪਾਸੇ ਐਫਰਟ ਲੈਣ ਤੋਂ ਬਿਨਾ ਨਾ ਤੂੰ ਇੱਕ ਸਟੇਬਲ ਮਾਈਂਡ ਪ੍ਰੋਸੈਸ ਨਹੀਂ ਬਣਾ ਪਾਏਗਾ। ਜੋ ਤੇਰੀ ਵਿਚਾਰਧਾਰਾ ਜਿਹੜੀ ਹੈ ਨਾ, ਗੁਰੂ ਕਹਿੰਦੇ ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਤੂੰ ਜੋ ਗੁਰਮਤਿ ਦੀ ਵਿਦਿਆ ਗੁਰੂ ਕੋਲੋਂ ਲੈਣਾ ਪਿਆ ਨਾ, ਉਹਦੇ ਉੱਤੇ ਪੱਕਾ ਆਪਣਾ ਅਟੁੱਟ ਵਿਸ਼ਵਾਸ ਲੈ ਕੇ ਆ ਜਾ। ਤੂੰ ਕੌਨਸਟੈਂਟਲੀ ਵੇਵਰ ਕਰਦਾ ਰਹਿਣਾ ਹੈ। ਕਦੀ ਉਹ ਕਹਿੰਦੇ ਭਗਤਾਂ ਤੇ ਸਹਿ ਸਾਰੀਆਂ, ਕਦੀ ਤੇਰੇ ਮਨ ਦੇ ਉੱਤੇ ਥੋੜਾ ਗੁਰੂ ਦੀ ਮੱਤ ਦਾ ਪ੍ਰਭਾਵ ਪੈ ਜਾਂਦਾ ਹੈ, ਕਦੀ ਤੇਰੇ ਮੱਤ ਦੇ ਉੱਤੇ ਜਿਹੜਾ ਦੁਨੀ ਫਿਰ ਇਹ ਵੀ ਕਰਨਾ ਪਏਗਾ, ਝੂਠ ਵੀ ਬੋਲਣਾ ਪਏਗਾ, ਘਰ ਵਿਆਹ ਦੇ ਇਹ ਵੀ ਕਰਨਾ ਪਏਗਾ। ਵੀ ਕੁਝ ਰਸਮੋ ਜਿਹੜੇ ਗੁਰੂ ਕਹਿੰਦੇ ਜਾਲੋ ਐਸੀ ਰੀਤ ਜਿਸਮੇ ਪਿਆਰਾ ਵੀਸਦਾ। ਉਹ ਰੀਤਾਂ ਨੂੰ ਰੀਤੀ ਰਿਵਾਜ ਛੱਡ ਕੇ ਨਹੀਂ ਦਿੰਦਾ ਸੀ। ਕਹਿੰਦੇ ਰੀਤੀ ਰਿਵਾਜ ਨਹੀਂ ਕਰਨੇ ਪੈਣਗੇ, ਛੱਡ ਦਿਓ ਉਹਨਾਂ ਨੂੰ, ਕਿਉਂਕਿ ਗੁਰੂ ਕਹਿੰਦੇ ਉਹ ਨਾਨਕ ਸਾਈ ਭਲੀ ਪ੍ਰੀਤ
जित साहिर सेती पत रहे। लेकिन क्योंकि ये कॉन्स्टेंटली ना भी एक होर थां ते कहंदे ने भी बहुत जन्म भरमत तै हारियो, तू आवागुण जिहड़ा चलदा पिया ना तेरा, ਉਹ ਕਹਿੰਦੇ ਬਹੁਤ ਜਨਮ ਭਰਮਤ ਤੈ ਹਾਰਿਓ, ਕਹਿੰਦੇ ਅਸਥਿਰ ਮਤ ਨਹੀਂ ਪਾਈ। ਇੱਕ ਸਟੇਬਲ ਮਾਈਂਡ, ਇੱਕ ਸਟੇਬਲ ਥਾਟ ਪ੍ਰੋਸੈਸ ਜਿਹੜਾ ਤੂੰ ਪਾਣਾ ਸੀ ਨਾ, ਇੱਕ ਉਹ ਤੂੰ ਨਾ ਸਰੀਰ ਇਹ ਕਹਿ ਲੋ ਇਹ ਇੱਟਾਂ ਸੀਮੈਂਟ ਦੇ ਬੰਨੇ ਹੋਏ ਘਰ ਵਿੱਚ ਰਹਿੰਦਾ। ਜਿਹੜਾ ਸਾਡਾ ਮਨ ਹੈ ਨਾ, ਅਸੀਂ ਮਨ ਨੂੰ ਕੀ ਕਹਿ ਰਹੇ ਹਾਂ? ਮਨ ਨੂੰ ਕਹਿ ਰਹੇ ਹਾਂ ਇੱਕ ਵਿਚਾਰਾਂ ਦਾ ਸੰਗ੍ਰਹਿ। ਮਨ ਵਿਚਾਰਧਾਰਾ ਦੇ ਘਰ ਵਿੱਚ ਰਹਿੰਦਾ। ਤੇ ਜਿਹੜਾ ਵੀ ਉਹ ਜਿਹੜਾ ਗੁਰੂ ਕਹਿੰਦੇ ਜਿਹੜਾ ਮਨ ਨੇ ਜਿੱਥੇ ਰਹਿਣਾ ਨਾ, ਜਿਸ ਘਰ ਵਿੱਚ ਮਨ ਨੇ ਰਹਿਣਾ ਨਾ, ਉਹ ਕਹਿੰਦਾ ਘਰ ਬੰਧੋ ਸੱਚ ਧਰਮ ਕਾ ਗੜ ਥੰਮ ਅਹੱਲੇ। ਜਿਹੜਾ ਜਿਸ ਘਰ ਵਿੱਚ ਮਨ ਨੇ ਰਹਿਣਾ ਨਾ, ਉਹਨੂੰ ਉਹ ਐਸੇ ਪੱਕਾ ਟਿਕਾਣਾ ਬਣਾ, ਕਿਉਂਕਿ ਤੇਰਾ ਘਰ ਤੂੰ ਥਿਰ ਕਰ ਬਹਿ ਨਹੀਂ ਪਾ ਰਿਹਾ। ਜੋ ਤੈਨੂੰ ਗੁਰੂ ਕੋਲ ਮੱਤ ਮਿਲਦੀ ਹੈ ਨਾ, ਗੁਰੂ ਕਹਿੰਦਾ ਘਰ ਬੰਧੋ ਸੱਚ ਧਰਮ ਕਾ। ਅਸੀਂ ਕਹਿੰਦਾ ਇਹ ਸੱਚ ਸਭਨਾ ਕਾ ਖਸਮ ਹੈ। ਇਹ ਸੱਚੇ ਖਸਮ ਮਨ ਨੂੰ ਟਿਕਾਣ ਵਾਸਤੇ, ਕਿਉਂਕਿ ਮਨ ਜਿਹੜਾ ਹੈ ਨਾ ਉਹ ਇੱਕ ਸਟੇਬਲ ਮਾਈਂਡ ਪ੍ਰੋਸੈਸ ਵਿੱਚ ਰਹਿ ਨਹੀਂ ਰਿਹਾ। ਕਹਿੰਦਾ ਘਰ ਬੰਦੋ ਸੱਚ ਧਰਮ ਕਾ ਗੜ ਥੰਮ ਅਹੱਲੇ। ਅਹੱਲੇ ਬੋਲ ਜਿਹੜੀ ਹਿੱਲ ਨਾ ਸਕੇ, ਉਹਦੇ ਕਾਲਮਸ ਇਤਨੇ ਮਜ਼ਬੂਤ ਬਣਾ ਕਿ ਤੇਰਾ ਘਰ ਕਦੀ ਢਏ ਨਾ। ਕਿਉਂਕਿ ਕਹਿੰਦੇ ਵੀ ਇੱਕ ਤੁਹਾਨੂੰ ਅਸਥਿਰ ਮਤ ਨਹੀਂ ਪਾਈ, ਤੂੰ ਕੌਨਸਟੈਂਟਲੀ ਤੇਰੀ ਜਿਹੜੀ ਨਾ ਵੀ ਉਹ ਇਹ ਕਹਿੰਦਾ ਇਹ ਵਾਲਾ ਘਰ ਬਣੇਗਾ ਕਿਵੇਂ? ਨੇ ਕਹੋ ਨਾਨਕ ਨਹੀਂ ਚਲ ਘਰ ਬਾਂਧਿਓ ਗੁਰ ਕੀਓ ਬੰਧਾਨੀ। ਇਹ ਵਾਲਾ ਇੱਕ ਸਟੇਬਲ ਮਾਈਂਡ ਪ੍ਰੋਸੈਸ। ਇੱਥੇ ਕਹਿੰਦੇ ਨੇ ਬਿਨ ਸਤਿਗੁਰ ਥਿਰ ਕੋਏ ਨਾ ਹੋਏ। ਤੇਰਾ ਮਨ ਨਾ ਕੌਨਸਟੈਂਟਲੀ ਅੱਛਾ ਮਾੜਾ, ਕਹਿੰਦੇ ਵੀ ਉਹ ਇੱਕ ਮਾਈਂਡ ਪ੍ਰੋਸੈਸ। ਅਸੀਂ ਕਈ ਵਾਰ ਕਹਿੰਦੇ ਕਿ ਅੱਛਾ ਇੱਥੇ ਵੀ ਆ ਗਏ, ਉਹ ਵੀ ਇਹ ਵੀ ਪੜ੍ਹ ਲਿੱਤਾ ਤੇ ਉਹ ਵੀ ਪੜ੍ਹ ਲਿੱਤਾ। ਕਹਿੰਦੇ ਨਹੀਂ, ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ। ਤੇਰਾ ਮਨ ਜਿਹੜਾ ਹੈ ਨਾ, ਉਹ ਕਦੀ ਉਹ ਦੇਵੀ ਦੇਵਤਿਆਂ ਦੇ ਪੂਜਣ ਵਾਲੇ ਪਾਸੇ ਜੋ ਚਲੇ ਜਾਂਦਾ ਹੈ। ਤੇਰਾ ਮਨ ਜਿਹੜਾ ਨਾ ਕਦੀ ਉਹ ਫੈਂਗ ਸ਼ੂਈ ਦੇ ਵਾਸਤੂ ਉਹਦੇ ਉੱਤੇ ਵੀ ਤੇਰਾ ਕੋਈ ਮਨ ਨੂੰ ਲੈ ਜਾਂਦਾ ਹੈ। ਗੁਰੂ ਕਹਿੰਦਾ ਨਹੀਂ, ਤੇਰਾ ਮਨ ਜਿਸ ਘਰ ਵਿੱਚ ਟਿਕਿਆ ਹੋਇਆ ਹੈ ਨਾ, ਉਹਦੇ ਵਿੱਚ ਕੇਵਲ ਤੇ ਕੇਵਲ ਕਰਤੇ ਦੀ ਕੀਰਤੀ ਹੋਵੇ। ਖਿਆਲ ਕਰੀ, ਦੇਖੋ ਦੁਨੀਆ ਤੇ ਅੱਜ ਜਿਹੜੀ ਦੇਵੀ ਦੇਵਤਿਆਂ ਨੂੰ ਪੂਜਦੇ ਪਏ ਨੇ, ਉਹ ਵੀ ਕੀ ਕਰਦੇ ਪਏ ਨੇ? ਕੀਰਤੀ ਕਰਦੇ ਪਏ ਨਾ ਉਹਨਾਂ ਦੀ। ਤੇ ਕਹਿੰਦੇ ਨਹੀਂ, ਇੱਥੇ ਗੁਰੂ ਹੋਰ ਸਪੈਸੀਫਿਕ ਕਹਿੰਦੇ ਜੈ ਘਰ ਕਰਤੈ ਕੀਰਤ ਹੋਏ, ਕਹਿੰਦੇ ਸੋ ਘਰ ਰਾਖ। ਉਹਦੀ ਬੜੀ ਦੇਖਭਾਲ ਕਰੀ, ਇਹਦੇ ਨਾਲ ਹੀ ਤੇਰੇ ਜੀਵਨ ਨੂੰ ਵਡਿਆਈ ਮਿਲੇਗੀ। ਜੇ ਤੂੰ ਕਿਸੇ ਹੋਰ ਪਾਸੇ ਚਲੇ ਗਿਆ, ਫਿਰ ਤੇਰਾ ਜੀਵਨ ਜਿਹੜਾ ਹੈ ਨਾ ਉਹ ਤੂੰ ਵਡਿਆਈ ਦਾ ਪਾਤਰ ਨਹੀਂ ਬਣ ਪਾਏਗਾ, ਰੱਬ ਕੋਲੋਂ ਵਡਿਆਈ ਦਾ ਪਾਤਰ ਨਹੀਂ ਬਣ ਪਾਏਗਾ। ਕਹਿੰਦੇ ਨੇ ਬਿਨ ਸਤਿਗੁਰ ਫਿਰ ਕੋਏ ਨਾ ਹੋਈ। ਔਰ ਜਿਹੜਾ ਤੇਰਾ ਮਨ ਕੌਨਸਟੈਂਟਲੀ ਭਟਕਦਾ ਸੀ ਨਾ, ਵੀ ਉਹ ਮਨ ਰਹੇ ਥਿਰ ਰਹੋ, ਉਹ ਨਹੀਂ ਹੋ ਰਿਹਾ। ਤੇਰਾ ਮਨ ਕੌਨਸਟੈਂਟਲੀ ਭਟਕ ਰਿਹਾ ਹੈ। ਇਹਦੇ ਕਾਰਨ ਤੇਰਾ ਆਵਣ ਜਾਣਾ ਚੱਲ ਰਿਹਾ ਹੈ। ਇਹਦੇ ਕਾਰਨ ਵੱਡੀ ਦੁਨੀਆ ਵਿੱਚ ਜਿਹੜੀ ਕਹਿੰਦੇ ਪਰਜ ਵੀ ਕੋਈ ਦੁਨੀਆ ਜਿਹੜੀ ਬੜੀ ਖੁਆਰ ਹੁੰਦੀ ਪਈ ਹੈ। ਕਹਿੰਦੇ ਅੰਤਰ ਜੋਤ ਸ਼ਬਦ ਸੁਖ ਵਸਿਆ ਤੇਰੇ ਅੰਦਰ। ਅੱਛਾ ਉਹ ਕਹਿੰਦਾ ਤੇਰੇ ਅੰਦਰ ਜੋਤ ਕਿਵੇਂ ਪ੍ਰਗਟ ਹੋਏਗੀ? ਕਹਿੰਦਾ ਗੁਰ ਸਾਖੀ ਜੋਤ ਪ੍ਰਗਟ ਹੋਈ। ਇਹ ਰੱਬੀ ਸਿਧਾਂਤ ਦੀ ਜੋਤ ਤੇਰੇ ਮਨ ਵਿੱਚ ਪ੍ਰਗਟ ਕਿਵੇਂ ਹੋਏਗੀ? ਗੁਰੂ ਕਹਿੰਦਾ ਵੀ ਬਿਨ ਸਤਿਗੁਰ ਥਿਰ ਕੋਈ ਨਾ ਹੋਈ। ਹੁਣ ਉਹ ਕਹਿੰਦਾ ਵੀ ਇਹ ਸ਼ਬਦ ਦੀ ਜੋਤ ਜਦੋਂ ਤੇਰੇ ਜੀਵਨ ਵਿੱਚ ਆਏਗੀ ਨਾ, ਤਾਂ ਹੀ ਤੇਰਾ ਜੀਵਨ ਸੁਖੀ ਹੋਏਗਾ। ਅੰਤਰ ਜੋਤ ਸ਼ਬਦ ਸੁਖ ਵਸਿਆ। ਇਹ ਜੋਤ ਕਿਹੜੀ ਹੈ? ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਈ। ਇਹ ਗੁਰੂ ਦੀ ਸਿੱਖਿਆ ਦੇ ਰਾਹੀਂ ਤੇਰੇ ਵਿੱਚ ਇਹ ਪਰਮਾਤਮਾ ਦੇ ਗਿਆਨ ਦੀ ਜੋਤ ਪ੍ਰਗਟ ਹੋਏਗੀ। ਕਹਿੰਦੇ ਫਿਰ ਜੋਤੀ ਜੋਤ ਮਿਲਾਇਆ, ਤੇਰੀ ਵਿਚਾਰਧਾਰਾ ਔਰ ਜੋ ਰੱਬੀ ਵਿਚਾਰਧਾਰਾ ਹੈ ਉਹ ਮਨ ਇੱਕ ਹੋ ਜਾਏਗੀ। ਜਿਸ ਤਰ੍ਹਾਂ ਜੋ ਰੱਬ ਨੂੰ ਭਾਉਂਦਾ ਸੀ, ਉਹ ਤੈਨੂੰ ਭਾਣਾ ਸ਼ੁਰੂ ਹੋ ਜਾਏਗਾ। ਕੱਲ ਵੀ ਗੱਲ ਜਦੋਂ ਵੀ ਭਾਣਾ ਰੱਬ ਦਾ ਭਾਣਾ, ਉਹ ਕਹਿੰਦਾ ਨਹੀਂ, ਉਹ ਇੱਕ ਹੈ ਮਨ ਹਟ, ਇੱਕ ਰੱਬ ਦਾ ਭਾਣਾ। ਕਹਿੰਦਾ ਨਹੀਂ, ਫਿਰ ਤੈਨੂੰ ਤੇਰੀ ਵਿਚਾਰਧਾਰਾ ਗੁਰੂ ਦੀ ਵਿਚਾਰਧਾਰਾ ਇਹ ਇੱਕੋ ਹੋ ਜਾਏ। ਹਾਂਜੀ, ਗੁਰ ਸਾਖੀ ਜੋਤ ਪ੍ਰਗਟ ਹੋਏ। ਧੰਨਵਾਦ ਵੀਰ ਜੀ, ਬੜੇ ਸੋਹਣੇ ਤਰੀਕੇ ਨਾਲ ਆਪ ਜੀ ਨੇ ਕਿਸ ਤਰ੍ਹਾਂ ਜੋਤ ਪ੍ਰਗਟ ਹੋ ਸਕਦੀ ਹੈ ਮਨ ਦੇ ਵਿੱਚ, ਹਾਂ, ਬਿਨ ਸਤਿਗੁਰ ਥਿਰ ਕੋਏ ਨਾ ਹੋਈ। ਆਪ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਸਮਝਾਣਾ ਕੀਤਾ। ਧੰਨਵਾਦ ਆਪ ਜੀ ਦਾ। ਇਕਬਾਲ ਵੀਰ ਜੀ ਨੇ ਰੀਜੁਆਇਨ ਕੀਤਾ ਜੀ। ਵੀਰ ਜੀ ਹਾਂਜੀ, ਆਵਣ ਜਾਣਾ ਪਰਜ ਵੇ ਕੋਈ। ਪਰਜਾ ਸੰਸਾਰ ਲੋਕ ਵੇ ਕੋਈ ਖੁਆਰ ਹੁੰਦਾ ਹੈ। ਕਾਹਦੇ ਵਿੱਚ? ਆਵਣ ਜਾਣਾ, ਜੰਮਣ ਮਰਨ ਦੇ ਚੱਕਰ ਦੇ ਵਿੱਚ, ਵਿਕਾਰਾਂ ਦੇ ਵਿੱਚ। ਜਿਹੜਾ ਸੰਸਾਰ ਹੈ
ਸ਼ਬਦ ਤੋਂ ਬਿਨਾ, ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਜਿਹੜਾ ਸੰਸਾਰ ਹੈ, ਲੋਕਾਈ ਹੈ, ਲੋਕ ਹੈ, ਇਹ ਆਵਣ ਜਾਵਣ ਦੇ ਚੱਕਰ ਦੇ ਵਿੱਚ ਖੁਆਰ ਹੁੰਦੀ ਰਹਿੰਦੀ ਹੈ। ਭਾਵ ਇਹ ਜੰਮਦੇ ਮਰਦੇ ਰਹਿੰਦੇ ਹਨ, ਆਪਣੀਆਂ ਤ੍ਰਿਸ਼ਨਾਵਾਂ ਨੂੰ ਉਪਜਦੇ ਪੈਦਾ ਕਰਦੇ ਰਹਿੰਦੇ ਹਨ, ਮਿਟਾਉਂਦੇ ਰਹਿੰਦੇ ਹਨ। ਇਸੇ ਹੀ ਗੇੜ ਦੇ ਵਿੱਚ, ਮੈਂ ਮੇਰੀ ਦੇ ਵਿੱਚ ਹੀ ਇਹ ਸੰਸਾਰ ਜਿਹੜਾ ਖੁਆਰ ਹੋ ਰਿਹਾ ਹੈ। ਬਿਨ ਸਤਿਗੁਰ, ਸੱਚੇ ਗੁਰੂ ਤੋਂ ਬਿਨਾ, ਉਹਦੀ ਸਿੱਖਿਆ ਲੈਣ ਤੋਂ ਬਿਨਾ ਥਿਰ ਕੋਏ ਨਾ ਹੋਈ। ਕਿਸੇ ਦੇ ਵੀ ਮਨ ਨੂੰ ਸਹਿਜ ਨਹੀਂ ਮਿਲੇਗਾ, ਕਿਸੇ ਦੇ ਮਨ ਵਿੱਚ ਸਹਿਜ ਨਹੀਂ ਟਿਕਦਾ, ਕਿਸੇ ਦੇ ਮਨ ਨੂੰ ਸਬਰ ਸੰਤੋਖ ਭਾਵ ਇਹ ਜਿਹੜੀਆਂ ਤ੍ਰਿਸ਼ਨਾਵਾਂ ਆਵਣ ਜਾਣਾ, ਉਹਦੇ ਤੋਂ ਮੁਕਤੀ ਨਹੀਂ ਮਿਲਦੀ ਬਿਨ ਸਤਿਗੁਰ। ਕਿਉਂਕਿ ਸਤਿਗੁਰ ਦੀ ਸ਼ਰਨ ਪਿਆ ਹੀ ਜਿਹੜਾ ਜੀਵ ਹੈ ਉਹ ਸਹਿਜ ਨੂੰ ਪ੍ਰਾਪਤ ਹੁੰਦਾ ਹੈ। ਅੰਤਰ ਜੋਤ ਸ਼ਬਦ, ਜਿਹੜੇ ਅੰਤਰ ਜੋਤ, ਇਸ ਦੇ ਅੰਦਰ ਜਿਹੜੀ ਸ਼ਬਦ ਦੇ ਰਾਹੀਂ ਜੋਤ ਪ੍ਰਕਾਸ਼ ਵਿਵੇਕ ਬੁੱਧ, ਉਹ ਗੁਰੂ ਦੇ ਸ਼ਬਦ ਰਾਹੀਂ ਪ੍ਰਗਟ ਹੁੰਦੀ ਹੈ। ਜਦੋਂ ਜੀਵ ਵਿਵੇਕੀ ਬਣ ਜਾਂਦਾ ਹੈ, ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਇਹਦੇ ਅੰਦਰ ਹੋ ਜਾਂਦਾ ਹੈ, ਉਸ ਵਕਤ ਕਿਸੇ ਵੀ ਤਰ੍ਹਾਂ ਦਾ ਹਨੇਰਾ ਜਿਹੜਾ ਇਹਦਾ ਕਿਸੇ ਵੀ ਕੋਨੇ ਵਿੱਚ ਵੀ ਨਹੀਂ ਰਹਿੰਦਾ। ਭਾਵ ਇਹਦਾ ਪੂਰਨ ਰੂਪ ਦੇ ਵਿੱਚ, ਪੂਰਨ ਤੌਰ ਤੇ ਮਨ ਤਨ ਸ਼ਬਦ ਦੇ ਰਾਹੀਂ ਵਿੰਨਿਆ ਜਾਂਦਾ ਹੈ, ਔਰ ਸ਼ਬਦ ਦੇ ਅਨੁਸਾਰ ਹੀ ਇਹ ਵਿਵੇਕ ਬੁੱਧ ਵਾਲਾ ਬਣ ਜਾਂਦਾ ਹੈ। ਸੁਖ ਵਸਿਆ। ਫਿਰ ਜਦੋਂ ਜੀਵ ਵਿਵੇਕੀ ਹੋ ਜਾਂਦਾ, ਗੁਰੂ ਦੇ ਸ਼ਬਦ ਦੇ ਰਾਹੀਂ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਗੁਣ ਕਹਿ ਗੁਣੀ ਸਮਾਵਣਿਆ, ਗੁਣਾਂ ਨਾਲ ਸਾਂਝ ਪਾ ਕੇ ਗੁਣਾਂ ਵਿੱਚ ਲੀਨ ਹੋ ਜਾਂਦਾ ਹੈ, ਫਿਰ ਇਹ ਆਪਣੀ ਹਉਮੈ ਨੂੰ ਮਾਰ ਲੈਂਦਾ ਤੇ ਸੁਖ ਵਸਿਆ। ਤੇ ਇਸ ਜੀਵ ਦੇ ਮਨ ਦੇ ਅੰਦਰ ਫਿਰ ਸੁਖ ਟਿਕਦਾ, ਇਹ ਸਦਾ ਆਨੰਦ ਚਿੱਤ ਹੋ ਜਾਂਦਾ ਹੈ। ਇਹਦੇ ਅੰਦਰ ਪੰਜ ਸ਼ਬਦ ਵਾਜੇ, ਪੰਜ ਸ਼ਬਦ ਤੇ ਘਰ ਸੁਭਾਗੇ, ਇਹ ਸੁਭਾਗੇ ਘਰ ਵਾਲਾ ਬਣ ਜਾਂਦਾ। ਤੇ ਇਹਦੇ ਅੰਦਰ ਜਦੋਂ ਫਿਰ ਪੰਜ ਸ਼ਬਦ ਵੱਜਦੇ ਰਹਿੰਦੇ ਹਨ, ਭਾਵ ਇਹਦੇ ਅੰਦਰ ਸੁਖ ਵਸਿਆ ਰਹਿੰਦਾ ਹੈ। ਜੋਤੀ ਜੋਤ ਮਿਲਾਇਆ, ਫਿਰ ਇਹ ਆਪਣੀ ਮਨ ਦੀ ਜੋਤ ਜੋ ਪ੍ਰਕਾਸ਼ ਹੋ ਜਾਂਦੀ ਹੈ, ਮਨ ਦੀ ਜੋਤ ਵਿੱਚ ਗੁਰੂ ਦਾ ਗਿਆਨ ਆ ਜਾਂਦਾ ਹੈ। ਉਸ ਗਿਆਨ ਦੇ ਰਾਹੀਂ ਇਹ ਸਤ ਅਕਾਲ ਪੁਰਖ ਕਰਤੇ ਦੀ ਜੋਤ ਵਿੱਚ ਇਕਮਿਕ ਹੋਇਆ ਰਹਿੰਦਾ ਹੈ, ਸਮਾਇਆ ਰਹਿੰਦਾ ਹੈ। ਗੁਣ ਕਹਿ ਗੁਣੀ ਸਮਾਵਣਿਆ, ਭਾਵ ਗੁਣਾਂ ਨੂੰ ਗਾਉਂਦਿਆਂ ਹੋਇਆਂ ਗੁਣਾਂ ਵਿੱਚ ਇਹ ਲੀਨ ਹੋ ਜਾਂਦਾ ਹੈ, ਸਮਾਇਆ ਰਹਿੰਦਾ ਹੈ, ਮਿਲਿਆ ਰਹਿੰਦਾ ਹੈ ਜੀ। ਧੰਨਵਾਦ ਵੀਰ ਜੀ। ਵਿਵੇਕ ਬੁੱਧ ਪ੍ਰਗਟ ਹੋ ਜਾਂਦੀ ਹੈ। ਬਿਲਕੁਲ, ਵਿਵੇਕ ਬੁੱਧ ਉਹ ਬੁੱਧੀ ਹੈ ਜਿਹੜੀ ਬੁੱਧੀ ਚੰਗੇ ਤੇ ਮਾੜੇ ਦੀ ਪਰਖ ਕਰਦੀ ਹੈ, ਸਾਨੂੰ ਸਮਝਾਉਂਦੀ ਹੈ ਹਾਂ ਕਿ ਇਹ ਚੰਗਾ ਹੈ ਤੇ ਇਹ ਚੰਗਾ ਨਹੀਂ ਹੈ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਆਵਨ ਜਾਣੈ ਪਰਚ ਵਿਗੋਈ। ਇਹ ਜਿਹੜਾ ਜਨਮ ਮਰਨ ਹੈ, ਇਹ ਭਟਕਣਾ ਹੈ, ਮਨ ਭਟਕਦਾ ਹੈ, ਇੱਕ ਵਾਇਸਿਸ ਤੋਂ ਦੂਸਰੇ ਵਾਇਸਿਸ, ਇੱਕ ਜੂਨ ਤੋਂ ਦੂਸਰੇ ਜੂਨ ਦੇ ਵਿੱਚ ਉਹ ਭਟਕਦਾ ਹੈ। ਉਸ ਭਟਕਣੇ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਆਪਣੀ ਸ੍ਰਿਸ਼ਟੀ ਜਿਹੜੀ ਹੈ, ਮਨ ਭਟਕਦਾ ਹੈ, ਨਾਲ ਆਪਣੀ ਸ੍ਰਿਸ਼ਟੀ, ਜੀ ਜੰਤ ਜਿਤਨੇ ਵੀ ਇੰਦਰੀਆਂ ਉਹ ਵੀ ਨਾਲ ਭਟਕਦੇ ਹਨ, ਉਹ ਵੀ ਗਲਤ ਕਰਦੇ ਹਨ। ਆਪਣੀ ਜਿਹੜੀ ਅੰਦਰ ਦੀ ਜਰਨੀ ਹੈ, ਜਿਸ ਨੂੰ ਕਹਿੰਦੇ ਨੇ ਵਿਗੋਈ, ਖੁਆਰ ਹੋ ਜਾਂਦਾ ਹੈ ਕਿ ਇਹ ਚੀਜ਼ ਖੁਆਰ, ਉਹਦੀ ਆਪਣੀ ਜਿਹੜੀ ਅੰਦਰ ਦੀ ਜਰਨੀ ਹੈ, ਉਹਦੀ ਲਾਈਫ ਉਹ ਡਿਸਟਰੋਏ ਹੋ ਜਾਂਦੀ ਹੈ, ਖੁਆਰ ਹੋ ਜਾਂਦਾ ਹੈ। ਔਰ ਮਨ ਨੂੰ ਇਹ ਵੀ ਪਤਾ ਹੈ ਕਿ ਅਗਰ ਮੈਂ ਉਸ ਇੱਕ ਦਾ ਸਿੱਖਿਆ ਨਹੀਂ ਲਿੱਤਾ ਤੇ ਮੇਰਾ ਭਟਕਣਾ ਬੰਦ ਨਹੀਂ ਹੋਏਗਾ। ਭਟਕਣਾ ਕਦੋਂ ਬੰਦ ਹੋਏਗਾ, ਆਵਾ ਜਾਣਾ ਕਦੋਂ ਬੰਦ ਹੋਏਗਾ, ਜਦੋਂ ਉਹ ਇੱਕ ਦੀ ਸਿੱਖਿਆ ਲਏਗਾ, ਉਹਦੇ ਕਨਸੈਪਟਸ ਨੂੰ ਸਮਝੇਗਾ, ਉਹਦੇ ਗੁਣਾਂ ਨੂੰ ਉਤਾਰੇਗਾ, ਤਦ ਹੀ ਜਾ ਕੇ ਉਹ ਸਥਿਰ ਹੋ ਸਕਦਾ ਹੈ, ਤਦ ਹੀ ਜਾ ਕੇ ਉਹ ਟਿਕਾ ਸਕਦਾ ਹੈ, ਤਦ ਹੀ ਜਾ ਕੇ ਉਹਦਾ ਭਟਕਣਾ ਬੰਦ ਹੋ ਸਕਦਾ ਹੈ। ਇਸ ਕਰਕੇ ਜਦੋਂ ਫਿਰ ਮਨ ਉਸ ਇੱਕ ਦੀ ਸਿੱਖਿਆ, ਉਹਦੇ ਕਨਸੈਪਟਸ, ਉਹਦੇ ਸ਼ਬਦ ਦੇ ਰਾਹੀਂ ਗੁਣਾਂ ਨੂੰ ਧਾਰਦਾ ਹੈ, ਅੰਤਰ ਜੋਤ ਉਸ ਇੱਕ ਦਾ, ਉਹਦੇ ਸਿੱਖਿਆ ਦੇ ਰਾਹੀਂ ਜਦੋਂ ਉਹ ਮਨ ਦੇ ਅੰਦਰ ਵਸਾ ਲੈਂਦਾ ਹੈ, ਉਸ ਇੱਕ ਨਾਮ ਨੂੰ ਵਸਾ ਲੈਂਦਾ ਹੈ, ਨਾਮ ਹੀ ਉਹਦਾ ਸੁੱਖ ਹੈਗਾ। ਔਰ ਜਦੋਂ ਸੁੱਖ ਪਾਉਂਦਾ ਹੈ, ਉਸਨੂੰ ਵਸਾ ਲੈਂਦਾ ਹੈ, ਟੋਟਲੀ ਟਿਊਨਡ ਹੋ ਜਾਂਦਾ ਹੈ, ਤੇ ਸੋਚੋ ਕਿ ਉਹ ਮਨ ਜੋਤ ਨਾਲ ਮਿਲ ਜਾਂਦੀ ਹੈ ਔਰ ਸਾਰੇ ਜੀ ਜਨਤਾ ਨੂੰ ਵੀ ਨਾਲ ਮਿਲਾ ਲੈਂਦਾ ਹੈ। ਹਾਂਜੀ ਜੀ ਭੂਆ ਜੀ, ਇੱਕ ਨੂੰ ਜਦੋਂ ਵਸਾ ਲੈਂਦਾ ਹੈ, ਭੂਆ ਜੀ 1 ਮਿੰਟ, ਔਰ ਇੱਕ ਨੂੰ ਵਸਾਉਣਾ ਕੀ ਹੈ?
ਕਿਉਂਕਿ ਮਨ ਵਿੱਚ ਕੋਈ ਸ਼ੰਕਾ ਨਾ ਰਹਿ ਜਾਏ, ਡਾਊਟ ਨਾ ਰਹਿ ਜਾਏ, ਸਾਡੇ ਮਨ ਵਿੱਚ ਦੁਬਿਧਾ ਬਣੀ ਰਹਿੰਦੀ ਹੈ। ਇਸ ਉੱਤੇ ਪਲੀਜ਼ 2 ਮਿੰਟ ਜ਼ਰੂਰ ਦੇਖੋ, ਦੱਸਿਓ ਜੀ। ਇੱਕ ਕੀ ਹੈ, what is the oneness is ਨਾਮ ਕੀ ਹੈ? ਨਾਮ ਉਸ ਦੀ ਹੋਂਦ ਹੈ। ਉਸ ਦੀ ਹੋਂਦ ਕੀ ਹੈ? ਉਹਦੇ ਗੁਣ, ਉਹਦੀ ਸਿੱਖਿਆ, ਉਸ ਦੀ ਵਿਜ਼ਡਮ। ਜਦੋਂ ਮਨ ਉਸ ਦੀ ਸਿੱਖਿਆ, ਉਸ ਦੇ ਕਨਸੈਪਟਸ, ਉਸ ਦੇ ਲਾਜ਼, ਉਸ ਦੇ ਗੁਣਾਂ ਨੂੰ ਮਨ ਦੇ ਅੰਦਰ ਤਾਰ ਲੈਂਦਾ ਹੈ, ਤੇ ਸਮਝੋ ਉਸਨੇ ਆਪਣੇ ਅੰਦਰ, ਮਨ ਦੇ ਅੰਦਰ ਇੱਕ ਨੂੰ ਵਸਾ ਲਿੱਤਾ, ਟਿਊਨਡ ਹੋ ਗਿਆ। ਵੈਰੀ ਨਾਈਸ ਪੋਜੀ, ਬਹੁਤ ਅੱਛੇ ਤਰੀਕੇ ਨਾਲ ਆਪ ਜੀ ਨੇ ਵਨਨੈਸ ਨੂੰ ਸਮਝਾਇਆ। ਧੰਨਵਾਦ ਆਪ ਜੀ ਦਾ। ਪਰਮਾਤਮਾ ਦਾ ਹੁਕਮ ਵਰਤ ਰਿਹਾ, ਇੱਕ ਚਾਲ ਇੰਝ ਸਮਝੀਏ ਪਰਮਾਤਮਾ ਦੀ ਚੱਲ ਰਹੀ ਹੈ, ਅਸੀਂ ਮਨ ਦੀ ਅਧੀਨਗੀ ਵਿੱਚ ਆਪਣੀ ਚਾਲ ਚੱਲੀ ਜਾਂਦੇ ਹਾਂ। ਸਾਡੀ ਜਿਹੜੀ ਹੈ ਸੋਚ, ਸਾਡੀ ਸਮਝ ਪਰਮਾਤਮਾ ਦੀ ਸਮਝ ਨਾਲ ਇੱਕਮਿਕ ਨਹੀਂ ਹੋ ਪਾ ਰਹੀ। ਇਸ ਲਈ ਅਸੀਂ ਜਿਹੜੇ ਆ ਭਟਕਦੇ ਰਹਿੰਦੇ ਹਾਂ। ਵੱਖ-ਵੱਖ ਜੂਨਾਂ ਵਿੱਚ ਆਵਣ ਜਾਣਾ ਦਾ ਜ਼ਿਕਰ ਗੁਰੂ ਸਾਹਿਬ ਨੇ ਦੋਨੋਂ ਪਦਿਆਂ ਵਿੱਚ ਕੀਤਾ, ਉਹ ਸਾਡੀ ਅਵਸਥਾ ਬਣੀ ਰਹਿੰਦੀ ਹੈ ਤੇ ਅਸੀਂ ਦੁਖੀ ਰਹਿੰਦੇ ਹਾਂ, ਪਰੇਸ਼ਾਨ ਰਹਿੰਦੇ ਹਾਂ। ਧੰਨਵਾਦ ਆਪ ਜੀ ਦਾ। ਭੁਪਿੰਦਰ ਵੀਰ ਜੀ ਨੇ ਜੁਆਇਨ ਕੀਤਾ ਜੀ, ਆਇਆਂ ਨੂੰ ਵੀਰ ਜੀ। 2 ਪਦਿਆਂ ਦਾ ਅੱਜ ਪਾਠ ਹੋਇਆ, ਪਲੀਜ਼ ਵਿਚਾਰ ਰੱਖਿਆ ਜੇ। ਹਾਂਜੀ, ਜਿਹੜਾ 5ਵਾਂ ਪਦਾ ਹੈ, ਇਹ ਉਸਨੂੰ ਜਿਹੜਾ ਪਿੱਛੇ 3ਜੇ ਪਦੇ ਵਿੱਚ ਭੇਟੇ ਗੁਰਪੂਰਾ ਨੂੰ ਮਹਿਸੂਸ ਕਰ ਰਿਹਾ, ਵਨਨੈਸ ਨੂੰ, ਉਹ ਆਪਣਾ ਪਲ ਪਲ ਦੇ ਆਪ ਅਤੇ ਆਪਣੀ ਸ੍ਰਿਸ਼ਟੀ ਅੰਦਰ ਜਿਤਨੇ ਵੀ ਉਹਦੇ ਜੀ ਜੰਤ ਹਨ, ਸਾਰਿਆਂ ਦੀ ਖੁਆਰੀ ਵੱਲੋਂ ਜਿਹੜਾ ਪਲ ਪਲ ਉਹਦਾ ਆਵਣ ਜਾਣਾ ਹੁੰਦਾ ਹੈ ਨਾ, ਉਹਨੂੰ ਨਿਵਾਰ ਲੈਂਦਾ ਹੈ। ਆਵਣ ਜਾਣਾ ਸ਼ਬਦ ਨਿਵਾਰੇ, 5ਵਾਂ ਪਦਾ। ਪਲ ਪਲ ਦਾ ਜਿਹੜਾ ਆਵਣ ਜਾਣਾ ਨਾ, ਉਹਨੂੰ ਸਮਝ ਕਿਸ ਤਰ੍ਹਾਂ ਆਉਂਦੀ ਹੈ? ਉਹਨੇ ਪਹਿਲਾਂ ਉਹ ਮੰਨਦਾ ਨਹੀਂ ਸੀ ਕਿ ਮੈਂ ਜੋਤ ਸਰੂਪ ਹਾਂ। ਜਦੋਂ ਉਹਨੂੰ ਇਹ ਸਮਝ ਆਈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਤਾਂ ਉਹ ਹਰਜੀ ਨਾਲ ਇਕਮਿਕ ਹੋ ਗਿਆ, ਆਪ ਹੀ ਹਰਜੀ ਬਣ ਗਿਆ, ਵਨਨੈਸ ਪ੍ਰਾਪਤ ਹੋ ਗਈ। ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਹੁਣ ਇਸ ਸ਼ਬਦ ਵਿੱਚ ਅੱਗੇ ਚੱਲ ਕੇ ਕਹਿੰਦੇ ਨੇ, ਮੂਲ ਪਛਾਣੈ ਤਾ ਸ਼ੋ ਜਾਣੈ, ਮਰਨ ਜੀਵਨ ਕੀ ਸੋਝੀ ਹੋਈ। ਇਹਨੂੰ ਪਲ ਪਲ ਜਿਹੜਾ ਮੈਂ ਮਰਦਾ ਹਾਂ ਨਾ, ਪਲ ਪਲ ਮੈਂ ਕਦੇ ਕੁੱਤਾ ਬਿੱਲੀ ਬਣਦਾ ਹਾਂ, ਪਲ ਪਲ ਜਿਹੜਾ ਮੈਂ ਉਹ ਆਵਾਗੌਨ ਕਰਦਾ ਹਾਂ, ਉਸ ਨੂੰ ਉਹ ਉਸ ਮਤ ਨੂੰ ਲੈ ਕੇ ਨਾ ਸ਼ਬਦ ਦੇ ਰਾਹੀਂ ਨਿਵਾਰ ਲੈਂਦਾ। ਸੱਚ ਨਾਮ ਰੱਖਿਆ ਉਤਾਰੇ, ਕਿਉਂਕਿ ਉਸਨੇ ਉਸ ਸ਼ਬਦ ਨੂੰ, ਸੱਚ ਨਾਮ ਨੂੰ, ਸਾਰੇ ਨਿਯਮ ਨੂੰ ਉਹ ਸਮਝਦਾ ਜਾਂਦਾ ਹੈ ਤੇ ਉਹਨੂੰ ਪੱਕੀ ਤਰ੍ਹਾਂ ਮੰਨ ਕੇ ਸੁਣਿਆ, ਮੰਨਿਆ, ਮਨ ਕੀਤਾ ਪਾਓ, ਉਹਨੂੰ ਅੰਦਰ ਪੂਰੀ ਤਰ੍ਹਾਂ ਟਿਕਾ ਲੈਂਦਾ। ਗੁਰ ਕੈ ਸ਼ਬਦ ਮਰੈ, ਫਿਰ ਉਹ ਮੰਦੇ ਜਿਹੜੇ ਖਿਆਲ ਆਉਂਦੇ ਸਨ ਨਾ, ਉਹਨਾਂ ਪਾਸੋਂ ਮਰ ਜਾਂਦਾ ਹੈ। ਮੰਦੇ ਸੁਭਾਅ ਵੱਲੋਂ, ਮੰਦੇ ਖਿਆਲਾਂ ਵੱਲੋਂ, ਉਹਦੇ ਸਾਰੇ ਜਿਤਨੇ ਅੰਦਰ ਦੇ ਨੈਗੇਟਿਵ ਸਨ ਨਾ, ਉਹਨਾਂ ਦਾ ਨਾ ਜੀ ਜੰਤ ਰੱਖ ਲਓ, ਸਾਰੀ ਅੰਦਰ ਦੀ ਸ੍ਰਿਸ਼ਟੀ ਉਹਦੀ ਨਾ ਉਸ ਪਾਸੋਂ ਉਹਨੂੰ ਬਿਲਕੁਲ ਨਵੇਂ ਸਿਰੋਂ ਜੀਂਦਾ ਹੈ। ਗੁਰ ਕੈ ਸ਼ਬਦ ਮਰੈ, ਮਨ ਮਾਰੇ, ਆਪਣੇ ਮਨ ਦੇ ਜਿਹੜੇ ਨੈਗੇਟਿਵ ਥਾਟਸ ਵਾਲਾ ਮਨ ਸੀ, ਉਹ ਵਾਲਾ ਮਨ ਨੂੰ ਮਾਰ ਲੈਂਦਾ। ਹਉਮੈ ਜਾਏ, ਉਹਦੀ ਹਉਮੈ ਈਗੋ ਚਲੀ ਜਾਂਦੀ ਹੈ। ਹੁਣ ਇਹਦੀ ਮਨ ਕੀ ਮਤ ਜਾ ਚੁੱਕੀ ਹੈ, ਜਿਹਦੀ ਮਨ ਕੀ ਮਤ ਜਾ ਚੁੱਕੀ ਹੈ, ਉਹਨੂੰ ਬਾਰ-ਬਾਰ ਹਰ ਪਦੇ ਵਿੱਚ, ਪਿਛਲੇ ਅਸੀਂ 16 ਵੀ ਪੜ੍ਹ ਕੇ ਆਈ ਜਾ ਰਹੇ ਹਾਂ ਕਿ ਉਹਨੂੰ ਵਿਵੇਕ ਬੁੱਧੀ ਪ੍ਰਾਪਤ ਹੋ ਗਈ ਹੈ, ਔਰ ਵਿਵੇਕ ਬੁੱਧੀ ਨਾਲ ਉਹਨੂੰ ਕੀ ਨੈਗੇਟਿਵਸ ਨੇ ਔਰ ਕੀ ਪੋਜ਼ਿਟਿਵਸ ਨੇ, ਇਹਨਾਂ ਦੇ ਬਾਰੇ ਉਹਨੂੰ ਸੋਝੀ ਹੋਈ ਜਾ ਰਹੀ, ਕਿਉਂਕਿ ਉਹਨੂੰ ਐਨਕ ਨਜ਼ਰੀਆ ਮਿਲ ਚੁੱਕਾ ਹੋਇਆ। ਹਉਮੈ ਜਾਏ ਸਮਾਇਆ, ਉਹ ਅੰਦਰ ਨਾਨਕ ਬੱਧਾ ਘਰ ਤਾਂ, ਜਿੱਥੇ ਮਿਰਤ ਨਾ ਜਨਮ ਜ਼ਰਾ। ਕਿੱਥੇ ਸਮਾਇਆ? ਗੁਰ ਤੇ ਮਹਿਲ ਪ੍ਰਾਪਤ, ਅੰਦਰ ਦਾ ਉਹਨੂੰ ਮਹਿਲ ਪ੍ਰਾਪਤ ਹੋ ਗਿਆ, ਉੱਥੇ ਦੀ ਵਨਨੈਸ ਉਹ ਪ੍ਰਾਪਤ ਕਰਦਾ ਹੈ। ਆਪਣੀ ਮੱਤ ਤੇ ਬਾਹਰ ਛੋੜ ਆਇਆ, ਉਹ ਹਉਮੈ ਛੋੜ ਦਿੱਤੀ ਉਹਨੇ। ਆਵਣ ਜਾਣੈ ਪਰਜ ਵੀ ਕੋਈ, ਉਹਨੂੰ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਜੇਕਰ ਮੈਂ ਆਵਣ ਜਾਣ ਵਿੱਚ ਪੈਂਦਾ ਹਾਂ, ਭਾਵ ਮੇਰੇ ਅੰਦਰ ਦੀ ਸ੍ਰਿਸ਼ਟੀ, ਜਿਤਨੀ ਮੇਰੀ ਪ੍ਰਜਾ ਹੈ, ਜਿਹੜੀ ਮੈਂ ਕੂੜ ਰਾਜਾ ਕੂੜ ਪ੍ਰਜਾ ਬਣਾਈ ਹੈ, ਉਹ ਸਾਰਾ ਕੁਝ ਖੁਆਰ ਹੁੰਦਾ ਰਹਿੰਦਾ, ਗੜਬੜ ਹੁੰਦਾ ਰਹਿੰਦਾ। ਅਸੀਂ ਸ਼ਬਦ ਨੂੰ ਲੜੀਵਾਰ ਆਪਣੇ ਤੇ ਹੀ ਟੁਕਾ ਕੇ ਆਈ ਜਾਵਾਂਗੇ ਨਾ, ਤਾਂ ਫਿਰ ਇਹਦੇ ਅਰਥ ਆਪਣੇ ਹੀ ਕਰਾਂਗੇ। ਵੀ ਮੇਰੇ ਅੰਦਰ ਦੀ ਪ੍ਰਜਾ ਇਸ ਤਰ੍ਹਾਂ ਖੁਆਰ ਡਿਸਟਰਬ ਹੁੰਦੀ ਹੈ। ਫਰਜ਼ ਕਰੋ ਮੈਨੂੰ ਕਿਸੇ ਨੇ ਗਾਲ ਕੱਢੀ,
ਹੁਣ ਮੇਰੇ ਅੰਦਰ ਦੀ ਪ੍ਰਜਾ ਡਿਸਟਰਬ ਹੋ ਗਈ, ਮੈਂ ਉਹ ਗੱਲ ਐਕੂਮੂਲੇਟ ਕਰਕੇ ਆਪਣੇ ਚਿੱਤ ਅੰਦਰ ਰੱਖ ਲਈ, ਆਪਣੀ ਮੈਮਰੀ 'ਚ ਰੱਖ ਲਈ। अच्छा, कोई तरक्की कर गया, मैं अपने एक होर जैलसी वाला मामला रख लिया, फिर इस तरीके दे नाल किसी ने बुरा कीता सी ओदा ओ रख लिया। ए सारा जो कुछ करदा मैं अंदरों इन्हां नाल ही ते डिस्टर्ब होंदा हूं। ए वाली जिहड़ी प्रजा मैं अंदर दी बनाई है ना, एदी ना ओनू सारी समझ आ रही है, आवन जाना है ਜਿਹੜਾ ਪਿੱਛੇ ਉਹਨੇ ਨਿਵਾਰਿਆ ਸੀ ਨਾ, ਉਹਦੇ ਬਾਰੇ ਐਕਸਪਲੇਨ ਕਰ ਰਹੇ ਨੇ। ਉਹਨੂੰ ਇਹ ਰਿਅਲਾਈਜੇਸ਼ਨ ਹੈ, ਇਹਦੇ ਨਾਲ ਅੰਦਰ ਦੀ ਪ੍ਰਜਾ ਸਾਰੀ ਖੁਆਰ ਹੁੰਦੀ ਹੈ। ਬਿਨ ਸਤਿਗੁਰ ਥਿਰ ਕੋਈ ਨਾ ਹੋਈ, ਨਾ ਉਹ ਆਪ ਥਿਰ ਰਹਿੰਦਾ ਹੈ, ਨਾ ਉਹਦੇ ਅੰਦਰ ਦੀ ਪ੍ਰਜਾ ਥਿਰ ਰਹਿੰਦੀ ਹੈ। ਉਹਦਾ ਅੰਦਰ ਕੁੱਤਾ, ਅੰਦਰ ਵਾਲਾ ਕੁੱਤਾ ਉਹ ਨਹੀਂ ਰਹਿੰਦਾ, ਵਫਾਦਾਰ ਨਹੀਂ ਰਹਿੰਦਾ। ਅੰਦਰ ਵਾਲਾ ਕੁੱਤਾ ਦੁਆਰੇ ਦੁਆਰ ਸੁਆਨ ਜੋ ਡੋਲਤ ਹੋ ਜਾਂਦਾ ਹੈ। ਅੰਦਰ ਦੀ ਜਿਹੜੀ ਜੀਭ ਹੈ, ਉਹ ਵਾਲਾ ਜੀਭ ਦੀ ਮੱਛੀ ਵਾਲੀ ਗੇਮ ਚਾਲੂ ਹੋ ਜਾਂਦੀ ਹੈ। ਅੰਦਰ ਵਾਲੇ ਹਾਥੀ ਦੀ ਆਪਣੀ ਖੇਡ ਸ਼ੁਰੂ ਹੋ ਜਾਂਦੀ ਹੈ। ਇਸ ਤਰੀਕੇ ਦੇ ਨਾਲ ਇਹ ਸਾਰੇ ਡਿਸਟਰਬ ਹੋ ਜਾਂਦੇ ਨੇ, ਮਤਲਬ ਫੁੱਲੀ ਉਹ ਫਰੋਮ ਇਨਸਾਈਡ ਐਂਡ ਫਰੋਮ ਆਊਟਸਾਈਡ ਜੀਓ ਮੈਲੇ। ਆਊਟਸਾਈਡ ਵੀ ਹੋ ਗਿਆ ਤਾਂ ਹੁਣ ਕੀ ਹੈ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੋ ਹੈ ਆ ਰਿਹਾ। ਇਹ ਹੁਣ ਬਾਹਰੋਂ ਨਿਰਮਲ ਕੀ ਹੋ ਰਿਹਾ, ਦਿਖਾਵੇ ਦਾ ਬਾਹਰੋਂ ਕਰ ਰਿਹਾ। ਉਹ ਹਿਪੋਕਰੇਟ ਹੋ ਚੁੱਕਾ ਹੋਇਆ ਹੈ, ਉਹ ਆਪਣਾ ਜੀਵਨ ਹਾਰਦਾ ਹੈ। ਉਹ ਗਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਕਰਦਾ, ਉਹ ਮਨ ਹੋਰ ਮੁਖ ਹੋਰ ਕਰਦਾ, ਦਿਖਾਵਾ ਕੁਝ ਹੋਰ ਕਰਦਾ ਹੈ, ਪਰ ਅੰਦਰੋਂ ਸਾਰਾ ਡਿਸਟਰਬ ਹੁੰਦਾ। ਦਿਖਾਵੇ ਦੇ ਧਰਮੀ ਭੇਖ ਵੀ ਧਾਰ ਲੈਂਦਾ, ਦਿਖਾਵੇ ਦੀ ਲਗਜ਼ਰੀ ਵੀ ਮਾਣ ਲੈਂਦਾ, ਦਿਖਾਵੇ ਦੇ ਵਿਟਾਮਿਨਸ ਔਰ ਸਾਰੇ ਨਿਊਟ੍ਰੀਐਂਟਸ ਵਾਲੇ ਫੂਡ ਵੀ ਖਾ ਲੈਂਦਾ, ਸਭ ਕੁਝ ਕਰ ਲੈਂਦਾ, ਪਰ ਅੰਦਰੋਂ ਰਹਿੰਦਾ ਡਿਸਟਰਬ ਹੈ। ਉਹਦਾ ਰਹਿੰਦਾ ਅੰਦਰ ਕਲ ਜੁਗੀ ਹੈ। ਉਹ ਇੱਕ ਪ੍ਰਜਾ ਜਿਹੜੀ ਉਹਦੀ ਡਿਸਟਰਬ ਰਹਿੰਦੀ ਸੀ ਨਾ, ਉਹਨੂੰ ਸਮਝ ਆ ਗਈ ਨਾ ਮੈਂ ਥਿਰ ਰਹਿੰਦਾ, ਨਾ ਮੇਰੇ ਅੰਦਰ ਦੀ ਪ੍ਰਜਾ ਥਿਰ ਰਹਿੰਦੀ ਹੈ। ਬਿਨ ਸਤਿਗੁਰ ਥਿਰ ਕੋਈ ਨਾ ਹੋਈ, ਉਹਦਾ ਕੁਝ ਵੀ ਸਟੇਬਲ ਨਹੀਂ ਰਹਿੰਦਾ, ਅਨਸਟੇਬਲ ਹੋ ਜਾਂਦਾ। ਉਹਨੂੰ ਕਹਿੰਦੇ ਨੇ ਕਿਆ ਨਰ ਤੈ ਪੁਰਾਣ ਸੁਣ ਕੀ ਨਾ, ਅਨ ਪਾਵਨੀ ਭਗਤ ਨਹੀਂ ਉਪਜੀ, ਭੁੱਖੇ ਦਾਨ ਨਾ ਦੀਨਾ, ਮਨ ਭੁੱਖੇ ਨੂੰ ਸੰਤੋਖ ਦਾ ਦਾਨ ਦਿੱਤਾ ਨਹੀਂ। ਕਲ ਯੁੱਗ ਦੀ ਅਵਸਥਾ ਹੈ, ਸੰਤੋਖ ਦਾ ਦਾਨ ਦੇਣ ਵਾਸਤੇ ਦੇਣ ਤੋਂ ਬਾਅਦ ਉਹਨੂੰ ਸਤਜੁਗ ਅਵਸਥਾ ਪ੍ਰਾਪਤ ਹੋਣੀ ਸੀ। ਕਲ ਯੁੱਗ ਰਥ ਅਗਨ ਕਾ ਹੋ ਜਾਂਦਾ ਹੈ, कूड़ अगे रथवाओ। सतयुग ये सतयुग रथ संतोख का हो जाता है। संतोख होने दिता कोई नहीं, जे संतोख ना दियो तां डिस्टर्ब होंदे ने। बिन सतगुर थिर कोई ना होई, अनस्टेबल हो जाता है। अनपावनी भगत नहीं उपजी, अनपावनी मीन्स स्टेबिलिटी वाली तेनू स्टेट ऑफ माइंड बनी ही नहीं। अंतरजोत ਉਹਨੂੰ ਹੁਣ ਦੱਸਿਆ ਗਿਆ ਬਈ ਤੂੰ ਜੋਤ ਸਰੂਪ ਹੈ, ਤੂੰ ਆਪਣੀ ਮਨ ਮਰਜ਼ੀ ਕਰਦਾ, ਤੂੰ ਜਮਾ ਵਾਲੀ ਮਤ ਵਾਈਸਿਸ ਦੇ ਨਾਲ ਸਾਨੂੰ ਸਾਰਾ ਅਟਰੈਕਟ ਕਰਦਾ ਰਹਿੰਦਾ। ਸਾਰਾ ਅੰਦਰ ਦਾ ਕੂੜ, ਰਾਜਾ ਕੂੜ, ਪ੍ਰਜਾ ਕੂੜ, ਸਭ ਸੰਸਾਰ ਤੂੰ ਬਣਾਈ ਹੋਈ ਹੈ, ਸਾਰੇ ਅੰਦਰ ਡਿਸਟਰਬ ਨੇ। ਅੰਦਰੋਂ ਸਾਰੀ ਹਰਿਆਵਲ ਗਾਇਬ ਹੈ। ਉਹਨੂੰ ਕਹਿੰਦੇ ਨੇ ਹਰ ਕਾ ਨਾਮ ਤੇ ਆਏ ਕਿ ਹੋ ਹਰਿਆ ਪਾਈ। ਠੀਕ ਹੈ, ਫਿਰ ਹਰੀ ਕਰ ਲੈ। ਕਦੋਂ? ਜਦੋਂ ਤੈਨੂੰ ਸਮਝ ਆਏ ਕਿ ਤੇਰੇ ਕੋਲ ਜੋਤ ਹੈ। ਜੋਤ ਕਿਹੜੀ ਹੈ? ਰੱਬ ਜੀ, ਮਨ ਹਰ ਜੀ ਤੇਰੇ ਨਾਲ ਹੈ। अंतरजोत शब्द सुख वसिया। अंतर दी जोत दे नाल ना उन्हें अपना दीवा जोड़ के बाल लिया, ज्योति जोत मिलाया, उन्हें वननेस प्राप्त कर ली। किने जेड़ा मन अपनी कूड़ वाली सारी छड़ के हुनो सच तां पर जानिए जारी दे सच्चा होए, फिर उन्हें सारी अवस्था दी वापर दी है। ज्योति जोत मिलाया, सूरज किरण मिली, जल कर जल हुआ राम, ज्योति जोत रली, संपूर्ण थी आराम। उन अंदर जा रहे ना, जदों महल दे अंदर चला गया ना, उथे मर्जी हो गया, संपूर्ण नाल मिल गया। जदों अंदर मिल गया, नानक बद्दा करता जिथे मिरत ना जन्म जरा, ना मरदा है पल पल, ना ਉਹਨੂੰ ਦੁਨਿਆਵੀ ਦੇਖਣ ਵਾਲਾ ਜਿਹੜਾ ਬੁਢਾਪਾ ਜਿਹਦੇ ਸਿਰ ਕੰਪਿਓ ਪੱਗ ਡਗਮਗਿਆ ਹੁੰਦਾ, ਨਾ ਉਹ ਰਹਿੰਦਾ ਹੈ, ਨਾ ਮਿਰਤ ਨਾ ਜਨਮ, ਨਾ ਮੁੜ ਕੇ ਪਲ ਪਲ ਜਨਦਾ ਮਰਦਾ ਹੈ, ਤੇ ਨਾ ਜ਼ਰਾ ਨਾ ਉਹਨੂੰ ਉਹ ਵਾਲਾ ਬੁਢਾਪਾ ਰਹਿੰਦਾ ਹੈ। ਅੰਤਰ ਜੋਤ ਸ਼ਬਦ ਸੁਖ ਵਸਿਆ, ज्योति जोत मिलाया, महल ਦੇ ਅੰਦਰ चला गया गुर का शब्द कमा के। हाँ जी, ਧੰਨਵਾਦ ਵੀਰ ਜੀ, ਬੜੇ ਸੋਹਣੇ ਤਰੀਕੇ ਨਾਲ ਆਪ ਜੀ ਨੇ ਸਮਝਾਣਾ ਕੀਤਾ। ਸ਼ਬਦ ਮਰੋ ਫਿਰ ਜੀਵੋ ਸਾਦੀ, ਤਾਂ ਫਿਰ ਮਰਨ ਨਾ ਹੋਈ। ਸ਼ਬਦ ਦੇ ਰਾਹੀਂ ਮਰ ਜਾਈਏ, ਫਿਰ ਸਦੀਵ ਦਾ ਜੀਵਨ ਮਿਲ ਜਾਏਗਾ। ਹੁਣ ਸਰੀਰਿਕ ਤਲ ਤੇ ਸਾਨੂੰ ਸਦੀਵ ਦਾ ਜੀਵਨ ਨਹੀਂ ਮਿਲ ਸਕਦਾ, ਲੇਕਿਨ ਗੁਰੂ ਦੇ ਸ਼ਬਦ ਨਾਲ ਮਨ ਜੁੜ ਕੇ ਇੱਕਮਿਕ ਹੋ ਸਕਦਾ ਹੈ, ਸਦੀਵ ਤੌਰ ਤੇ ਅਸੀਂ ਜੀ ਸਕਦੇ ਹਾਂ। ਧੰਨਵਾਦ ਆਪ ਜੀ ਦਾ। ਅੱਜ 2 ਪਦਿਆਂ ਦਾ ਪਾਠ ਹੋਇਆ।
ਹਾਲਾਂਕਿ ਪਾਠ ਦੇ ਸਮਾਂ ਬਚਿਆ ਥੋੜਾ, ਲੇਕਿਨ ਸਵਾਲ ਆਏ ਹੋਏ ਹਨ ਤੇ ਅੱਜ ਸਵਾਲਾਂ ਨੂੰ ਥੋੜਾ ਜਿਹਾ ਸਮਾਂ ਦੇ ਕੇ ਅਸੀਂ ਚੱਲਦੇ ਹਾਂ। 2 ਪਦਿਆਂ ਦਾ ਪਾਠ ਹਰਵਿੰਦਰ ਵੀਰ ਜੀ ਨੂੰ ਬੇਨਤੀ ਹੈ ਕਿ ਹਰਵਿੰਦਰ ਵੀਰ ਜੀ ਗਾਇਨ ਕਰ ਲੈਣ 2 ਪਦਿਆਂ ਦਾ ਪਾਠ, ਫਿਰ ਪਾਠ ਸੈਸ਼ਨ ਦੀ ਸਮਾਪਤੀ ਹੈ। ਜੀ ਹਰਵਿੰਦਰ ਵੀਰ ਜੀ। ਆਵਣ ਜਾਣਾ ਸ਼ਬਦ ਨਿਵਾਰੇ, ਸੱਚ ਨਾਮ ਰੱਖੈ ਉਰ ਧਾਰੇ, ਗੁਰ ਕਹਿ ਸ਼ਬਦ ਮਰਹਿ ਮਨ ਮਾਰੇ, ਹਉ ਮਹਿ ਜਾਏ ਸਮਾਇਆ, ਆਵਣ ਜਾਣੈ ਪਰਜ ਵਿਗੋਈ, ਬਿਨ ਸਤ ਗੁਰ ਫਿਰ ਕੋਇ ਨਾ ਹੋਈ, ਅੰਤਰ ਜੋਤ ਸ਼ਬਦ ਸੁਖ ਵਸਿਆ, ਜੋਤੀ ਜੋਤ ਮਿਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜੀ, ਬੜੀ ਰਸ ਭਿੰਨੀ ਆਵਾਜ਼ ਵਿੱਚ ਆਪ ਜੀ ਨੇ ਗਾਇਨ ਕੀਤਾ, ਧੰਨਵਾਦ ਆਪ ਜੀ ਦਾ। ਜੀ ਤਜਿੰਦਰ ਵੀਰ ਜੀ ਸਵਾਲ ਲੈ ਲਿਆ ਜੀ। ਜੀ ਵੀਰ ਜੀ ਧੰਨਵਾਦ। ਵੀਰ ਜੀ ਅੰਗਦ ਸਿੰਘ ਵੀਰ ਜੀ ਹੈਗੇ ਨੇ ਅਮਰੀਕਾ ਤੋਂ, ਉਹਨਾਂ ਨੇ ਚੈਟ ਬਾਕਸ ਵਿੱਚ ਹੀ ਪਾਤਾ ਹੈ ਔਰ ਸਕਰੀਨ ਤੇ ਵੀ ਆ ਜਾਏਗਾ। ਤੇ ਉਹ ਕੁਐਸਚਨ ਉਹਨਾਂ ਦਾ ਹੈਗਾ ਕਿ ਜਦ ਕਿਸੇ ਦਾ ਬੱਚਿਆਂ ਦਾ ਜਾਂ ਕਿਸੇ ਦਾ ਰੇਪ ਹੋ ਜਾਂਦਾ ਹੈ ਕਿ ਉਹ ਗੁਰੂ ਦਾ ਪਾਣਾ ਹੈਗਾ ਜਾਂ ਰੱਬ ਦਾ। ਤੇ ਭੁਪਿੰਦਰ ਵੀਰ ਜੀ ਇਸ ਜਾਂ ਸਕਰੀਨ ਤੇ ਆ ਗਿਆ ਭੁਪਿੰਦਰ ਵੀਰ ਜੀ, ਇਸ ਬਾਬਤ ਆਪ ਜੀ अंगद जी ने बोलो ऑन करके आप पूछ लें सवाल। जी अंगद ਵੀਰ ਜੀ, आप जी दी ऑडियो ऑन है, आप जी प्लीज यू कैन आस्क। आप जी ने ऑडियो ऑन करनी पेगी ਵੀਰ ਜੀ। हेलो जी ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਵੀਰ ਜੀ। ਉਹੀ ਮੇਰਾ ਉਹੀ ਸਵਾਲ ਸੀਗਾ ਜਿਹੜਾ ਮੈਂ ਚੈਟ ਬਾਕਸ ਵਿੱਚ ਪਾਇਆ ਸੀ ਕਿ ਜਿਵੇਂ ਤਿੰਨੋਂ ਹੈਗੇ, ਜਿਵੇਂ ਗੁਰ ਦਾ ਪਾਣਾ ਜਾਂ ਰੱਬ ਦਾ ਪਾਣਾ ਤੇ ਮਨ ਦਾ ਪਾਣਾ, ਉਹਦੇ ਚ ਕੀ ਫਰਕ ਹੈਗਾ ਮੇਨਲੀ? जी ਵੀਰ ਜੀ। ਭੁਪਿੰਦਰ ਵੀਰ ਜੀ ਆਪ ਜੀ ਇਸ ਬਾਬਤ ਵਿਚਾਰ ਦੇ ਦਿਓ। ਅੱਛਾ ਜੀ, ਤੁਸੀਂ ਮੇਰੇ ਨਾਲ ਸਟੇ ਕਰਨਾ ਤੇ ਅਸੀਂ ਇੱਕ ਇੱਕ ਕੁਐਸਚਨ ਲੈ ਕੇ ਚੱਲੀਏ ਕਿ ਪੂਰਾ ਤੁਸੀਂ ਪਹਿਲਾਂ ਇਕੱਠਾ ਪੜ੍ਹਨਾ ਚਾਹੁੰਦੇ ਹੋ? ਅੰਗਦ ਵੀਰ ਜੀ। ਹੈਲੋ, अच्छा ਤੁਹਾਡਾ ਪਹਿਲਾ क्वेश्चन है, मैं जी चलदा गुर का पाना ते रब का पाना च की फर्क है? देखो, रब कॉन्सेप्ट गुरमती च है क्रिएटिव, करता पुरख। रब कॉन्सेप्ट है मनुख नूं इंसानियत भरपूर जीवनी सिखाण वास्ते। रब कॉन्सेप्ट है आइडियल्स दी सोर्स। रब कॉन्सेप्ट है सारी बाहरली सृष्टि तो सजी हुई है रब मुताबक, पर मेरे अंदर दी सृष्टि नहीं सजी हुई। अंदर दी सृष्टि में गड़बड़ की हुई है, कूड़ राजा कूड़ प्रजा कीता है। सो हुन रब का पाना इज ऑलवेज 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 असी पॉजिटिव सेंस विच लवांगे कि रब चाहता सारे सुखी रहन, कि रब चाहता है सारिਆਂ ਨੂੰ रोटी मिले, कि रब चाहता सारिਆਂ ਨੂੰ शेल्टर मिले, कि रब चाहता सब ਨੂੰ सब ਦਾ हक मिले, रब चाहता सब ਦੇ ਨਾਲ ਨਿਆਂ ਹੋਵੇ। इस तरीके ਦੇ ਨਾਲ ਅਸੀਂ ਇਸ ਤਰ੍ਹਾਂ मैं क्विक एग्जांपल बनाई जा रहे कि ए रब का पाना है। अच्छा, गुर का पाना ਅਸੀਂ ਕਹਿੰਦੇ ਹਾਂ गुर परमेश्वर एको जान
ਔਰ ਜਨਰਲ ਟਰਮ ਵਿੱਚ ਜਦੋਂ ਅਸੀਂ ਯੂਜ਼ ਵੀ ਕਰਦੇ ਹਾਂ, ਕਈ ਵਾਰੀ ਅਸੀਂ ਕਹਿੰਦੇ ਹਾਂ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਤਾਂ ਰੱਬ ਹੀ ਤੇ ਸਤਿਗੁਰ ਦਾ ਸੁਨੇਹਾ ਦਿੰਦਾ, ਉਹਨੂੰ ਗੁਰ ਪ੍ਰਸਾਦ ਕਹਿੰਦੇ ਨੇ, ਉਹ ਗੁਰ ਪ੍ਰਸਾਦ ਦਿੰਦਾ ਹੈ। ਸੋ ਇਹਦਾ ਮਤਲਬ ਗੁਰ ਕਾ ਪਾਣਾ ਉਹੀ ਸੁਨੇਹਾ ਹੈ ਜੋ ਰੱਬ ਕਾ ਪਾਣਾ ਹੈ, ਉਹਦਾ ਹੀ ਸੁਨੇਹਾ ਸਾਨੂੰ ਕਨਵੇ ਹੋ ਰਿਹਾ ਹੈ। ਜਿਉਂ ਜਿਉਂ ਅਸੀਂ ਬਾਣੀ ਪੜ੍ਹਦੇ ਜਾਂਦੇ ਹਾਂ, ਮੈਂ ਨਹੀਂ ਕਹਿ ਸਕਦਾ ਕਿ ਹੋਰ ਧਰਮਾਂ ਦੇ ਗ੍ਰੰਥ ਉਹ ਪੜ੍ਹ ਕੇ ਸਿੱਖਦੇ ਨੇ ਕਿ ਨਹੀਂ ਸਿੱਖਦੇ ਨੇ, ਮੈਂ ਉਸ ਚੈਪਟਰ ਵਿੱਚ ਨਹੀਂ ਜਾ ਰਿਹਾ। ਮੈਂ ਇਹ ਸਿੱਖ ਰਿਹਾ ਕਿ ਬਚਪਨ ਤੋਂ, ਕਿਉਂਕਿ ਆਪਣੇ ਘਰਾਂ 'ਚ ਤੇ ਅਸੀਂ ਬਾਣੀ ਪੜ੍ਹਦੇ ਹਾਂ, ਅੱਛਾ ਜਿਉਂ-ਜਿਉਂ ਬਾਣੀ ਪੜ੍ਹਦੇ ਜਾਂਦੇ ਹਾਂ ਸਾਨੂੰ ਇਹ ਬਾਣੀ ਪੜ੍ਹ ਕੇ ਰੱਬ ਕਾ ਭਾਣਾ ਸਮਝ ਆਉਂਦਾ ਜਾਂਦਾ ਹੈ। ਗੁਰ ਕਾ ਪਾਣਾ ਤੇ ਰੱਬ ਕਾ ਪਾਣਾ 'ਚ ਕੀ ਫਰਕ ਹੈ? ਕੋਈ ਫਰਕ ਨਹੀਂ ਹੈ। ਰੱਬ ਕਾ ਪਾਣਾ ਐਕਸਪਲੇਨ ਜਿਹੜਾ ਸਾਨੂੰ ਹੋ ਹੀ ਜਾਂਦਾ ਨਾ, ਜੋ ਅਸੀਂ ਚਾਰੋਂ ਪਾਸੇ ਆਪਣੀ ਇਸ ਸਾਰੀ ਸ੍ਰਿਸ਼ਟੀ ਨੂੰ ਦੇਖਦੇ ਹੋਇਆ, ਸਾਰੇ ਲੋਕਾਂ ਨੂੰ ਦੇਖਦੇ ਹੋਇਆ, ਡਾਈਵਰਸਿਟੀ 'ਚ ਰਹਿੰਦੇ ਹਾਂ, ਹਿੰਦੂ ਮੁਸਲਮਾਨ ਸਿੱਖ ਈਸਾਈ ਜੈਨੀ ਬੋਧੀ ਅਮੀਰ ਗਰੀਬ ਸ਼ਰੀਫ, ਜਬ ਸਾਰੀ ਜਿਤਨੀ ਵੀ ਜੀ ਜੰਤ ਨੇ ਸਭ ਨੂੰ ਦੇਖ ਕੇ ਜਿਹੜਾ ਸਾਨੂੰ ਉਹਦੇ ਚੋਂ ਮੈਸੇਜ ਮਿਲਦਾ ਜਾ ਰਿਹਾ ਨਾ, ਬਾਣੀ ਪढ़ के आंख मिलती जा रही है, रब का पाना। सो रब का पाना और गुरु का पाना इज वन एंड द सेम थिंग। अते मन दा पाना की है? थर्ड ਤੁਹਾਡਾ ਸੈਕਿੰਡ ਕੁਐਸਚਨ ਹੈ, ਅਤੇ ਮਨ ਦਾ ਪਾਣਾ ਕੀ ਹੈ? ਮਨ ਦਾ ਪਾਣਾ ਹੈ, ਮਨ ਚੜ੍ਹਦੀ ਕਲਾ 'ਚ ਨਹੀਂ ਰਹਿੰਦਾ, ਮਨ ਖੇੜੇ 'ਚ ਨਹੀਂ ਰਹਿੰਦਾ। ਮਨ ਦਾ ਪਾਣਾ ਹੈ ਇਹ ਜਮਾਵਾਦੀ ਮਤ ਵਾਈਸਿਸ ਲੈ ਕੇ ਬੜਾ ਖੁਸ਼ ਹੁੰਦਾ ਹੈ। ਮਨ ਵਾਈਸਿਸ ਦੇ ਕਾਰਨ ਆਪਣੇ ਸਾਰੇ ਅੰਗਾਂ ਨੂੰ ਵੀ ਉਹ ਸਵਾਦਾਂ ਦੇ ਚੱਕਰਾਂ ਵਿੱਚ ਪਾਈ ਰੱਖਦਾ ਹੈ। ਮਨ ਕਾ ਪਾਣਾ ਹੈ ਇਹਦੇ ਅੰਦਰ ਦੇ ਸਾਰੇ ਜੀਆਂ ਜਨਤਾ ਨੂੰ ਦੁਖੀ ਰੱਖਦਾ ਹੈ। ਮਨ ਕਾ ਪਾਣਾ ਹੈ ਇਹਦੇ ਅੰਦਰ ਖੇੜਾ ਨਹੀਂ ਰਹਿੰਦਾ, ਇਹਦੇ ਅੰਦਰ ਹਰਿਆਵਲ ਨਹੀਂ ਰਹਿੰਦੀ। ਮਨ ਚੰਗੀ ਸੋਚ ਨਹੀਂ ਸੋਚਦਾ, ਮਨ ਲੋਕਾਂ ਨਾਲ ਵਿਤਕਰਾ ਕਰਦਾ ਹੈ। ਮਨ ਚਾਹੁੰਦਾ ਮੈਂ ਰਾਜਾ ਹਾਂ, मन दूसरे ਨੂੰ डोमिनेट करने की कोशिश करता है, तो जिसके अंदर राजवंश हो नरकपाती हो बसवान। मन का पाना इज ऑलवेज नेगेटिव, जिदे कारण मेरा जेड़ा सारा शरीर है वो कल युगी बन जाता है, वो कल कलेश वाला बन जाता है, और मेरे कारण मैं अपने अंदर एक नरक क्रिएट कर लेंदा। मनमुख गर्भ जूनी नित पौंदा जी, जितने नरक सो मन मुख भोग है वो मेरे मन का पाना, और मैं पल पल जमदा मरदा आवागमन वाला ये मेरे मन का पाना है। ये कारण मेरी बॉडी डिस्टर्ब है, मेरे अंदर दा नरक है, हुन मैं बाहर नरक बनावांगा। किस तरह? मेरे पति पत्नी वोटी बच्चे सारे रिश्तेदार ए दुनिया सारे नाल मैं मिसबिहेव करांगा, राह जांदे नाल मैं पंगे लांगा, मैं बैसा करांगा, मैं लोगों नूं गालां कड्डांगा, मैं तेर मेर करांगा, मैं किसी नूं माफ नहीं करांगा, मैं किसी दे नाल मेरे 99 गुण मिलदे होणगे तां मैं ओदे नाल चलन नूं तैयार नहीं, क्योंकि तेरे नाल मेरा एक ख्याल नहीं मिलदा। ये सब मन का पाना है। पर गुर का पाना, रब का पाना, फर्ज करो बीठल, बीठल लफज नूं मैं जदों समझिया तो मजा आ गया। बीठल का मतलब है जो मूर्ख को भी गले लगा लेता है, ओनू बीठल। विष्ठल लफज दा ये रब दा गुण है, ये रब का पाना है। क्यों मूर्ख नूं भी अपने तो दूर नहीं करता है, क्योंकि ਉਹਦੇ ਵਾਸਤੇ ਤਾਂ ਸਾਰੇ ਉਹਦੇ ਨੇਕ ਪਿਤਾ ਇੱਕ ਅਸਕੇ ਮੁਬਾਰਕ ਸਾਰੇ ਰੱਬ ਜੀ ਦੇ ਬੰਦੇ ਨੇ। ਉਹ ਕਿਸੇ ਨੂੰ ਮੂਰਖ ਸਮਝਦਾ ਹੀ ਨਹੀਂ ਹੈ, ਉਹਨੇ ਕਿਸੇ ਨੂੰ ਮੂਰਖ ਬਣਾਇਆ ਹੀ ਨਹੀਂ ਹੈ, ਨਾ ਕੋ ਮੂਰਖ ਨਾ ਕੋ ਸਿਆਣਾ। ਉਹਨੇ ਕਿਸੇ ਨੂੰ ਮੂਰਖ ਨਹੀਂ ਬਣਾਇਆ ਤੇ ਕਿਸੇ ਨੂੰ ਸਿਆਣਾ ਬਣਾ ਕੇ ਜੱਫੀ ਨਹੀਂ ਪਾਈ ਹੋਈ, ਕਿਸੇ ਨੂੰ ਜ਼ਿਆਦਾ ਨੰਬਰ ਨਹੀਂ ਦਿੰਦਾ, ਕਿਸੇ ਨੂੰ ਸਰਟੀਫਿਕੇਟਸ ਨਹੀਂ ਦਿੰਦਾ, ਕਿਸੇ ਨੂੰ ਅਥਾਰਟੀ ਨਹੀਂ ਦਿੰਦਾ ਕਿ ਤੂੰ ਧਰਮ ਦਾ ਠੇਕੇਦਾਰ ਹੈ, ਤੂੰ ਲੋਕਾਂ ਨੂੰ ਫਤਵੇ ਦੇ ਸਕਦਾ ਹੈ, ਤੂੰ ਕਿਸੇ ਨੂੰ ਪੰਥ ਚੋਂ ਕੱਢ ਸਕਦਾ ਹੈ, तू किसी को फांसी दे सकता है। नहीं, ऐसा नहीं, ये रब का पाना नहीं है। सो एनीवेज असी वापस आइए कि मन का पाना दे कारण मैं डिस्टर्ब होया। जे मेरा मन जोत स्वरूप वाला मन, तू जो स्वरूप है अपना मूल पछाण, वो वाली गल सारी समझ लवे, ਤਾਂ ਅੰਦਰ ਵਸਦਾ ਰੱਬ, ਅੰਦਰ ਵਸਦੇ ਰੱਬ ਦਾ ਸੁਨੇਹਾ ਗੁਰੂ, ਇਹ ਦੋਨਾਂ ਨੂੰ ਲੈ ਕੇ ਉਹ ਮਨ ਕਾ ਪਾਣਾ। ਰਾਜ ਤੇ ਮੇਰੇ ਮਨ ਨਹੀਂ ਕਰਨਾ ਹੈ ਨਾ, ਇਸ ਸਰੀਰ ਦਾ ਰਾਜਾ ਚਾਲਕ ਤੇ ਮਨ ਹੀ ਹੈ।
मन सत ए गुर का पाना रब का पाना अनुसार जीण लग पैंदा है, जे नहीं जींदा ਤਾਂ ਉਹ ਮਨ ਕਾ ਭਾਣਾ ਬੋਦਰ ਕਰਦਾ ਹੈ। ਉਹਨੂੰ ਕਹਿੰਦੇ ਨੇ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਪਾਣੇ ਵਿੱਚ ਆਵੇ। ਗੁਰ ਕਾ ਪਾਣਾ ਕੀ ਹੈ? ਰੱਬ ਕਾ ਪਾਣਾ। ਗੁਰ ਕਾ ਪਾਣਾ ਕੀ ਹੈ ਕਿ ਰੱਬ ਕਿਹੜੇ ਕਨਸੈਪਟਸ ਨੇ, ਰੱਬ ਕਿਹੜੇ ਪੋਜ਼ਿਟਿਵਸ ਨੇ, ਰੱਬ ਕਿਹੜੀਆਂ ਵਰਚੂਸ ਦੀ ਸੋਰਸ ਹੈ, ਇਹ ਉਹ ਗੁਰ ਕਾ ਪਾਣਾ। ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਪਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ ਉਹ ਮਨ ਕਾ ਭਾਣਾ ਤੇ ਹੈ। ਆਪਣੇ ਇਹ ਜਿਹੜਾ ਆਪਣੇ ਹੈ ਨਾ ਬੜਾ ਬੜਾ ਜ਼ਬਰਦਸਤ ਲਫ਼ਜ਼ ਹੈ, ਇਹਨੂੰ ਵਿਚਾਰਨ ਵੇਲੇ ਬੜਾ ਸਾਨੂੰ ਧਿਆਨ ਵੀ ਰੱਖਣਾ। ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੋਟਾ ਖਾਵੇ। ਕਿੱਥੋਂ ਵਿਛੜਦਾ ਹੈ? ਸਤਿਗੁਰ ਤੋਂ ਵਿਛੜ ਜਾਂਦਾ ਹੈ, ਰੱਬ ਤੋਂ ਵਿਛੜ ਜਾਂਦਾ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਜੇ ਉਹ ਬੇਨਤੀ ਕਰੇਗਾ ਮੇਲੋ ਤਾਂ ਫਿਰ ਉਹਨੂੰ ਗੁਰ ਕਾ ਭਾਣਾ ਰੱਬ ਕਾ ਭਾਣਾ ਸਮਝ ਆਏਗਾ। ਫਿਰ ਉਹ ਮਨ ਕਾ ਭਾਣਾ ਮੀਨਸ ਵਾਈਸਿਸ, ਮਨ ਕਾ ਭਾਣਾ ਜੰਮ, ਮਨ ਕਾ ਭਾਣਾ ਅਵਰ ਆਨ ਵਿਡਾਣ। ਮਨ ਕਾ ਭਾਣਾ ਜਦੋਂ ਮਨ ਭੈੜੀ ਮਤ ਲੈਂਦਾ ਨਾ ਉਹਨੂੰ ਕਹਿੰਦੇ ਨੇ ਪਰਤ੍ਰਿਯ। ਅੱਖੀ ਸੂਤਕ ਵੇਖਣਾ ਪਰਤ੍ਰਿਯ ਪਰਧਨ ਰੂਪ। ਪਰਾਇਆ ਕੀ ਹੈ? ਜੰਮ ਵਾਲੀ ਮਤ। ਇਹ ਪਰਤ੍ਰਿਯ ਕੀ ਹੁੰਦਾ ਹੈ? ਭੈੜੀ ਮਤ ਉਹ ਲੈਂਦਾ ਹੈ। ਮਨ ਦਾ ਪਾਣਾ ਕੀ ਹੈ? ਕੀ ਇਹ ਤਿੰਨੋਂ ਅਲੱਗ-ਅਲੱਗ ਹਨ? ਹਾਂਜੀ, ਰੱਬ ਕਾ ਪਾਣਾ ਤੇ ਗੁਰ ਕਾ ਪਾਣਾ ਅਲੱਗ-ਅਲੱਗ ਨਹੀਂ ਹਨ। ਮਨ ਕਾ ਪਾਣਾ ਅਲੱਗ ਹੈ। ਜੇ ਮਨ ਸਤਿਗੁਰ ਕਾ ਭਾਵ ਰੱਬ ਕਾ ਪਾਣਾ ਲੈ ਲਵੇ ਤਾਂ ਇਹ ਤਿੰਨੋਂ ਵਨ ਹੋ ਗਏ, ਜੋਤੀ ਜੋਤ ਰਲੀ ਹੋ ਗਏ। ਮਨ ਨੇ ਗੁਣ ਕੇ ਗੁਣੀ ਸਮਾਵਣਿਆ ਹੋ ਗਿਆ। ਮਨ ਆਪਣੇ ਭਾਣੇ ਉਨੇ ਹੀ ਚੱਲਦਾ ਕਿਉਂਕਿ ਉਹਨੂੰ ਸਮਝ ਆ ਗਿਆ ਆਪਣੇ ਭਾਣੇ ਜੋ ਚੱਲਦਾ ਭਾਈ ਵਿਛੜ ਝੋਟਾ ਖਾਵੇ। ਮੈਂ ਤੇ ਸੱਚ ਦੇ ਮਾਰਗ ਤੋਂ, ਸੱਚ ਦੇ ਕਾਫਲੇ ਤੋਂ, ਵਰਚੂਸ ਦੇ ਕਾਫਲੇ ਤੋਂ ਵਿਛੜ ਜਾਂਦਾ ਹਾਂ। ਮਾਨੋ ਮੈਂ ਰੱਬ ਜੀ ਤੋਂ ਵਿਛੜ ਜਾਂਦਾ ਹਾਂ। ਕਲਯੁਗ ਵਾਪਰ ਜਾਂਦਾ ਹੈ। ਕਲਯੁਗ ਰਥ ਅਗਨ ਕਾ, ਸਾਰੀ ਅੱਗ ਅੱਗ ਹੋਮੇ ਈਗੋ ਹੈ। ਈਗੋ ਹੀ ਮਨ का पाना है। ਵਿਛੜ ਝੋਟਾ ਖਾਨ ਵਾਲਾ ਆਪਣੇ ਭਾਣੇ ਜੋ ਚੱਲੇ ਕੀ ਹੁੰਦਾ ਹੈ। ਇਹ ਤੇ ਪੰਕਤੀ ਅਸੀਂ ਲੈ ਲਈ ਨਾ ਵੀਰ ਜੀ। ਵਿਛੜ ਝੋਟਾ ਖਾਨ ਵਾਲਾ ਆਪਣੇ ਭਾਣੇ ਜੋ ਚੱਲੇ। ਉਹ ਮਨ ਆਪਣੇ ਭਾਣੇ ਜਦੋਂ ਚੱਲਦਾ ਹੈ ਉਹ ਆਪ ਅਤੇ ਆਪਣੇ ਅੰਦਰ ਦੀ ਸਾਰੀ ਸ੍ਰਿਸ਼ਟੀ, ਅੰਦਰ ਦਾ ਸਾਰਾ ਰਾਜ, ਅੰਦਰ ਦੀ ਸਾਰੀ ਪ੍ਰਜਾ ਸਾਰਿਆਂ ਨੂੰ ਖੁਆਰ ਕਰਦਾ ਹੈ। ਇਹੀ ਤਾਂ ਅੱਜ ਆਇਆ ਹੈ। ਅੱਜ ਦੇ ਸ਼ਬਦ ਦੇ ਅੰਦਰ ਇਹ ਜਿਹੜਾ ਪਦਾ ਆਇਆ ਨਾ ਆਮਣ ਜਾਣਾ ਪਰਜ ਵੀ ਗੋਈ, ਆਪਣੇ ਅੰਦਰ ਦੀ ਸਾਰੀ ਪ੍ਰਜਾ ਨੂੰ ਵੀ ਖੁਆਰ ਕਰਦਾ ਹੈ। ਆਪ ਵਿਛੜ ਜਾਂਦਾ ਉਹਨਾਂ ਨੂੰ ਵੀ ਨਹੀਂ ਮਿਲਣ ਦਿੰਦਾ। ਜੇ ਸਤਿਗੁਰ ਦੀ ਮੱਤ ਲੈ ਲੇ ਉਹਨੂੰ ਕਹਿੰਦੇ ਨੇ ਗੁਰ ਸਤਿਗੁਰ ਕੀ ਜਿਸਨੂੰ ਮੱਤ ਆਵੇ ਸੋ ਸਤਿਗੁਰ ਮਾਏ ਸਮਾਨਾ। ਫਿਰ ਉਹ ਜੇ ਇੱਥੇ ਮਰਜ ਹੋ ਜਾਂਦਾ ਮਾਨੋ ਰੱਬ ਨਾਲ ਮਰਜ ਹੋ ਜਾਂਦਾ। ਜੇ ਰੱਬ ਨਾਲ ਮਰਜ ਹੋ ਜਾਂਦਾ ਫਿਰ ਆਪਣੀ ਸਾਰੀ ਸ੍ਰਿਸ਼ਟੀ ਨੂੰ ਵੀ ਮਰਜ ਕਰਾ ਲੈਂਦਾ ਹੈ। ਸਾਰੀ ਸ੍ਰਿਸ਼ਟੀ ਵਾਲੇ ਕਹਿੰਦੇ ਨੇ ਅਸਾਂ ਵੀ ਉੱਥੇ ਜਾਣਾ। अरे भाई तुम जो वहां वननेस प्राप्त किए ना हमें भी साथ ले चलो। सारी प्रजा नाल नाल बिल्कुल उसी वेले सब कुछ क्लियर होता है। रब दा पाना एवरीबॉडी इज प्रॉस्परस लाइफ। गुर दा पाना मैसेंजर दैट कनेक्ट्स विद गॉड। रब दा पाना गुर का पाना ऑलवेज पॉजिटिव। अच्छा ये तुसी अगे विजी लिखिया है। हां जी विजी ਅਸੀਂ ਇਹ ਲਿਖਿਆ ਹੈ। ਵਿਜੀ ਅਸੀਂ ਲਿਖਿਆ ਹੈ। अच्छा जी, अच्छा जी। ਤੁਸੀਂ ਜੋ ਵਿਚਾਰ ਤੁਸੀਂ ਉਸ ਤੋਂ ਬਾਅਦ ਉਹ ਲਿਖਤਾ ਹੈ ਵਿਜੀ ਅਸੀਂ। ਵੀਰ ਜੀ ਮੈਨੂੰ ਨਹੀਂ ਪਤਾ ਕਿ ਤੁਹਾਡੀ ਕੁਐਸਚਨ ਦੀ ਜੋ ਗਹਿਰਾਈ ਹੈ। ਬਾਤ ਹੈ ਕਿ ਥੈਂਕਸ ਅ ਲੋਟ, ਵੈਰੀ ਮਚ ਕਲੀਅਰ, ਵੈਰੀ ਮਚ ਕਲੀਅਰ। ਓ ਥੈਂਕ ਯੂ, ਥੈਂਕ ਯੂ। ਯਾ ਵਿਜੀ ਥੈਂਕਸ ਅ ਲੋਟ ਵਿਜੀ। ਬੂਆ ਜੀ ਇਸ ਦੇ ਨਾਲ ਹੀ ਨਾ ਉਹਨਾਂ ਦਾ ਇੱਕ ਨੈਕਸਟ ਕੁਐਸਚਨ ਸੀਗਾ ਕਿ रेप बारे ते बुआ जी इस बारे और उस रेप दे क्वेश्चन बारे आप जी विचार देना चाहोगे ते बुआ जी प्लीज स्टार्ट करियो, फिर हरविंदर जी तो विचार लेनी है सी जी। जेरा गुर का पाना that too is very very clear by Bhupinder Viji. The next I will not take the answer because my answer is going to be onto the Theosophical Society which does not stand on the Gurmat. So I will like Bhupinder Viji and all to take that answer. वो जी उन्होंने जो सेकंड क्वेश्चन पूछा है कि जब बच्चे किसी दा रेप हो जाता है उस बाबत वो विचार चाहे सनाब जी। हां वो जी ने जवाब दे दिया उसदा जी। ਜਿਹੜਾ ਰੇਪ ਹੋ ਜਾਂਦਾ ਉਹ ਰੱਬ ਦਾ ਪਾਣਾ ਨਹੀਂ ਹੈ, ਉਹ ਮਨ ਦਾ ਪਾਣਾ ਹੈ।
ਠੀਕ ਹੈ, ਰਾਈਟ ਭੂਆ ਜੀ, ਰਾਈਟ। ਤੇ ਫਿਰ ਅਸੀਂ ਅੱਜ ਨੈਕਸਟ ਕੁਐਸਚਨ ਲੈ ਲਈਏ ਸਤਬੀਰ ਵੀਰ ਜੀ। ਹਾਂ, ਹਰਵਿੰਦਰ ਵੀਰ ਜੀ ਕੋਲੋਂ ਜਾਂ ਪਾਣਾ ਉੱਤੇ ਹਰਵਿੰਦਰ ਹਰਵਿੰਦਰ ਵੀਰ ਜੀ ਦੇ ਵੀ ਵਿਚਾਰ ਲੈ ਲਓ ਜੀ। ਹਰਵਿੰਦਰ ਵੀਰ ਜੀ। ਐਕਚੁਅਲੀ ਭੁਪਿੰਦਰ ਵੀਰ ਜੀ ਨੇ ਬਹੁਤ ਕਲੀਅਰ ਕੀਤਾ ਹੈ, ਜਿਹੜਾ ਰੱਬ ਦਾ ਪਾਣਾ, ਗੁਰੂ ਦਾ ਪਾਣਾ, ਇੱਕ ਬਿਲਕੁਲ ਇੱਕਦਮ ਬਿਲकुल उन्होंने क्रिस्प क्लियर किया है। तो आई जस्ट फील लाइक एडिंग कि रब का पाना और गुरु का पाना आर प्री ऑर्डेन्ड, वो कभी बदली नहीं होंगे। जे रब दा पाना है ना, परतरिया रूप ना पेखे नेत्र, मन दा पाना बदली हो सकता है। तेरे मन दा सुभाव पुठा है, कहता माया ममता करते लाई, मन नू रब ने ए बेसिक ए दे के भेजा होया है, लेकिन वो गुरु नू मिल के अपना पाना चेंज कर सकता है। ਅਸੀਂ नॉर्मली ये पाना है क्यों क्वेश्चन क्यों उठ रहा है कि ਜਦੋਂ कोई चीज माड़ी हो जाती है कहना रब दा पाना वरत गया, ऐसा नहीं है। रब नू जो पाउंदा है ना, कहना रब दे हुक्म विच हो रहा है, रब दा हुक्म, रब दे हुक्म, रब दा पाना आर प्री ऑर्डेन्ड। ਹੁਣ ਜੇ ਗੁਰੂ ਕਹਿ ਰਹੇ ਨੇ ਜਿਸ ਅੰਤਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਈ ਭਲਾ, ਹੁਣ ਇਹ ਰੱਬ ਦਾ ਪਾਣਾ, ਇਹ ਰੱਬ ਦਾ ਹੁਕਮ ਤੇ ਪ੍ਰੀ ਆਰਡੇਨਡ ਹੈ। ਹੁਣ ਤੂੰ ਆਪਣੇ ਜਿਹੜਾ ਮਨ ਦਾ ਪਾਣਾ ਹੈ ਨਾ, ਮਨ ਨੂੰ ਪਹਿਲਾਂ ਰੱਬ ਦਾ ਪਾਣਾ ਨਹੀਂ ਸੀ ਪਾ ਰਿਹਾ। ਰੱਬ ਨੂੰ ਪਾਉਂਦਾ ਸੀ ਪਰਤਰਿਆ ਰੂਪ ਨਾ ਪੇਖੇ ਨੇ, ਤੇ ਰੱਬ ਨੂੰ ਪਾਉਂਦਾ ਸੀ ਫਰੀਦਾ ਬੁਰੇ ਦਾ ਭਲਾ ਕਰ। ਮਨ ਨੂੰ ਕੀ ਪਾਉਂਦਾ ਸੀ? ਉਹ ਕਹਿੰਦਾ ਵੀ ਉਹ ਮੈਂ ਤੇ ਇਹ ਕਰ ਦੇਵਾਂਗਾ, ਵੀ ਉਹ ਕਹਿੰਦਾ ਹਾਂ ਬੰਦੋਂ ਹੋ ਸਾਧੋਂ ਪੈਰ ਹਮਰੀ ਹੋਮ ਕੌਣ ਕਾਲੇ ਪੈਰ, ਕੋਈ ਮੇਰੀ ਜ਼ਮੀਨ ਤੇ ਪੈਰ ਤੇ ਰੱਖ ਕੇ ਦਿਖਾਵੇ। ਰੱਬ ਨੂੰ ਕੀ ਪਾਉਂਦਾ ਸੀ? ਕਹਿੰਦਾ ਫਰੀਦਾ ਬੁਰੇ ਦਾ ਭਲਾ ਕਰ। ਮਨ ਦਾ ਭਾਣਾ ਕੈਨ ਗੈਟ ਟਰਾਂਸਫਾਰਮਡ। ਗੁਰੂ ਸਾਨੂੰ ਰੱਬ ਦਾ ਭਾਣਾ ਸਮਝਾਉਂਦਾ ਪਿਆ। ਉਹ ਫਿਕਸਡ ਨੇ, ਉਹ ਚੇਂਜ ਨਹੀਂ ਹੁੰਦੇ। ਨਾ ਰੱਬ ਚੇਂਜ ਹੁੰਦਾ, ਨਾ ਰੱਬ ਦਾ ਭਾਣਾ, ਨਾ ਰੱਬ ਦੇ ਹੁਕਮ ਕਦੀ ਚੇਂਜ ਨਹੀਂ ਹੁੰਦੇ। ਗੁਰੂ ਕੋਲੋਂ ਹਾਂ ਕਹਿੰਦੇ ਗੁਰਬਿਰਕ ਨੇ ਸਮਝਾਈਏ, ਮਨ ਰਾਜਾ ਸੁਲਤਾਨ, ਮਨ ਹੀ ਸਾਰੀ ਸਾਡੀ ਸ੍ਰਿਸ਼ਟੀ ਨੂੰ ਕੰਟਰੋਲ ਕਰਦਾ ਪਿਆ। ਗੁਰੂ ਕੋਲੋਂ ਮਤ ਲੈ ਕੇ ਮਨ ਨੂੰ ਜੋ ਪਹਿਲਾਂ ਪੁਰਾਣਾ ਪਾਉਂਦਾ ਹੁੰਦਾ ਸੀ ਨਾ, ਉਹ ਚੇਂਜ ਹੋ ਸਕਦਾ। ਹੁਣ ਉਹਨੂੰ ਪਹਿਲਾਂ ਜਿਹੜੇ ਕਹਿੰਦੇ ਵੀ ਮਾੜੇ ਕੰਮ ਜਿਹੜੇ ਨੇ, ਵਾਈਸਿਸ ਉਹਨੂੰ ਪਸੰਦ ਆਉਂਦੀਆਂ ਸਨ, ਉਹ ਗੁਰੂ ਕੋਲੋਂ ਮਤ ਲੈ ਕੇ ਜੇ ਉਹਨੂੰ ਗੱਲ ਸਮਝ ਆ ਜਾਵੇ ਨਾ ਵੀ ਰੱਬ ਦੇ ਭਾਣੇ ਵਿੱਚ ਕੀ ਹੈ, ਕਹਿੰਦੇ ਰੱਬ ਕੇ ਭਾਣੇ, ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ। ਵੀ ਸਾਡੇ ਭਾਣੇ ਵਿੱਚ ਕੀ, ਸਾਡਾ ਜਿਹੜਾ ਮਨ ਹੈ ਨਾ, ਉਹ ਤੇ ਸਾਨੂੰ ਬਰਬਾਦ ਕਰਕੇ ਰੱਖ ਦੇਗਾ ਜੇ ਅਸੀਂ ਮਨ ਨੂੰ ਕੰਟਰੋਲ ਕਰਾਂਗੇ। ਮਨ ਕੁੰਚਰ ਪੀਲਕ ਗੁਰੂ, ਮਨ ਇਤਨਾ ਤਾਕਤਵਰ ਹੈ, ਕਹਿੰਦੇ ਜੈ ਖੀਚੈ ਤੈ ਜਾਏ ਨਾਨਕ ਹਸਤੀ ਕੁੰਡੇ ਬਾਹਿਰਾ। ਜਿਹੜਾ ਗੁਰੂ ਦਾ ਗਿਆਨ ਰੂਪੀ ਕੁੰਡਾ ਹੈ ਨਾ, ਜੇ ਇਸ ਮਨ ਰੂਪੀ ਹਾਥੀ ਉੱਤੇ ਨਾ ਪਿਆ, ਹਾਥੀ ਤੇ ਬਹੁਤ ਬਲਵਾਨ ਹੈ। ਉਹ ਕਹਿੰਦੇ ਮਨ ਸਮਝਾਵਨ ਕਾਰਨ ਇੱਕ ਚੁੱਪ ਪੜੀਏ ਗਿਆਨ। ਤੂੰ ਗੁਰੂ ਕੋਲੋਂ ਗਿਆਨ ਦੀਆਂ ਗੱਲਾਂ ਸੁਣ, ਤੇਰੇ ਨਾਲ ਹੋਣਾ ਕੀ, ਅਦਰਵਾਈਜ਼ ਤੇਰਾ ਜੀਵਨ ਬਰਬਾਦ ਹੋ ਜਾਏਗਾ। ਤੈਨੂੰ ਜੋ ਰੱਬ ਨੂੰ ਪਾਉਂਦਾ ਨਾ, ਕਹਿੰਦੇ ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪ੍ਰਗਾਸ। ਗੁਰਮੁਖ ਕਹਿੰਦੇ ਹੀ ਉਹਨੂੰ ਨੇ ਜਿਹਨੂੰ ਰੱਬੀ ਭਾਣੇ ਦਾ ਪ੍ਰਗਾਸ ਹੋ ਜਾਵੇ, ਜਿਹਨੂੰ ਕਹਿੰਦੇ ਜਬ ਲਗ ਹੁਕਮ ਨਾ ਬੂਝਦਾ ਤਬ ਹੀ ਲੋ ਦੁਖੀਆ। ਰੱਬ ਨੂੰ ਪਸੰਦ ਕੀ ਆ ਰਿਹਾ, ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਰੱਬ ਨੂੰ ਪਸੰਦ ਕੀ ਆਂਦਾ ਹੈ। ਇੱਥੇ ਗੁਰੂ ਦਾ ਰੋਲ ਵਿਲ ਕਮ ਇਨਟੂ ਪਿਕਚਰ। ਗੁਰ ਪਕਰਾਏ ਹਰ ਕੇ ਚਰਨਾ। ਰੱਬ ਨੂੰ ਗੱਲ ਤੇ ਸਾਰੀ ਧਰਮ ਦੇ ਦੁਨੀਆ ਦੀ ਗੱਲ ਤੇ ਇੱਕੋ ਹੀ ਕਿ ਰੱਬ ਨੂੰ ਕੀ ਪਾਉਂਦਾ ਹੈ। ਜੋ ਰੱਬ ਕਹਿੰਦਾ ਜੋ ਤੁਧ ਭਾਵੇ ਸੋ ਸੱਚ ਧਰਮਾ। ਸੱਚਾ ਧਰਮ ਹੀ ਹੋਵੇ ਜੋ ਰੱਬ ਨੂੰ ਪਾਉਂਦਾ ਨਾ, ਉਹੀ ਸੱਚਾ ਧਰਮ ਹੈ। ਸਾਨੂੰ ਸਮਝ ਨਹੀਂ ਆ ਰਹੀ ਤੇ ਗੁਰੂ ਦਾ ਕੰਮ, ਗੁਰੂ ਨੇ ਸਾਨੂੰ ਰੱਬ ਨੂੰ ਜੋ ਪਾਉਂਦਾ ਹੈ ਨਾ, ਗੁਰੂ ਰੱਬ ਦਾ ਸਰੂਪ ਹੈ। ਗੁਰੂ ਪਰਮੇਸ਼ਰ ਇੱਕੋ ਜਾਣੇ ਵੀਰ ਜੀ ਨੇ ਬਿਲਕੁਲ ਬਹੁਤ ਸਾਰੇ ਤਰ੍ਹਾਂ ਦੇ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਜਾਣੇ, ਉਹ ਮਨ ਉਹਦਾ ਹੀ ਸਰੂਪ ਹੈ, ਉਹਦੀਆਂ ਗੱਲਾਂ ਕਰਦਾ ਹੈ। ਤੇ ਗੁਰੂ ਨੇ, ਗੁਰੂ ਦੇ ਰਾਹੀਂ ਸਾਨੂੰ ਰੱਬ ਦੇ ਭਾਣਿਆਂ ਦੀ ਸੋਝੀ ਹੋ ਜਾਂਦੀ ਹੈ। ਬਾਈ ਦਿਸ ਵੀ ਸ਼ੁਡ, ਅਸੀਂ ਆਪਣੇ ਮਨ ਨੂੰ ਚੇਂਜ ਕਰਕੇ, ਜੋ ਪਹਿਲਾਂ ਸਾਡੇ ਮਨ ਨੂੰ ਮਨ ਦਾ ਪਾਣਾ ਵੇਵਰ ਹੋ ਸਕਦਾ, ਰੱਬ ਦਾ ਪਾਣਾ, ਗੁਰੂ ਦਾ ਪਾਣਾ ਕਦੀ ਵੇਵਰ ਨਹੀਂ ਹੋਏਗਾ। ਨਾ ਕਦੀ ਰੱਬ ਗੁਰੂ ਬਦਲੀ ਹੋਇਆ ਹੈ, ਵੀ ਉਹ ਕਦੀ ਬਦਲੀ ਨਹੀਂ ਹੋਣਗੇ। ਸਾਡੇ ਭਲੇ ਵਾਸਤੇ ਜੇ ਅਸੀਂ ਚਾਹੁੰਦੇ ਹਾਂ ਤੇ ਅਸੀਂ ਆਪਣੇ ਮਨ ਦੇ ਭਾਣ ਨੂੰ ਕਨਵਰਟ ਕਰ ਸਕਦੇ ਹਾਂ। ਜੇਕਰ ਮਨ ਨੂੰ ਚੇਂਜ ਕਰ ਲਵਾਂਗੇ, ਫਿਰ ਉਹਨੂੰ ਰੱਬ ਦਾ ਪਾਣਾ ਚੰਗਾ ਲੱਗਣਾ ਸ਼ੁਰੂ ਹੋ ਜਾਏਗਾ। ਫਿਰ ਉਹ ਜੋਤੀ ਜੋਤ ਲਈ ਉਦੋਂ ਦੋਨੋਂ ਦਾ ਥਾਟ ਪ੍ਰੋਸੈਸ ਜਿਹੜਾ ਹੈ ਨਾ, ਉਹ ਸੇਮ ਹੋ ਜਾਏਗਾ। ਹਾਂਜੀ ਵੀਰ, ਵਾਹ ਵੀਰ ਜੀ, ਵਾਹ ਕਮਾਲ, ਬਹੁਤ ਸੋਹਣੀ ਵਿਚਾਰ ਵੀਰ ਜੀ। ਅਗਲਾ ਕੁਐਸਚਨ ਗੁਰਪ੍ਰੀਤ ਵੀਰ ਜੀ ਦਾ ਹੈਗਾ। गुरप्रीत भी जी, आप जी अपनी ऑडियो ऑन करके अपना क्वेश्चन रख लो, या आप जी ने चैट बॉक्स में पाना है। मैं आप परमिशन देती हुई भी जी आप जी ने खुद करना ऑन ऑडियो। गुरप्रीत भी जी। हाँ जी, हाँ जी, वाहिगुरू जी का खालसा वाहिगुरू जी की फतेह। ਵੀਰ ਜੀ ਇੱਕ ਨਾ ਥੋੜਾ ਜਿਹਾ ਡਾਊਟ ਆ ਗਿਆ ਕਿ ਜਿਸ ਤਰ੍ਹਾਂ ਗੁਰਬਾਣੀ ਚਮਤਕਾਰਾਂ ਨੂੰ ਮੰਨਦੀ ਹੈ, ਵੀ ਪ੍ਰੋੜਤਾ ਦਿੰਦੀ ਹੈ ਚਮਤਕਾਰਾਂ ਨੂੰ,
ਵੀ ਜੋ ਚਮਤਕਾਰ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਨਾਮਦੇਵ ਜੀ ਦੀ ਬਾਣੀ ਹੇਠ ਹੀ ਮਤਲਬ 2-3 ਸ਼ਬਦ ਹੀ ਕੱਲ ਆਏ ਸਾਹਮਣੇ ਕਿ ਜਿਸ ਤਰ੍ਹਾਂ ਜਿਉਂ ਜਿਉਂ ਨਾਮਾ ਹਰ ਗੁਣ ਉਤਰੈ ਭਗਤ ਜਨਾਂ ਕੋ ਦੇਹੁਰਾ ਫਿਰੈ। ਇੱਕ ਤੇ ਦੇਵਰੇ ਫਿਰੇ ਦੀ ਗੱਲ ਆ ਗਈ। ਇੱਕ ਜਗ੍ਹਾ ਤੇ ਆਂਦੀ ਹੈ ਭੁਜਾ ਬਾਂਧ ਭਿਲਾ ਕਰ ਡਾਰਿਓ ਹਸਤੀ ਕ੍ਰੋਧ ਮੂੰਡ ਮੈਂ ਮਾਰਿਓ। ਇਹ ਜਿਹੜਾ ਇਹ ਮੂਰਤ ਕੇ ਹੋਂ ਬਲਹਾਰੀ ਕਿ ਮਤਲਬ ਇਹ ਬੜੀ ਨਾ ਕੰਟਰਾਡਿਕਟਰੀ ਹੋ ਗਈ ਵੀ ਜਾਂ ਤੇ ਚਮਤਕਾਰਾਂ ਨੂੰ ਪ੍ਰੌੜਤਾ ਮਿਲ ਰਹੀ ਹੈ ਜਾਂ ਚਮਤਕਾਰ ਇੱਕ ਜਗ੍ਹਾ ਤੇ ਹੋਰ ਵੀ ਆਉਂਦਾ ਹੈ ਜਿਉਂ ਜਿਉਂ ਅਹੰਕਾਰੀਆਂ ਨਿੰਦਕਾਂ ਪਿੱਛ ਦੇ ਨਾਮ ਦੇਹੋ ਮੁਖ ਲਾਇਆ। ਜਿਵੇਂ ਦੇਹਰਾ ਫਿਰਨ ਦੀ ਗੱਲ ਵੀ ਇੱਕ ਵਾਰੀ ਆਈ ਸੀ ਪਹਿਲੇ ਨਾ ਕਲਾਸ ਦੇ ਵਿੱਚ ਵੀ ਦੇਹਰਾ, ਹਾਲਾਂਕਿ ਮੈਂ ਉਧਰ ਮੈਂ ਆਪ ਵੀ ਗਿਆ ਹੋਇਆ ਨਰਸੀ ਨਾਮਦੇਵ, ਮੈਂ ਆਪ ਹੋ ਕੇ ਆਇਆ ਸੀ ਜਿੱਥੇ ਨਾਮਦੇਵ ਜੀ ਦਾ ਜਨਮ ਸਥਾਨ ਹੈ। ਉੱਥੇ ਜਿਹੜਾ ਉਹ ਮਤਲਬ ਜੋਤਿਰਲਿੰਗ ਬਣਿਆ ਨਾ ਜਿਹੜਾ ਹਿੰਦੂ ਮਤ ਦੇ ਮੁਤਾਬਕ, ਉਹਦੇ ਵਿੱਚ ਉਹ ਪੂਰਾ ਦਾ ਪੂਰਾ ਦੇਹਰਾ ਫਿਰਿਆ ਹੋਇਆ। ਮੈਂ ਆਪ ਖੁਦ ਦੇਖ ਕੇ ਆਇਆ ਹੋਇਆ। ਤੇ ਇਹ ਗੁਰਬਾਣੀ ਮਤਲਬ ਕੀ ਕਹਿੰਦੀ ਹੈ ਇਸ ਬਾਰੇ ਬਾਬਤ ਮੈਂ ਭੁਪਿੰਦਰ ਵੀਰ ਜੀ ਪਲੀਜ਼ ਅਗਰ ਕਲੀਅਰ ਕਰ ਦੇਣ ਤੇ ਬੜਾ ਅੱਛਾ ਲੱਗੇ। ਇੱਕ ਹੈ ਜਿਹੜਾ ਭੁਜਾ ਬਾਂਧ ਭਿਲਾ ਕਰ ਡਾਰਿਓ ਹਸਤੀ ਕ੍ਰੋਧ ਮੂਡ ਮੈਂ ਮਾਰਿਓ, ਪਲੀਜ਼ ਵੀਰ ਜੀ। ਭੁਪਿੰਦਰ ਵੀਰ ਜੀ ਉਹਨਾਂ ਨੇ ਆਪ ਜੀ ਤੋਂ ਸਵਾਲ ਕੀਤਾ ਹੈ। ਭੁਪਿੰਦਰ ਵੀਰ ਜੀ ਹੈਲੋ, ਹਾਂਜੀ ਮੈਂ ਬੇਨਤੀ ਕਰ ਰਿਹਾ ਕਿ ਸੌਰੀ ਮੈਨੂੰ ਪਤਾ ਨਹੀਂ ਲੱਗਾ ਮੇਰੀ ਆਡੀਓ ਆਫ ਹੈ। ਜਿਹੜਾ ਤੁਸੀਂ ਸ਼ਬਦ ਪੁੱਛਿਆ ਪੂਜਾ ਬਾਂਧ ਭਿਲਾ ਕਰ ਡਾਰਿਓ, ਜਿਹੜਾ ਉਸ ਤੋਂ ਪਹਿਲਾਂ ਪੁੱਛਿਆ ਜੋ ਜੋ ਨਾਮਾ ਹਰ ਗੁਣ ਉਚਰੈ, ਉਹ ਤੇ ਅਸੀਂ ਉਸ ਦਿਨ ਡਿਸਕਸ ਕਰ ਚੁੱਕੇ ਸੀ ਨਾ ਕਿ ਉਹ ਅੰਦਰ ਦੀ ਅਵਸਥਾ ਹੈ। ਕਿਉਂਕਿ ਨਾਮਦੇਵ ਜੀ ਤਾਂ ਕਹਿੰਦੇ ਨੇ ਨਾਮੇ ਸੋਈ ਸੇਵਿਆ ਨਾ ਦੇਵਰਾ ਨਾ ਮਸੀਤ। ਸੋ ਨਾਮਦੇਵ ਜੀ ਤਾਂ ਦੇਵਰੇ ਜਾਂਦੇ ਨਹੀਂ, ਨਾਮਦੇਵ ਜੀ ਤੇ ਅੰਦਰ ਦੀ ਦੇਵਰੇ ਦੀ ਗੱਲ ਕਰਦੇ ਨੇ ਨਾ। ਸੋ ਜਦੋਂ ਨਾਮਦੇਵ ਜੀ ਦਾ ਅਸੀਂ ਉਹ ਸ਼ਬਦ ਆਪਣੇ ਤੇ ਟੁਕਾ ਕੇ ਪੜ੍ਹਦੇ ਹਾਂ ਤਾਂ ਆਪਣੇ ਹੰਕਾਰ ਕਾਰਨ ਜਿਹੜਾ ਅਸੀਂ ਸੱਚ ਵੱਲ ਪਿੱਠ ਕੀਤੀ ਹੋਈ ਸੀ ਉਹਦੀ ਗੱਲ ਚੱਲ ਰਹੀ ਹੈ। ਰੱਬ ਜੀ ਕਿਸੇ ਵੱਲ ਪਿੱਠ ਕਰਦੇ ਹੀ ਨਹੀਂ ਨੇ, ਰੱਬ ਤਾਂ ਚਾਰੋਂ ਪਾਸੇ ਨੇ। ਅਸੀਂ ਉਹ ਸ਼ਬਦ ਸਮਝ ਚੁੱਕੇ ਹਾਂ ਮੇਰੇ ਖਿਆਲ ਨਾਲ। ਲੇਕਿਨ ਜੇ ਦੂਜਾ ਸ਼ਬਦ ਤੁਸੀਂ ਕਹਿ ਰਹੇ ਹੋ ਪੂਜਾ ਬਾਂਧ ਭਿਲਾ ਕਰ ਡਾਰਿਓ, ਮੈਨੂੰ ਸਕਰੀਨ ਤੇ ਦਿਖਾਓ, ਮੈਂ ਇੱਥੋਂ ਹੀ ਕੱਢਦਾ ਹੂੰ ਨੇ। ਇੱਕ ਸਕਿੰਟ ਮੈਨੂੰ ਦਿਓ, स्क्रीन पे ये हो जाए तब बहुत अच्छा। आ गया जी। ਵੀਰ ਜੀ ਕਰ ਰਹੇ ਨੇ ਹਰਪ੍ਰੀਤ ਵੀਰ ਜੀ। थैंक यू। अच्छा, इस शब्द का तुसी एक बार क्वेश्चन दोबारा बोल दियो जरा मनु कि क्वेश्चन की है ਵੀਰ ਜੀ। क्वेश्चन गुरप्रीत जी सिर्फ हाँ जी, क्वेश्चन ਵੀਰ ਜੀ ਬਸ ਇੰਨਾ ਹੈ ਕਿ ਚਮਤਕਾਰ ਗੁਰਬਾਣੀ ਪ੍ਰੋੜਤਾ ਦਿੰਦੀ ਹੈ ਚਮਤਕਾਰਾਂ ਨੂੰ। ਜਿਵੇਂ ਚਮਤਕਾਰਾਂ ਦੀ ਬੜੀ ਜਗ੍ਹਾ ਤੇ ਜ਼ਿਕਰ ਕੀਤਾ ਹੈ ਗੁਰਬਾਣੀ ਦੀ, ਬੜੀ ਜਗ੍ਹਾ ਤੇ ਇਸ ਤਰ੍ਹਾਂ ਆਉਂਦਾ ਹੈ ਕਿ ਸਾਨੂੰ ਅਗਰ ਅਸੀਂ ਸ਼ਬਦਾਰਥ ਕਰੀਏ ਤੇ ਉਹ ਲੱਗਦੇ ਨੇ ਕਿ ਵੀ ਚਮਤਕਾਰ ਹੋ ਗਿਆ ਇੱਕ, ਮਤਲਬ ਜਿਵੇਂ ਬਿਲਕੁਲ ਹੀ ਚਮਤਕਾਰੀ ਕੰਮ ਹੋ ਗਿਆ। ਜਿਵੇਂ ਇੱਕ ਹੋਰ ਸ਼ਬਦ ਵੀ ਆਦਾ ਕਹੇ ਤਾਂ ਮੂਈ ਗਊ ਦਿਓ ਜਵਾਏ, ਬਈ ਜਿਵੇਂ ਉਹਦੇ ਨਾਲ ਫਿਰ ਸਾਖੀਆਂ ਜੁੜ ਜਾਂਦੀਆਂ ਬਈ ਸਾਡੀ ਡਾਇਰੈਕਸ਼ਨ ਚੇਂਜ ਹੋ ਜਾਂਦੀ ਹੈ ਕਿ ਉਹ ਬਈ ਨਾਮਦੇਵ ਜੀ ਨੇ ਆਖੇ ਤੇ ਵਾਹਿਗੁਰੂ ਜੀ ਪ੍ਰਗਟ ਹੋਏ ਤੇ ਉਹਨਾਂ ਨੇ ਗਊ ਵੀ ਮੂਈ ਜਵਾ ਦਿੱਤੀ। ਮਤਲਬ ਮੂਈ ਗਈ ਜਵਾਈ ਜਾ ਸਕਦੀ ਹੈ ਕਿ ਪੋਸੀਬਿਲਿਟੀ ਹੈ ਇੱਕ ਵਾਰੀ ਮਰਨ ਤੋਂ ਬਾਅਦ ਜਿੰਨਾ ਹੋ ਸਕਦਾ ਆਦਮੀ। जेता ਅਸੀਂ ਬਾਣੀ ਪੜਾਂਗੇ ਤਾਂ ਮੂਈ ਗਊ ਹੁੰਦਾ ਹੈ। ਮੇਰੀ ਮੱਤ ਮਾਰੀ ਗਈ ਹੈ, ਮੱਤ ਮਰੀ ਹੋਈ ਨੂੰ ਮੂਈ ਗਊ ਕਹਿੰਦੇ ਨੇ। ਜੇ ਮੱਤ ਜਾਗ ਪਵੇ ਗਊ ਪੈਸ ਮੰਗੋ ਲਾਬੇਰੀ, ਮੈਂ ਉਹ ਵਾਲੀ ਮੱਤ ਮੰਗਦਾ ਜਿਹੜੀ ਦੁੱਧ ਦਿੰਦੀ ਹੈ, ਤਾਂ ਫਿਰ ਉਹ ਮੱਤ ਜਿੰਦੀ ਹੁੰਦੀ ਹੈ ਨਾ, ਉਹ ਵਾਲੀ ਗਾਂ ਜਿੰਦੀ ਹੁੰਦੀ ਹੈ। ਜਿਤਨੇ ਵੀ ਅਸੀਂ ਨੈਗੇਟਿਵ ਗੱਲਾਂ ਕਰਦੇ ਹਾਂ, ਤੀਰਥਾਂ ਤੇ ਜਾਣ ਦੀਆਂ ਗੱਲਾਂ ਕਰਦੇ ਹਾਂ, ਉਹ ਮੋਈ ਹੋਈ ਗਊ ਵਾਲੀਆਂ ਹੀ ਗੱਲਾਂ ਨੇ। ਸੋ ਉਹ ਵੀ ਸ਼ਬਦ ਸਾਰਾ ਅੰਦਰ ਦਾ ਹੀ ਹੈ ਤੇ ਪਰ ਉਹ ਸ਼ਬਦ ਬਹੁਤ ਵੱਡਾ ਹੈ। ਹਾਂਜੀ ਜੀ ਅੱਜ ਤੁਹਾਡਾ ਦੂਜਾ ਕੁਐਸਚਨ ਇਹ ਜਿਹੜਾ ਪੂਜਾ ਬਾਂਧ ਭਿਲਾ ਕਰ ਡਾ ਰਹੇ ਹੋ ਵਾਲਾ ਵੀਰ ਜੀ, ਅੱਜ ਪਲੀਜ਼ ਇਹਨੂੰ ਥੋੜਾ ਜਿਹਾ ਖੋਲੋ। ਦੇਖੋ ਮੈਨੂੰ ਜੋ ਸਮਝ ਪੈਂਦੀ ਹੈ ਬਾਣੀ ਪੜ੍ਹ ਕੇ,
ਤਾਂ ਮੈਂ ਆਪਣੇ ਵੱਲੋਂ ਇਹ ਸਮਝਣ ਦੀ ਕੋਸ਼ਿਸ਼ ਕਰਦਾ ਕਿ ਇਹ ਸ਼ਬਦ ਮੇਰੇ ਤੇ ਕਿਵੇਂ ਟੁਕ ਰਿਹਾ ਹੈ। ਇਹ ਸਕਰੀਨ ਤੇ ਆ ਸਕਦਾ ਹੈ ਤਾਂ ਅਸੀਂ ਨਾਲ ਨਾਲ ਚੱਲਾਂਗੇ ਫਿਰ ਸਾਰੇ। ਵੀਰ ਜੀ ਸ਼ਬਦ ਕੀ ਸੀਗਾ, ਇੱਕ ਵਾਰੀ ਹਰਪ੍ਰੀਤ ਵੀਰ ਜੀ ਪੁੱਛ ਰਹੇ ਨੇ ਸ਼ਬਦ ਕੀ ਪੁਜਾ ਸੀਗਾ? ਬਾਂਧ ਭਿਲਾ ਕਰ ਡਾਲਿਓ, ਪੁਜਾ ਬਾਂਧ ਭਿਲਾ कर डारियो, या एक हस्त भाग के किस्सा मारे, ए पालो जल्दी आ जाएगा। हाँ जी, एक बारी मैं शब्द पढ़ लवां, तुसी बस स्क्रोल करते जाना। राग गौंड बाणी कबीर जियो की कर दूजा, एक ओंकार सतगुर प्रसाद। पुजा बांध भिला कर डारियो, हस्ती क्रोप मूंड में मारियो। हस्त भाग कै चीसा मारै, या मूरत कै हों बलिहारै। आह मेरे ठाकुर तुमरा जोर, काजी बकबो हस्ती तोर रहाओ। रे महावत तुझ डारों काट, इसे तुरावो कालो साठ। अगे हस्त न तोरै धरै ध्यान, वांकै हृदय बसै भगवान। क्या अपराध संत है कीना, बांध पोट कुंचर को दीना। कुंचर पोट ले ले नमस्कारै, बूझी नहीं काजी अंधियारै। 3 बार पतिया पर लीना, मन कठोर अजहू न पतीना। कह कबीर हमरा गोबिंद, चौथे पद में जन की जिंद। मैं थोड़ा जिहा रिकॉल करदा क्योंकि असी ये 15-16 साल पहला असी विकासपुरी ये शब्द नूं लिया सी ते जे मैनू थोड़ा जिहा समझ आ रहा है कि भई ये कबीर साहब ओ चौथे पद की अवस्था जिथे असी बिल्कुल स्टेबल हो जाते हाँ उस अवस्था की गल कर रहे हैं, पर वो अवस्था बनने वास्ते रुकावट विच कौन है? मन ये रियलाइज करता है कि जदों मन कुंचर बन जाता है। मन कुंचर जदों असी कहते हैं कबीर मन पंखी पियो, कदे पंखी, कबीर मन खुटहर, कदे मन खोता, है ना। इस तरह मन ना डिफरेंट रूप धारदा है, कदे बगला बन जाता है, कदे सिंबल रुख बन जाता है। अच्छा, मन की इस अवस्था नूं इस शब्द विच कह रहे ने कि मन दा हंकारी हाथी वाली अवस्था। मन दा जदों हंकार हुंदा है ना तो हंकार ना सानू सच सुनन नहीं देता। ये जिहड़ा हंकार है ना, सो इहदा मतलब असीं इंज लैके चलते हैं कि ये शब्द हंबलनेस वर्सिस हंकार दा ना कशमकश दा शब्द है। अंदर दियां असीं 2 अवस्थावां बना लैंदे हां। एक मन जदों असीं कहंदे आ बई मैं गुरुद्वारे गया, मैं शब्द सुनिया पर मेरा जीवन नहीं बदलिया, इहदा मतलब मेरा मन एक शब्द सुनन गया ते सी पर मैं उहनूं धारिया नहीं। अच्छा, मैं सुनदा हां और मैं लैंदा नहीं हाँ, मनु इस शब्द विच रुकावट पा रहा है हंकार। मैं किसी की गल सुनदा हाँ पर मनदा नहीं, मैं सतगुर की गल सुनदा हाँ पर उन्होंने मनदा नहीं, मीनस उन्होंने फॉलो नहीं करता, ये हंकार। अच्छा, हुण कहंदे ने आह मेरे ठाकुर तुमरा जोर। अच्छा, रहाओ च कह रहे ने ओ मेरे ठाकुर, मेरे उर नूं ठाक के रखण वाली मत वाले मेरे निज घर वाले रब जी, तुहाडी जिहड़ी ओ मत है ना ओदा सारा जोर है। ओ जोर की है? ओनू कहंदे ने बल छुटके बंधन पर है, वर्सिस ओ जोर किया बल हुआ बंधन छुटे। हुण इस शब्द विच असीं हाथी वाले हंकार वाले बंधन तो छुटना है। काजी बकबो हस्ती तोर। काजी लफज है जो झगड़ा निबेड़ता है। इस शब्द अंदर मन दा झगड़ा चल रहा है
ਹੰਕਾਰੀ ਹਾਥੀ ਵਾਲੀ ਅਵਸਥਾ ਦੇ ਨਾਲ ਮਨ ਸੱਚ ਨੂੰ ਫੋਲੋ ਕਰਨਾ ਚਾਹੁੰਦਾ ਹੈ, ਕਿਉਂਕਿ ਮਨ ਨੇ ਹੰਕਾਰ ਦੇ ਕਾਰਨ ਖੁਆਰੀ ਸਾਰੀ ਮਹਿਸੂਸ ਕਰ ਲਈ ਹੈ। ਨਾਓ ਮਨ ਕਮਸ ਟੂ ਨੋ ਕਿ ਝਗੜਾ ਨਿਬੇੜਨ ਵਾਲੀ ਜਿਹੜੀ ਬਕਬੋ ਹੁੰਦਾ ਹੈ, ਕਾਜ਼ੀ ਬੋਲਦਾ ਹੈ ਹਸਤੀ ਤੋਰ ਕਿ ਇਨਫੈਕਟ ਤੇਰਾ ਹਾਥੀ ਸੱਚ ਦੀ ਹੰਬਲ ਤੋਰ ਕਿਵੇਂ ਤੁਰ ਸਕਦਾ ਹੈ। आम तौर पे कहावत है ना कि हाथी बुद्धिमान बहुत होता है। अच्छा जी, बुद्धिमान होता है, पर फिर क्या हंकारी बड़ा होता है। ਉਹਨੂੰ ਕਹਿੰਦੇ ਨੇ ਜੋ ਕੁੰਚਰ ਇਸ਼ਨਾਨ, ਤੀਰਥ ਬਰਤਰ ਦਾਨ ਕਰ ਮਨ ਮੈਂ ਧਰੇ ਕੁਮਾਨ, ਨਾਨਕ ਨੇਫਲ ਜਾਤ ਤੇ ਜੋ ਕੁੰਚਰ ਇਸ਼ਨਾਨ, ਹਾਥੀ ਇਸ਼ਨਾਨ ਕੀ ਕਰ ਲੈਂਦਾ, ਉੱਪਰ ਮਿੱਟੀ ਪਾ ਲੈਂਦਾ, ਹੰਕਾਰ ਬੜਾ ਹੈ, ਨਹਾਉਂਦਾ ਵੀ ਹੈ ਤਾਂ ਵੀ। ਅੱਛਾ, ਇਸ ਹੰਕਾਰੀ ਹਾਥੀ ਦੀ ਇਸ ਅਵਸਥਾ ਨੂੰ ਕੌਂਕਰ ਕਰਨ ਵਾਸਤੇ ਨਾ ਹੰਬਲਨੈਸ ਚਾਹੀਦੀ ਹੈ। ਹੰਕਾਰੀ ਬੜਾ ਹੈ, ਆਪਣੇ ਆਪ ਨੂੰ ਬੁੱਧੀਮਾਨ ਸਿਆਣਾ ਸਮਝਦਾ ਹੈ। ਮਨ ਇਸ ਹਾਥੀ ਵਾਲੇ ਇਸ ਫੈਕਲਟੀ ਨੂੰ, ਜਿਹੜੇ ਭੂਆ ਜੀ ਬਾਰ-ਬਾਰ ਲਫ਼ਜ਼ ਯੂਜ਼ ਕਰਦੇ ਨੇ ਨਾ, ਮਨ ਉਹ ਲਫ਼ਜ਼ ਪਸੰਦ ਆਉਂਦਾ ਹੈ। ਐਬੀਨਿਊਜ਼ ਕਹਿ ਲੋ ਜਾਂ ਫੈਕਲਟੀ ਕਹਿ ਲੋ। ਮਨ ਦੀ ਇੱਕ ਫੈਕਲਟੀ ਹੈ ਹਿਰਨ, ਇੱਕ ਫੈਕਲਟੀ ਹੈ ਮੱਛੀ, ਇੱਕ ਫੈਕਲਟੀ ਹੈ ਸਿੰਮਲ ਰੁੱਖ, ਇੱਕ ਫੈਕਲਟੀ ਹੈ ਬਗਲਾ, ਇੱਕ ਫੈਕਲਟੀ ਹੈ ਇੱਲ। ਇਹ ਸਾਰੀਆਂ ਉਹਦੀਆਂ ਫੈਕਲਟੀਜ਼ ਨੇ। ਮਨ ਇਹਨਾਂ ਨੂੰ ਜੇ ਫਿਕਸਅਪ ਕਰਨਾ ਚਾਹੁੰਦਾ ਹੈ ਤਾਂ ਇਹਨਾਂ ਬਾਰੇ ਅਵੇਅਰ ਹੋਏਗਾ। ਕਿਹੜਾ ਮਨ? ਜਿਹੜਾ ਫਿਕਸਅਪ ਕਰਨਾ ਚਾਹੁੰਦਾ ਹੈ, ਜਿਹਨੂੰ ਸਭ ਕੁਝ ਸਮਝ ਆ ਰਿਹਾ, ਸਾਰਾ ਅੰਦਰ ਡਿਸਟਰਬ ਹੋ ਚੁੱਕਾ ਹੈ, ਕੂੜ ਸਭ ਸੰਸਾਰ ਹੋ ਚੁੱਕਾ ਹੈ, ਉਹ ਫਿਕਸਅਪ ਕਰਾਉਣਾ ਚਾਹੁੰਦਾ ਹੈ। ਉਹਨਾਂ ਇਸ ਹੰਕਾਰ ਵਾਲੀ ਜਿਹੜੀ ਸਮਰੱਥਾ ਹੈ ਨਾ, ਇਹਨੂੰ ਕਹਿੰਦੇ ਭੁਜਾ ਬਾंध। भुजा बांध ਹੁੰਦਾ है, ओ यार उन्होंने तो मेरे को पकड़ ही लिया, यार मेरे हाथ बांध दिए, मेरे को वहां पर पकड़ के बिठा लिया, अब तू सच सच बता तेरे पापा ने क्या कहा था, मेरे को पता ही नहीं था पापा, अब मेरे को वहां ना बोलना पड़ गया, मेरे हाथ बांध दिए, हाथ मेरे कट गए। ये हाथ बांध दिए, हाथ कट गए ना एक फ्रेज है। ਜਿਹੜਾ ਮਨ ਕੜਵਾਣਾ ਚਾਹੁੰਦਾ ਹੈ, ਮਨ ਦੀ ਉਸ ਕੜਵਾਣ ਵਾਲੀ ਅਵਸਥਾ ਨੂੰ ਮਿੱਟੀ ਕਹਿੰਦੇ ਨੇ। ਭਾਣੈ ਮਿੱਟੀ ਸਾਜ ਕੇ ਭਾਣੈ ਜੋਤ ਤਰੀ। ਉਹ ਸਤਿਗੁਰ ਦੀ ਮੱਤ ਨਾਲ ਮਿੱਟੀ ਦੀ ਸਾਜਨਾ ਕਰਾ ਸਕਦਾ, ਕਿਉਂਕਿ ਸਤਿਗੁਰ ਤਿੱਥੈ ਘੜੀਐ ਸੁਰਤ ਮਤ ਮਨਬੂਧ, ਉਹ ਘੜਦਾ ਹੈ ਨਾ। ਸੋ ਮਨ ਦੀ ਉਸ ਅਵਸਥਾ ਨੂੰ ਮਿੱਟੀ ਕਹਿੰਦੇ ਨੇ। ਭੁਜਾ ਬਾਂਧ, ਮਨ ਦੇ ਹੰਕਾਰੀ ਹਾਥੀ ਵਾਲੀ ਅਵਸਥਾ ਨੂੰ ਭਿਲਾ ਕਰ ਡਾਰਿਓ। ਕਿੱਥੇ ਡਾਰਿਓ? ਉਹਨੂੰ ਮਿੱਟੀ ਬਣਾ ਕੇ ਨਾ, ਜਿਸ ਹੰਕਾਰੀ ਮਨ ਨੂੰ ਫਿਕਸ ਕਰਨਾ ਸੀ ਨਾ, ਉਸ ਨੂੰ ਮਿੱਟੀ ਦੇ ਢੇਲੇ ਵਾਂਗੂ ਰੱਖਦਾ ਹੈ, ਸਮਰਪਣ ਕਰਦਾ ਹੈ। ਕਿੱਥੇ ਸਮਰਪਣ ਕਰਦਾ ਹੈ? ਉਹਨੂੰ ਪਤਾ ਲੱਗ ਗਿਆ ਮਨ ਕੁੰਚਰ, ਪੀਲਕ ਗੁਰੂ। ਪੀਲਕ ਕੌਣ ਹੁੰਦਾ ਹੈ? ਮਹਾਵਤ। ਉਹ ਮਹਾਵਤ ਅੱਗੇ ਰੱਖ ਦਿੰਦਾ, ਲੋ ਜੀ ਆਪ ਫਿਕਸ ਕਰੋ। ਮਹਾਵਤ ਬਾਰੇ ਗੁਰੂ ਸਾਹਿਬ ਕਹਿੰਦੇ ਨੇ, ਹਸਤੀ ਸਿਰ ਜੋ अंकुश है, हाथी को जैसे यहाँ अंकुश मारते हैं, हस्ती सिर जो अंकुश है, एरण जो सिर दे, मन तन आगे रख के ऊपी से सेव करे। जो गुरमुख आप निवारी है, सब राज सृष्ट का ले। ये राज सृष्ट का अंदर दी सृष्ट, ये राज सृष्ट का अंदर दा जग जगत संसार। ਜਿਹੜਾ ਉਹਨੇ ਝੂਠਾ ਬਣਾਇਆ ਸੀ ਨਾ, ਉਹਨੂੰ ਕਹਿੰਦੇ ਨੇ ਜਗ ਰਚਨਾ ਸਭ ਝੂਠ ਹੈ। ਉਹ ਮਨ ਜੀਤਾ ਜਗਜੀਤ ਅੰਦਰ ਦੇ ਜਗ ਰਚਨਾ ਸ੍ਰਿਸ਼ਟੀ ਨੂੰ ਨਾ ਮਾਣਨ ਯੋਗ ਹੋ ਜਾਂਦਾ ਹੈ। ਕਦੋਂ? ਜਦੋਂ ਉਹਨੂੰ ਇਹ ਗੱਲ ਪਤਾ ਲੱਗੀ ਕਿ ਮਹਾਵਤ, ਇਸ ਸ਼ਬਦ ਅੰਦਰ ਮਹਾਵਤ ਕੌਣ ਬਣਿਆ? ਸਤਿਗੁਰ। ਉਹਨੇ ਸਤਿਗੁਰ ਅੱਗੇ ਕੜਨ ਵਾਸਤੇ ਰੱਖ ਦਿੱਤਾ। ਅੱਛਾ ਜੀ, ਸਾਨੂੰ ਜਦੋਂ ਕੋਈ ਸੁੱਤੇ ਨੂੰ ਜਗਾਏ ਨਾ, ਸਾਨੂੰ ਬੜਾ ਗੁੱਸਾ ਚੜਦਾ। ਸਾਨੂੰ ਅਸੀਂ ਪੁੱਠੇ ਰਾਹ ਚੱਲ ਰਹੇ ਹਾਂ, ਸਾਨੂੰ ਕੋਈ ਸਿੱਧੇ ਰਾਹ ਪਾਣਾ ਚਾਹੇ, ਸਾਨੂੰ ਬੰਦੇ ਨਾਲ ਬੜੀ ਨਫ਼ਰਤ ਹੁੰਦੀ ਹੈ। ਸਾਨੂੰ ਨੀਂਦ ਚੋਂ ਜਗਾਉਣ ਵਾਲਾ ਮਨੁੱਖ ਪਸੰਦ ਨਹੀਂ ਆਉਂਦਾ। ਨੀਂਦ ਸਿਰਫ ਇਹ ਸਰੀਰਕ ਨਹੀਂ, ਜੇ ਅਸੀਂ ਮਨ ਦੀਆਂ ਅੱਖਾਂ ਦੇ ਨਾਲ, ਮਨ ਦੇ ਇੰਦਰੀ ਗਿਆਨ ਇੰਦਰੀਆਂ ਦੇ ਨਾਲ, ਉਹਨੂੰ ਕਹਿੰਦੇ ਨੇ ਮਨ ਸੋਇਆ ਮਾਇਆ ਬਿਸਮਾਰ। ਉਹਦੀ ਅੱਖ, ਜੀਭ, ਨੱਕ, ਕੰਨ ਸਭ ਸੁੱਤੇ ਹੋਏ ਨੇ। ਉਹ ਸੁੱਤੇ ਨੂੰ ਕੋਈ ਜਗਾਏ ਨਾ, ਉਹਨੂੰ ਭੈੜਾ ਲੱਗਦਾ। ਪਰ ਇਹ ਵਾਲੇ ਮਨ ਦੀ ਇੰਟੈਂਸ਼ਨ ਹੈ। ਉਹ ਮਹਾਵਤ ਜੀ, ਮੈਂ
ਮੈਨੂੰ ਤੁਸੀਂ ਚੰਗੇ ਲੱਗਦੇ ਹੋ ਕਿਉਂਕਿ ਮੈਨੂੰ ਪਤਾ ਲੱਗ ਗਿਆ ਤੁਸੀਂ ਅੰਕੁਸ਼ ਮਾਰ ਕੇ ਮੇਰਾ ਅੰਦਰ ਦਾ ਹਾਥੀ ਸਵਾਰ ਦਿਓਗੇ। ਤਾਂ ਪਰ ਹੰਕਾਰ ਨੂੰ ਗੁੱਸਾ ਚੜ ਗਿਆ, ਹਸਤੀ ਕ੍ਰੋਧ, ਮੇਰੇ ਅੰਦਰ ਵਾਲਾ ਹੰਕਾਰੀ ਹਾਥੀ ਜਿਹੜਾ ਉਹਨੂੰ ਗੁੱਸਾ ਚੜ ਗਿਆ। मैं महावत अगे रखिया सी, मूंड में मारियो। उन्होंने महावत ने उसी वेले ये हाथी इधर ले आए हो ना तुम, ठीक है हम इसको फिक्स अप करते हैं। उन्होंने अंकुश मारा, मूंड में मारियो, हस्त भाग के चीसा मारिया, लो एरोगेंस शुरू हो गई। जदों ही सानू सच कोई मैं सुनिया कदे नहीं सी, मैं पढ़िया कदे नहीं सी, मैं कदे रिसर्च ही नहीं की, मैं सारी उम्र इग्नोरेंट एरोगेंट रहा। पर जो कोई मनु दसे ना, मनु फील होता लै ए कोई गल है, सानू नहीं पता, सानू ही पता, अभी बड़ा पढ़े हुए हैं। हंकार चीसा मारदा है, एरोगेंट होता है ना बड़ा। हस्ती क्रोध हंकारी हाथी नु क्रोध आ गया और देन महावत ने अंकुश ओदे मुंह ते मारिया। मन जो कड़वाना चाहता सी ना, उस महावत तो हुण बलिहार जांदा है। ओ महावत जी तुहाडे तो मैं बलिहार के तुसी मेरा हाथी फिक्सअप कर रहे हो, थैंक्स। ए हाथी मैं नहीं सी फिक्सअप कर सकता, इस हाथी दा बंधन मैं नहीं सी तोड़दा। माधवे तुम ना तोड़ो तो हम नहीं तोड़े, हमको तोड़ना नहीं आता, हमारे पास पूरी अक्ल ही नहीं है। हुण ना ए कहंदा है क्या मूरत के हों बलिहार है, हस्त भाग के चीसा मार करदा सी ना, एरोगेंस सी। आह मेरे ठाकुर तुमरा जोर है, आह की है ए बड़े विस्माद विच, वाह माय गुडनेस यू आर सो ग्रेट। तुहाडा ए जिहड़ा स्टेबिलिटी है ना, अच्छा ठाकुर वाली मत नू स्टेबल क्यों कहंदे ने, क्योंकि ठाक के रोक के रखना, वरना मेरा कबू जिहड़ा उप चढ़दा कबू जाए प्याला प्याले, यही ते अनस्टेबिलिटी है। जो मंदिर को थामे थम्मन त्यो गुर का शब्द मने थम्मन, ए जेड़ा थल्ले असी पिलर लगा देंदे आ ना, इनू कहंदे ने ठाक के रखना, रोक के रखना। हुण मेरा मन डावा डोल नहीं हुंदा, शिवर नहीं करता, कदे हाथी कदे कुत्ता कदे बिल्ली, ओ वाला नहीं बनता, हुण स्टेबल हो गया। फरीदा बुरे दा भला करना सीख जाता है, नफरत करना छोड़ देता है, तेर मेर पराई तात छोड़ देता है, हर किसी नू फॉरगिव कर देता है, हर किसी नू जफ्फी पाता है, हर किसी नाल ओए मेरे मित्र तेरे नाल मेरे 99 ख्याल नहीं मिलते ना, मैनू एक दा बहाना तेनू छड्डण वास्ते हुण नहीं चाहिदा। हुण मनु तेरे च एक भी गुण है ना, गुणा का होवे वासला, मैं ओदे वास्ते भी तेरे नाल टुरन वास्ते तैयार हां। और डाइवर्सिटी विच हर जो भी दुनिया दा मनुख है ना, किसी नाल बिगाड़दा ही नहीं है, बल्कि अपनी मन की मत वाली होमे छड़ दिंदा। आह मेरे ठाकुर तुसी स्टेबिलिटी दित्ती, मेरे हंकारी हाथी दे कारण अनस्टेबल हो जांदा सा मैं। ये तुहाडा जोर, तुहाडी बल, तुहाडी अक्ल है, इस शब्द दा रहा हुआ है। काजी बकबो मेरे जेड़े अंदर कश्मकश सी ना, ओ हस्ती नू काश मेरे मन नू उस पक्षों सुनाई दे जावे कि झगड़ा किवें निबेड़िया जाए, कि मैं हाथी दे हंकार वाले रस्ते टुरा या सतगुर की मत वाले रस्ते ते टुरा। हुण कहंदे ने रे महावत तुझ डारों काट, मन ना हंकारी हाथी वाला सिर ओदे अगे कट के रख दिंदा है महावत अगे। इसे तुरावो, मेरे भी साथी को तुराओ, कालो साठ। हुण एनू सट मार मार के कुट कुट मन कसवट्टी लावे वाला करो, इनू सट मार मार के ना हुण टोरना सिखाओ, हस्ती तोर सिखाओ रहाओ वाली, इनू समझाओ मेरे मन दे इस हाथी नू, इनू अक्ल दियो। इसे तुरावो कालो साठ, हस्त ना तोरे तरे ध्यान। हुण हस्त जेड़ा हंकारी वाला सी ना, वो टोर नहीं टुरदा, उन्हें रहाव वाली ठाकुर दी मत काजी दी बोल सुन ले, ओ हुण रुकावट नहीं पांदा हंकार दा। ओदा सिर जो कट के रखिया, हस्त ना तोरे टरे ध्यान, उन्हें भी इस वाल फोकस कर लिया। ये क्या कह रहे हैं तुम्हारे महावत जी? ओए मन, तेरे महावत जी, तेरे सतगुरु जी क्या कह रहे हैं? अच्छा फिर मैं भी इसको ध्यान से सुनता हूं। वाक्य हृदय बसे भगवान,
लो जी ਉਹਨੂੰ रियलाइज हो गया अंदर तो भगवान जी बसते हैं, मैं वैसे ही हंकार करता हूं, मेरे को बड़ी अक्ल है। ਹੁਣ ਹਾਥੀ ਨੂੰ ਸਮਝ ਆ ਗਈ ਮਨ ਦੇ ਹਾਥੀ ਵਾਲੀ ਉਸ ਫੈਕਲਟੀ ਵਾਲੀ ਅਵਸਥਾ। क्या अपराध संत है कीना, संत है कीना। संत ਅਸੀਂ डिस्कस उस दिन ਕੀਤਾ ਸੀ वर्च्यूज, वर्च्यूज ਵਿੱਚ ਤੇ ਕੋਈ ਗਲਤੀ ਨਹੀਂ ਹੈ, मैं भी वर्च्यूज नहीं लेता सी। इस शब्द की वर्च्यूज की है नम्रता। भाई साहब तेरे को बात तब समझ में आएगी अगर तू हंकार छड़ के नम्रता से सुनना चाहेगा। जे तू हंकार के टिब्बे चाड़ी रखेगा ना, बारिश तो होगी तेरे को मिलेगा नहीं। फरीदा गर्भ जिना वड्याइयां धन जोबन आगा खाली चले धनी सो। देखो हंकार नाल मनु एक बार एक सज्जन ने पूछया सी, जदों मैं नवा साडी पहली पुस्तक तैयार हुई ना जीवन जाच दा खजाना वॉल्यूम 1, ਉਹਦੇ ਚ ਅਸੀਂ ਮੁਈ ਗਊ ਦਿਓ ਜਿਵਾਏ ਸ਼ਬਦ ਵੀ ਲਿਆ, ਪਰ ਅਸੀਂ ਜੰਮਣ ਮਰਨ ਬਾਰੇ ਲਿਆ। ਅਸੀਂ ਉਹਦੇ ਵਿੱਚ ਕਬੀਰ ਜੀ ਦਾ ਉਹ ਸ਼ਬਦ ਵੀ ਲਿਆ, ਕਬੀਰ ਜੀ ਨੂੰ ਜੀ ਲੋ ਜੀ ਜੰਜੀਰਾਂ ਨਾਲ ਬੰਨ ਕੇ ਗੰਗਾ ਛੁੱਟ ਦਿੱਤਾ। ਤਾਂ ਕਈਆਂ ਨੂੰ ਨਾ ਇਹ ਗੱਲ ਚੁੱਕ ਗਈ, ਉਹ ਕਹਿੰਦੇ ਨੇ ਨਹੀਂ ਇਹ ਕਰਾਮਾਤ ਹੋਈ ਹੈ। ਤਾਂ ਉਸ ਦਿਨ ਤੁਸੀਂ ਉਹ ਜਿਹੜਾ ਜਸਮੀਤ ਜੀ ਕੋਲੋਂ ਨਾ ਵੈਰੀ ਵੈਲ ਐਕਸਪਲੇਨਡ ਬਾਈ ਜਸਮੀਤ, ਸੱਚ ਏ ਯੰਗ ਮੈਨ, ਮੈਂ ਤਾਂ ਉਹਨੂੰ ਐਪਰੀਸ਼ੀਏਟ ਕਰਦਾ। ਉਹ ਸ਼ਬਦ ਅਸੀਂ ਜੀਵਨ ਜਾਚ ਦਾ ਖਜ਼ਾਨਾ ਵੋਲਿਊਮ 1 ਵਿੱਚ ਲਿਆ, ਔਰ ਮਹਿੰਦਰ ਸਿੰਘ ਜੋਸ਼ ਅਤੇ ਮਨੋਹਰ ਸਿੰਘ ਮਾਰਕੋ, ਕੁੰਵਰ ਪ੍ਰਤਾਪ ਸਿੰਘ ਜੀ, ਇਹ ਦੋਨੋਂ ਮਿਸ਼ਨਰੀ ਦੇ ਕਾइंड ऑफ ਬੜੇ ਮਤਲਬ ਇਨੀਸ਼ੀਅਲੀ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਕਾइंड ऑफ ਪ੍ਰਿੰਸੀਪਲ ਸਨ, PhD ਸਨ ਇਹ ਲੋਕੀ। ਇਹਨਾਂ ਨੇ ਮੈਨੂੰ ਕਿਹਾ ਯਾਰ ਇਹ ਜਿਹੜਾ ਕਬੀਰ ਜੀ ਦਾ ਸ਼ਬਦ ਹੈ ਨਾ ਕਿ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ, ਇਹ ਤੁਸੀਂ ਅੰਦਰ ਦੇ ਸ਼ਬਦ ਕਰਕੇ ਕਮਾਲ ਕਰ ਦਿੱਤਾ, ਉਸ ਸਟੋਰੀ ਤੋਂ ਛੁਡਾ ਦਿੱਤਾ। ਮੈਂ ਉਹਨੂੰ ਕਿਹਾ ਨਹੀਂ ਇਹ ਨਾ ਮੈਨੂੰ ਨਾ ਮੇਰੀ ਇਹਦੇ ਚ ਅਕਲ ਚਤਰਾਈ ਕੋਈ ਨਹੀਂ ਹੈ, ਮੈਂ ਤਾਂ ਸਿਵਲ ਇੰਜੀਨੀਅਰ ਹਾਂ। ਇਹ ਤਾਂ ਨਾ ਗੁਰੂ ਸਾਹਿਬ ਦੀ ਬਾਣੀ ਦੀ ਬਣਤਰ ਚੋਂ ਮੈਂ ਬਾਣੀ ਚੋਂ ਹੀ ਅਰਥ ਸਮਝ ਰਿਹਾ ਸੀ ਕਿ ਲਹਿਰ ਕੀ ਹੈ, ਗੰਗਾ ਕੀ ਲਹਿਰ ਕੀ ਹੈ, ਟੁੱਟੀ ਜ਼ੰਜੀਰ ਕੀ ਹੁੰਦਾ। ਇਸ ਤਰੀਕੇ ਨਾਲ ਮੈਂ ਉਹ ਸਟੋਰੀ ਨਾਲ ਨਹੀਂ ਗਿਆ। ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ। ਇੰਜ ਇੱਕ ਬੰਦਾ ਕਹਿੰਦਾ ਓਏ ਭੁਪਿੰਦਰ ਸਿੰਘ ਤੂੰ ਜਦੋਂ ਦਾ ਅਮਰੀਕਾ ਗਿਆ ਤੂੰ ਜੰਮਣ ਮਰਨ ਨਹੀਂ ਮੰਨਦਾ, ਤੇਰਾ ਦਿਮਾਗ ਖਰਾਬ ਹੋ ਗਿਆ ਹੈ। ਅੱਛਾ ਬਹੁਤ ਜਨਮ ਵਿਛੜੇ ਦੇ ਮਾਦੋ, ਇਹ ਜਨਮ तुम्हारे लेखे, इस शब्द ਦਾ ਤੂੰ ਕੀ ਕਰੇਗਾ। ਉਹਨਾਂ ਨੇ ਨਾ ਪਬਲਿਕਲੀ ਮੈਨੂੰ ਇੰਜ ਪੁੱਛਿਆ। ਜਦੋਂ ਇੰਜ ਕੋਈ ਪੁੱਛਦਾ ਹੈ ਨਾ ਮੈਨੂੰ ਲੱਗਦਾ ਹੈ ਇਹ ਮੇਰੀ ਨੌਲੇਜ ਚੈੱਕ ਕਰ ਰਿਹਾ, ਮੈਨੂੰ ਤੇ ਨੌਲੇਜ ਹੈ ਹੀ ਨਹੀਂ। ਮੈਂ ਤੇ ਪ੍ਰਗਟ ਹੀ ਨਹੀਂ ਕਰ ਰਿਹਾ ਕਿ ਮੈਨੂੰ ਬੜਾ ਗਿਆਨ ਹੈ। ਮੈਂ ਤੇ ਸ਼ੋ ਹੀ ਨਹੀਂ ਕਰ ਰਿਹਾ ਕਿ ਮੇਰੀ ਗੱਲ ਠੀਕ ਹੈ ਔਰ ਇਹਨੂੰ ਮੰਨੋ। ਮੈਂ ਤੇ ਸਾਂਝ ਕਰ ਰਿਹਾ ਕਿ ਮੈਨੂੰ ਮੇਰਾ ਜੀਵਨ ਬਦਲਣ ਵਾਸਤੇ ਸ਼ਬਦ ਚੋਂ ਇਹ ਸਮਝ ਆਇਆ। ਸੋ ਇਹਦਾ ਮਤਲਬ ਜਦੋਂ ਨਾ ਅਸੀਂ ਵਰਚੂਸ ਲੈਣਾ ਨਹੀਂ ਨਾ ਚਾਹੁੰਦੇ, ਇਸ ਸ਼ਬਦ ਮੁਤਾਬਕ ਨਮਰਤਾ ਨਹੀਂ ਰੱਖਦੇ ਆ ਨਾ, ਸਾਡੇ ਪੱਲੇ ਸੱਚ ਪੈਂਦਾ ਨਹੀਂ। ਕਿਉਂਕਿ ਹੰਕਾਰੀ ਹਾਥੀ ਆਕੜ ਕੇ ਅੱਗੇ ਆ ਜਾਂਦਾ, ਉਹ ਚੀਸਾ ਮਾਰਦਾ ਅਬੇ ਹਮੇ ਸਭ ਕੁਝ ਪਤਾ ਹੈ। ਔਰ ਇਹ ਨਾ ਪਤਾ ਵਾਲਾ ਹੰਕਾਰ ਨਾ ਖਾਸ ਤੌਰ ਤੇ ਸਮਕਾਲੀਆਂ ਨਾਲ ਹੁੰਦਾ ਹੈ। ਸਮਕਾਲੀ ਹੁੰਦਾ ਹੈ ਕਿ ਵੀ ਜਿਹੜੇ ਫਰਜ਼ ਕਰੋ ਮੇਰਾ ਜਨਮ 1958 ਚ ਹੋਇਆ, 1958 ਤੋਂ ਲੈ ਕੇ ਜਦੋਂ ਤੱਕ ਮੈਂ ਜੀਵਾਂਗਾ ਭਾਵੇਂ ਕੱਲ ਮਰ ਜਾਵਾਂ। ਸੋ ਇਹ ਜਿਹੜਾ ਪੀਰੀਅਡ ਹੈ, ਇਸ ਪੀਰੀਅਡ ਵਿੱਚ ਜਿਹੜੇ ਲੋਕੀ ਮੇਰੇ ਨਾਲ ਨੇ ਉਹਨਾਂ ਦਾ ਮੈਂ ਸਮਕਾਲੀ ਹੋ ਗਿਆ। ਸਮਕਾਲੀ ਬੰਦਾ ਨਹੀਂ ਪਸੰਦ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅਰਥ ਲਿਖੇ, ਉਸ ਵੇਲੇ ਉਹਨਾਂ ਲੋਕਾਂ ਨੂੰ ਪਸੰਦ ਨਹੀਂ ਆਉਂਦੇ ਸੀ। ਅੱਜ ਮੈਨੀ ਪੀਪਲ ਆਰ ਰੀਡਿੰਗ ਦੈਟ। ਹਾਂ ਜਦੋਂ ਉਹ ਮਰ ਜਾਂਦਾ ਤਾਂ ਅਸੀਂ ਉਹਦੇ ਗੁਣ ਗਾਉਂਦੇ ਹਾਂ। ਭਾਵੇਂ किसी ने भी कोई मेहनत की है, किसी ਨੂੰ गलत ਤੇ करार नहीं कर सकते, ਭਾਵੇਂ ਉਹ ਮਸਕੀਨ ਸਾਹਿਬ, ਭਾਵੇਂ ਉਹ ਪ੍ਰੋਫੈਸਰ ਦਰਸ਼ਨ ਸਿੰਘ ਜੀ, ਭਾਵੇਂ ਉਹ ਪ੍ਰੋਫੈਸਰ ਸਾਹਿਬ ਸਿੰਘ ਜੀ, ਭਾਵੇਂ ਉਹ ਡਾਕਟਰ ਗੋਪਾਲ ਸਿੰਘ, ਭਾਵੇਂ ਉਹ ਮਨਮੋਹਨ ਸਿੰਘ ਜੀ, ਭਾਵੇਂ ਉਹ ਫਰੀਦ ਕੋਟੀਆ, ਭਾਵੇਂ ਉਹ ਡਾਕਟਰ ਮਨਮੋਹਨ ਸਿੰਘ, ਗੋਪਾਲ ਸਿੰਘ ਅਤੇ ਅਨੇਕਾਂ ਹਰਬੰਸ ਸਿੰਘ ਜੀ, ਜੋ ਸਾਰੇ ਮਿਹਨਤਾਂ ਕਰਦੇ ਨੇ। ਅਸੀਂ ਕਿਸੇ ਨਾਲ ਕੋਸ਼ ਭਾਈ ਕਾਨ ਸਿੰਘ ਨਾਭਾ ਕਿਸੇ ਨਾਲ ਨਫ਼ਰਤ ਨਹੀਂ ਕਰਨੀ, ਜਿੱਥੋਂ ਕੁਝ ਸਿੱਖ ਸਕਦੇ ਹਾਂ ਲੈਣਾ ਹੈ। ਮੇਰੀ ਨਾਨੀ ਨੇ ਸਮਝਾਇਆ ਭਜੋ ਗੋਬਿੰਦ ਭੂਲ ਮਤ ਜਾਓ। ਮੈਂ 10 ਸਾਲ ਦਾ ਸੀ। ਮਾਨਵ ਜਨਮ ਕਾ ਹੀ ਲਾਓ, ਇਹਦੇ ਕੀ ਅਰਥ ਕਰੇਗਾ। ਮੈਂ ਕਿਹਾ ਜਦੋਂ ਗੁਰੂ ਦੀ ਸੇਵਾ ਕੀਤੀ, ਭਗਤੀ ਕੀਤੀ ਤਾਂ ਮਨੁੱਖਾ ਦੇ ਮਿਲੀ। ਕਹਿੰਦੇ ਅੱਛਾ ਕਾਕਾ ਜੇ ਤੂੰ ਮੈਨੂੰ ਦੱਸੇਗਾ ਕਿ ਕਿਹੜੇ ਕੁੱਤੇ ਬਿੱਲੀ ਭਗਤ ਗੁਰ ਕੀ ਸੇਵਾ ਕਰਦੇ ਨੇ ਤਾਂ ਮੈਂ ਚੈਪ ਗਿਆ। ਤਾਂ ਮੈਂ ਕਿਹਾ ਅੱਛਾ ਮਾਤਾ ਜੀ ਤੁਸੀਂ ਦੱਸੋ। ਕਹਿੰਦੇ ਇਸੇ ਜਨਮ ਵਿੱਚ ਕਾਕਾ ਜੇ ਤੂੰ ਗੁਰ ਕੀ ਸੇਵਾ ਕੀਤੀ, ਸੱਚ ਨੂੰ ਫੋਲੋ ਕੀਤਾ,
ਗੁਰ ਸੇਵਾ ਤੇ ਭਗਤ ਕਮਾਈ, ਉਹਨੂੰ ਮਨ ਕਰਕੇ ਸਾਰੇ ਅੰਗਾਂ ਨਾਲ ਜੀਵਿਆ। ਤਾਬੇ ਮਾਨਸ ਦੇਈ ਪਾਈ, ਤਾਂ ਤੂੰ ਮਨੁੱਖ ਹੈ, ਵਰਨਾ ਤੂੰ ਕਰਤੂਤ ਪਸ਼ੂ ਕੀ ਮਾਨਸ ਜਾਤਾ ਹੈ। ਇਹ ਅਸੀਂ ਜੀਵਨ ਜਾਚ ਦਾ ਖਜ਼ਾਨਾ ਦੇ ਪ੍ਰੀਫੇਸ ਵਿੱਚ ਸ਼ਬਦ ਡਿਸਕਸ ਕੀਤਾ ਹੈ। ਗੁਰ ਸੇਵਾ ਤੇ ਭਗਤ ਕਮਾਈ ਦਾ ਬਿਮਾਰ ਉਸ ਵੇਲੇ ਜਦੋਂ 25 ਸਾਲ ਪਹਿਲਾਂ ਕੀਤਾ ਸੀ ਤਾਂ ਬਹੁਤ ਸਾਰੇ ਲੋਕੀ ਅਪੋਜ਼ ਕਰਦੇ ਸੀ ਉਹਨਾਂ ਨੂੰ। ਉਹਨਾਂ ਚੋਂ ਕਈਆਂ ਨੂੰ ਤੇ ਪਸੰਦ ਆ ਗਈ ਗੱਲ ਔਰ ਉਹ ਟੁਰ ਪਏ। ਉਹਨਾਂ ਨੇ ਆਪਣੇ ਹੰਕਾਰ ਨੂੰ ਥੋੜੀ ਦੇਰ ਲਈ ਸਾਈਡ ਤੇ ਰੱਖਿਆ, ਸਮਝ ਆ ਗਈ। ਇੱਕ ਬੰਦਾ ਮੈਨੂੰ ਕਹਿ ਰਿਹਾ, ਵੀਰ जी 3 साल से तुमको ढूंढ रहा हूं, अगर मिल जाते ना तो जफ्फी पाने के बहाने ना मैंने तुम्हारा गला दबा देना था। पर मेरे को किसी ने कहा तू ध्यान से सुन तो सही। कहता सुनते सुनते मैं क्या, ओ माय गॉड, हुण भूपिंदर सिंह मिले, मैं उन्होंने जफ्फी पानी चुम्मी लैनी होंदी। मैं क्या वीर जी मनु माफ कर दिओ, तुसी मेरी ना चुम्मी लवो ना मनु जफ्फी पाओ, तुसी गुरु नू गलवकड़ी पाओ, गुरबाणी नू। गुरबाणी चो असीं समझना है। भगत माल दियां कहानियां, बाहरलियां कहानियां, हिस्ट्री दियां कहानियां दे बदले ना शब्द नू शब्द चो समझांगे, बाणी दे कॉन्सेप्ट के मुताबिक समझांगे। सो हुण अगे शब्द आया। हाँ जी, अगे शब्द गायब हो गया स्क्रीन तो। हेलो, हरप्रीत जी। हाँ जी, असी मैं थोड़ा जिहा इमोशनल हो गया सी एनीवेज, पर मैं अपने पॉइंट ਨੂੰ ਹੀ ਸਾਂਝ ਕਰ ਰਿਹਾ। क्या अपराध संत है कीना, कदी असी नम्रता च आ जाइए ना तो पता लगेगा वर्चूज लैने च कोई अवगुण नहीं है। सानू जो वर्चूज दे रहा है ਉਹ ਸਤਿਗੁਰ ਨਾਲ ਵੀ ਕੋਈ ਨਫ਼ਰਤ ਨਹੀਂ ਰੱਖਣੀ। ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ। ਸਤਿਗੁਰ ਸੰਤ ਮਤਲਬ ਸਤਿਗੁਰ ਸੰਤ ਸਾਨੂੰ ਵਰਚੂਜ਼ ਵਾਲੇ ਗੁਣ ਦਿੰਦਾ ਹੈ, ਉਹਦੇ ਨਾਲ ਕੋਈ ਨਫ਼ਰਤ ਨਹੀਂ ਰੱਖਣੀ। ਹਾਥੀ ਹੰਕਾਰ ਨੂੰ ਇਹ ਸਮਝ ਆ ਗਿਆ। ਹਾਥੀ ਹੰਕਾਰ ਮੀਨਸ ਮੇਰੇ ਮਨ ਦਾ ਹੰਕਾਰੀ ਫੈਕਲਟੀ ਵਾਲੀ ਅਵਸਥਾ। क्या अपराध संत है कीना समझ आ गया। बांध पोट कुंचर को दीना, ਉਹਨੇ ਤਾਂ ਇਹਨੂੰ ਚੰਗੇ ਗੁਣਾਂ ਦੀ ਪੋਟਲੀ ਬੰਨ ਕੇ ਦੇ ਦਿੱਤੀ ਹੈ। ਜਦੋਂ ਇਹਨੂੰ ਸਮਝ आ गया, ओके सर मैंने हंकारी सूंड वाला सारा आकड़ छोड़ दिया, आप मेरे को दो। लोग औगुणा की बनना गंठड़ी करते सन, सतगुरु ने ਇਹਨੂੰ ਗੁਣਾਂ ਦੀ ਗੰਠੜੀ ਦੇ ਦਿੱਤੀ। लो जी, बांध पोट कुंचर को दीना। कुंचर पोट ले ले नमस्कार है, उन्हें मेरा हाथी उन्हें ले ले के नमस्कार करे। थैंक्स माय गॉड, आई एम ब्लेस्ड। मेरे को आपके दर पे लाया गया और आपने मेरे को कंकुश मार के फिक्सअप किया और फिर मेरे को अक्ल आ गई। बूझी नहीं काजी अंधियार है। जदों मैं हनेरे सी अन्ना सी, मनो काजी वाली मत एक कश्मकश मन चाहता वे, हाथी करन नहीं दे रहा, हाथी सुना नहीं दे रहा। ਉਹ ਵਾਲੀ ਕਸ਼ਮਕਸ਼ ਨਾ ਉਹ ਰਹਾਉ ਵਿੱਚ ਕਹਿੰਦੇ ਨੇ ਕਾਜ਼ੀ ਬਕਬੋ, ਝਗੜਾ ਨਿਬੇੜਨ ਵਾਲੀ ਮਤ ਮੈਨੂੰ ਸਮਝ ਨਹੀਂ ਆਉਂਦੀ ਸੀ, ਹੁਣ ਸਮਝ ਆ ਗਈ। ਉਹ ਕਾਜ਼ੀ ਵਾਲੀ ਅਕਲ ਸਮਝ ਆ ਗਈ। 3 बार ਪਤੀਆ ਭਰ ਲੀਨਾ। ਪਹਿਲਾਂ ਮੈਂ ਅਨਸਟੇਬਿਲਿਟੀ ਚ ਰਹਿੰਦਾ ਸੀ ਨਾ, ਰਜੋ ਤਮੋ ਸਤੋ ਚ ਰਹਿੰਦਾ ਸੀ। ਉਹਨੂੰ ਕਹਿੰਦੇ ਨੇ 3 बार ਪਤੀਆ ਭਰ ਲੀਨਾ। ਇਹ ਵਾਲੀ ਅਕਲ ਭਰੀ ਸੀ। ਮਨ ਕਠੋਰ ਅਜੂ ਨਾ ਪਤੀਨਾ। ਹੁਣੇ ਵੀ ਹਾਥੀ ਦੀ ਥੋੜੀ ਜਿਹੀ ਆਕੜ ਜਿਹੜੀ ਹੈ ਨਾ, ਉਹਦੇ ਬਾਰੇ ਕਹਿੰਦੇ ਇਹ ਇਸ ਕਰਕੇ ਸੀ ਕਿਉਂਕਿ ਇਹ ਕਠੋਰ ਸੀ। ਸਾਡਾ ਜਦ ਮਨ ਕਠੋਰ ਹੁੰਦਾ, ਅਸੀਂ ਸੱਚ ਸੁਣਨਾ ਨਹੀਂ ਚਾਹੁੰਦੇ ਆ। ਜਦੋਂ ਸਾਡਾ ਮਨ ਕਠੋਰ ਹੁੰਦਾ, ਉਹ ਪੱਥਰ ਹੁੰਦਾ ਹੈ, ਉਹ ਸਤਿਗੁਰ ਦੇ ਨੇੜੇ ਟੁਕਣਾ ਹੀ ਨਹੀਂ ਚਾਹੁੰਦਾ। ਜਿਨਕੇ ਚਿਤ ਕਠੋਰਾਂ ਸੇ ਬਹਿ ਨਾ ਸਤਿਗੁਰ ਪਾਸ। मन कठोर अजू न पतीना। जे 3 बार पतिया रजो तमो सतो च रहेगा, सच सुनेगा नहीं, सच बोलन वाले नाल भी तू नफरत करेगा। कोई ना कोई अवगुण कट देगा, मुछ टेढ़ी है, पग ठीक नहीं बनी, दाढ़ी क्यों नहीं खोली, ये क्यों नहीं किया, वो क्यों नहीं किया। तू अपने अहंकार दे नाल कोई ना कोई अवगुण कट के तोड़ लवेगा सच दे नाल जुड़न वास्ते, सच बोलन वाले वास्ते भी। ਜਿਹੜੇ ਕਰੂਪ ਹੋਣ ਨਾ, ਉਹਨਾਂ ਨੂੰ ਸ਼ੀਸ਼ਾ ਚੰਗਾ ਨਹੀਂ ਲੱਗਦਾ, ਉਹ ਸ਼ੀਸ਼ਾ ਤੋੜ ਦਿੰਦੇ। ਸੋ ਮਨ ਕਠੋਰ ਅਜੂਨਾ ਪਤੀਨਾ, ਇੰਜ ਨਹੀਂ ਪਤੀਜਦਾ, ਇੰਜ ਸੁਖੀ ਨਹੀਂ ਹੋਈਦਾ, ਇੰਜ ਖੇੜਾ ਨਹੀਂ ਆਂਦਾ। ਜੇ ਰਜੋ ਤਮੋ ਸਤੋ ਚ ਰਵੋ ਨਾ, ਕਹਿ ਕਬੀਰ हमरा गोबिंद गो
मन की धरती बिंद सतगुर की मत लैके स्टेबिलिटी वाली अक्ल प्राप्त हुई। चौथे पद में जन की जिंद, ये जिंद की है? मन का अपना अंदरला शरीर, मन दे अंदरले इंद्रे ज्ञानेंद्रे, मन ओनू कहंदे न की कहंदे न अखी बाजों वेखना विण कन्ना सुनना, पैरा बाजों चलना विण जीभे, पैरा बाजों चलना विण हत्था करना, जीभे बाजों बोलना विण हत्था करना। नानक खसम पछाण के, नानक हुक्म पछाण के तो खसमें मिलना, वननेस प्राप्त होती है। कह कबीर हमरा गोबिंद। चौथे पद में जन की जिंद, अंदरला सारी सृष्टि, अंदरले सारे जानवर, अंदरले सारे सुरत मत बुद्ध, सारे एवेन्यूज फिक्सअप हो गए। अंदरली सारी मौली धरती, मौलिया आकाश, कट कट मौलिया आत्म प्रकाश। गुर पूरा दिन पेटिया, मने पिया प्रकाशा, लो प्रकाश हो गया। हुण अंदरों अते बाहरों सारा रल के जिहड़ा पैकेज बनया उन्होंने जिंद कहते हैं। चौथे पद में जन की जिंद, चौथे पद नूं परम पद कहते हैं, तुरियावस्था कहते हैं। तीजे 3 पदा तो पार हो गया, चौथे पद चला गया। इनू असी जींदे जी हाथी दे बंधन तो छुटन वाले पक्षों, अपने हंकारी हाथी दे बंधन तो छुटन वाले पक्षों विचार सकते हैं। जे तुहानू ये लगे इस तरह मैनू इन समझ आया। कोई डिसएग्री कर सकता है कहानी के मुताबिक, कोई करामात समझ के डिसएग्री कर सकता है, मैं उन्होंने को माफी मांगता। मैं ते बाणी अंदर ही रह के बाणी चो समझने का यतन किया है। मेरी विचार किसी को नहीं पसंद आई हो तो मनु माफ कर देना। थैंक यू।